ਆਈਏ ਸਭ ਆਪਣੀ ਅੱਖਾਂ ਨੂੰ ਬੰਦ ਕਰੀਏ ਔਰ ਦੁਆ ਦੀ ਹਾਲਤ ਦੇ ਵਿੱਚ ਲੈ ਜਾਈਏ। ਇਸ ਤੋਂ ਪਹਿਲਾਂ ਕਿ ਆਪਾਂ ਵਚਨ ਨੂੰ ਸੁਣੀਏ, ਆਪਣੇ ਆਪ ਨੂੰ ਖੁਦਾਵੰਦ ਦੇ ਹੱਥਾਂ 'ਚ ਦੇਈਏ, ਦੁਆ ਮੰਗੀਏ, ਆਪਣੇ ਕੰਨਾਂ ਨੂੰ, ਆਪਣੇ ਦਿਲਾਂ ਨੂੰ, ਆਪਣੇ ਰੂਹ ਜਿਸਮ ਜਾਨ ਨੂੰ ਖੁਦਾਵੰਦ ਦੇ ਹੱਥਾਂ ਦੇ ਵਿੱਚ ਦੇਈਏ, ਤਾਂ ਜੋ ਪਰਮੇਸ਼ਵਰ ਦੇ ਦੁਆਰਾ ਜੋ ਵਚਨ ਅੱਜ ਤੁਹਾਡੇ ਸਾਹਮਣੇ ਰੱਖਿਆ ਜਾਂਦਾ, ਪਵਿੱਤਰ ਆਤਮਾ ਦੀ ਅਗਵਾਈ ਦੇ ਨਾਲ ਉਹਨੂੰ ਅਸੀਂ ਅੱਛੀ ਰੀਤੀ ਦੇ ਨਾਲ ਸੁਣ ਸਕੀਏ, ਸਮਝ ਸਕੀਏ ਤੇ ਉਹਦੇ ਅਨੁਸਾਰ ਆਪਣੇ ਜੀਵਨ ਨੂੰ ਚਲਾ ਸਕੀਏ ਔਰ ਪਰਮੇਸ਼ਵਰ ਦੇ ਹਜ਼ੂਰੋਂ ਸੁੱਖ ਦੇ ਦਿਨ ਤੁਹਾਡੀ ਔਰ ਸਾਡੀ ਜ਼ਿੰਦਗੀਆਂ ਦੇ ਵਿੱਚ ਆ ਜਾਣ। ਹਾਲੇਲੂਇਆ। ਆਈਏ ਸਭ ਆਪਣੀ ਅੱਖਾਂ ਨੂੰ ਬੰਦ ਕਰੀਏ, ਥੋੜਾ ਸਮਾਂ ਅਸੀਂ ਦੁਆ ਦੇ ਵਿੱਚ ਜਾਵਾਂਗੇ। जीवित परमेश्वर प्रभु यीशु मसीह ਦੇ ਜ਼ਿੰਦਾ ਨਾਮ 'ਚ ਤੁਹਾਡਾ ਸ਼ੁਕਰ ਕਰਦੇ ਹਾਂ ਖੁਦਾ ਬਾਪ ਜੀ, ਵੱਡੀ ਤੁਹਾਡੀ ਦਇਆ ਦੇ ਲਈ, ਤੁਹਾਡੀ ਕਿਰਪਾ ਦੇ ਲਈ ਔਰ ਤੁਹਾਡੇ ਅਨੁਗ੍ਰਹਿ ਦੇ ਲਈ ਮੇਰੇ ਪ੍ਰਭੂ ਜੀ। ਤੁਸੀਂ ਸਭ ਕੁਝ ਕਰਨ ਦੀ ਤਾਕਤ ਰੱਖਦੇ, ਹਿੰਮਤ ਰੱਖਦੇ ਆ ਮੇਰੇ ਪਰਮੇਸ਼ਵਰ। ਅਸੀਂ ਦਿਲ ਦੀ ਗਹਿਰਾਈ ਤੋਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਨੂੰ ਜਗਤ ਦੇ ਵਿੱਚੋਂ ਚੁਣ ਲਿਆ ਮੇਰੇ ਪ੍ਰਭੂ ਔਰ ਆਪਣੇ ਪੁੱਤਰ ਧੀਆਂ ਹੋਣ ਦਾ ਹੱਕ ਦੇ ਦਿੱਤਾ ਮੇਰੇ ਪ੍ਰਭੂ ਜੀ। ਹੁਣ ਸਾਡਾ ਮਨ ਆ ਜਿਹੜਾ, ਸਾਡਾ ਦਿਲ ਆ ਜਿਹੜਾ ਮੇਰੇ ਖੁਦਾਵੰਦ ਸਵਰਗੀਆਂ ਗੱਲਾਂ ਦੇ ਵੱਲ ਲੱਗੇ, ਸਵਰਗ ਵੱਲ ਨੂੰ ਲੱਗੇ, ਤੁਹਾਡੇ ਵੱਲ ਨੂੰ ਲੱਗੇ ਮੇਰੇ ਖੁਦਾ ਬਾਪ ਜੀ। ਇਸ ਜਗਤ ਦੇ ਵਿੱਚੋਂ ਸਾਡਾ ਮਨ ਜਿਹੜਾ ਆ ਹਟਾਇਆ ਜਾਵੇ ਮੇਰੇ ਖੁਦਾਵੰਦ, ਇੰਨਾ ਬਲ ਦੇ ਦਿਓ ਮੇਰੇ ਪ੍ਰਭੂ ਜੀ। ਸੰਸਾਰ ਦੀਆਂ ਵਸਤੂਆਂ ਸਾਡੇ ਲਈ ਖਤਮ ਹੋਣ ਮੇਰੇ ਪ੍ਰਭੂ, ਸੰਸਾਰ ਦੀਆਂ ਚੀਜ਼ਾਂ ਸਾਡੇ ਲਈ ਜ਼ੀਰੋ ਹੋ ਜਾਣ ਮੇਰੇ ਪਰਮੇਸ਼ਵਰ। ਅਸੀਂ ਸਵਰਗ ਦੀਆਂ ਗੱਲਾਂ ਵੱਲ ਧਿਆਨ ਲਗਾਈਏ, ਮਨ ਲਗਾਈਏ ਔਰ ਸਵਰਗੀ ਗੱਲਾਂ ਨੂੰ ਹਾਸਲ ਕਰਨ ਦੇ ਲਈ ਖੁਦਾਵੰਦ ਆਪਣੇ ਆਪ ਨੂੰ ਸਮਰਪਿਤ ਕਰੀਏ ਮੇਰੇ ਪਰਮੇਸ਼ਵਰ। ਤੁਹਾਡੇ ਹੱਥਾਂ ਦੇ ਵਿੱਚ ਮੇਰੇ ਖੁਦਾ ਵੱਡਾ ਬਲ ਬਖਸ਼ ਦਿਓ ਮੇਰੇ ਪ੍ਰਭੂ। ਮੈਂ ਯਕੀਨ ਰੱਖਦਾ ਹਾਂ ਖੁਦਾਵੰਦ ਕਿ ਤੁਸੀਂ ਇਸ ਸਮੇਂ ਸਾਡੀ ਦੁਆ ਨੂੰ ਸੁਣਦੇ ਆ, ਸਾਡੇ ਵੱਲ ਧਿਆਨ ਦਿੱਤਾ ਆ ਮੇਰੇ ਪ੍ਰਭੂ ਜੀ। ਸੁਣਨ ਵਾਲੀਆਂ ਜ਼ਿੰਦਗੀਆਂ ਨਿਹਾਲ ਹੋਣ ਮੇਰੇ ਪ੍ਰਭੂ, ਅਮਲ ਕਰਨ ਵਾਲੀਆਂ ਜ਼ਿੰਦਗੀਆਂ ਬਰਕਤ ਪਾਉਣ ਮੇਰੇ ਪਰਮੇਸ਼ਵਰ। ਹੋਣ ਦਿਓ ਪ੍ਰਭੂ ਯਿਸੂ ਮਸੀਹ ਦੇ ਵੱਡੇ ਉੱਚੇ ਨਾਮ ਦੀ ਖਾਤਰ ਖੁਦਾਵੰਦ ਆਪਣੇ ਲੋਕਾਂ ਤੇ ਦਇਆ ਕਰੋ, ਆਪਣੇ ਲੋਕਾਂ ਤੇ ਕਿਰਪਾ ਕਰੋ ਮੇਰੇ ਪ੍ਰਭੂ। ਅਸੀਂ ਆਪਣੇ ਕੰਨਾਂ ਨੂੰ, ਆਪਣੇ ਦਿਲਾਂ ਨੂੰ ਤੁਹਾਡੇ ਹੱਥਾਂ 'ਚ ਦੇ ਦਿੰਦੇ ਆ। ਪਾਕ ਰੂਹ ਮਦਦ ਕਰੇ, ਪਵਿੱਤਰ ਆਤਮਾ ਅਗਵਾਈ ਕਰੇ ਖੁਦਾਵੰਦ, ਅੱਛੇ ਰੀਤੀ ਦੇ ਨਾਲ ਵਚਨ ਨੂੰ ਸੁਣ ਕੇ ਆਪਣੇ ਦਿਲ 'ਚ क्षमा ਕਰ ਸਕੀਏ ਮੇਰੇ ਖੁਦਾਵੰਦ। ਹੋਣ ਦਿਓ ਪ੍ਰਭੂ ਜੀ, ਇਹਨਾਂ ਸਾਰੀ ਗੱਲਾਂ ਦੇ ਦੌਰਾਨ ਤੁਹਾਡਾ ਨਾਮ ਆਦਰ ਪਾਵੇ ਮੇਰੇ ਪ੍ਰਭੂ। ਬੜੀ ਬਰਕਤ ਦਿਓ, ਬੜੀ ਆਸ਼ੀਸ਼ ਦਿਓ ਮੇਰੇ ਖੁਦਾਵੰਦ। ਅਗਰ ਕੋਈ ਬਿਮਾਰ ਪਰਸਨ ਅੱਜ ਦੇ ਵਚਨ ਨੂੰ ਸੁਣਦਾ ਪਿਆ ਆ, ਪਵਿੱਤਰ ਆਤਮਾ ਇਸ ਰੀਤੀ ਦੇ ਨਾਲ ਜ਼ੁੰਬਿਸ਼ ਕਰੇ ਉਹਦੇ ਜ਼ਿੰਦਗੀ ਦੇ ਉੱਪਰ, ਉਹਦੇ ਰੂਹ ਜਿਸਮ ਜਾਨ ਦੇ ਉੱਪਰ, ਔਰ ਉਹ ਉਸੇ ਘੜੀ ਖੁਦਾਵੰਦ, ਇਸੇ ਘੜੀ ਚੰਗਾ ਹੋਵੇ ਵਚਨ ਸੁਣਨ ਦੇ ਦੌਰਾਨ ਹੀ ਮੇਰੇ ਪ੍ਰਭੂ ਜੀ। ਉਹਦਾ ਈਮਾਨ ਉਹਦੇ ਲਈ ਖੁਦਾਵੰਦ ਚੰਗਾਈ ਨੂੰ ਲੈ ਕੇ ਆਵੇ ਮੇਰੇ ਪ੍ਰਭੂ ਜੀ। ਧੰਨਵਾਦ ਕਰਦੇ ਹਾਂ ਸਾਰੀਆਂ ਗੱਲਾਂ ਬਾਤਾਂ ਦੇ ਲਈ। ਦੁਆ ਨੂੰ ਸੁਣਿਆ, ਧੰਨਵਾਦ ਯਿਸੂ ਦੇ ਨਾਮ ਵਿੱਚ ਮੰਗਦੇ ਹਾਂ, ਆਮੀਨ। ਹਾਲੇਲੂਇਆ। ਖੁਦਾਵੰਦ ਤੁਹਾਨੂੰ ਸਭਨਾਂ ਨੂੰ ਬਹੁਤਾਤ ਦੇ ਨਾਲ ਆਸ਼ੀਸ਼ ਔਰ ਬਰਕਤ ਦੇਵੇ। ਔਰ ਅੱਜ ਦੇ ਦਿਨ ਖੁਦਾਵੰਦ ਆਪਣਾ ਸੱਜਾ ਹੱਥ ਵਧਾਏ ਉਹਨਾਂ ਲੋਕਾਂ ਦੇ ਉੱਪਰ ਜੋ ਪਰਮੇਸ਼ਵਰ ਦੇ ਨਾਲ ਰੋਜ਼ਾਨਾ ਦਾ ਜੀਵਨ ਬਿਤਾਉਂਦੇ ਆ, ਜੋ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਸਵਰਗੀ ਗੱਲਾਂ ਨੂੰ ਗ੍ਰਹਿਣ ਕਰਨ ਦਾ ਮਨ ਬਣਾਉਂਦੇ ਆ। ਬਾਈਬਲ ਇੱਕ ਥਾਂ ਦੇ ਉੱਪਰ ਕਹਿੰਦਾ ਜਿਹੜਾ ਉਤਾਹਾਂ ਦਾ ਆ ਉਹ ਉਤਾਹਾਂ ਦੀਆਂ ਗੱਲਾਂ ਦੇ ਉੱਪਰ ਮਨ ਲਗਾਉਂਦਾ ਆ, ਔਰ ਜਿਹੜਾ ਹੇਠਾਂ ਦਾ ਆ ਉਹ ਹੇਠਾਂ ਦੀਆਂ ਗੱਲਾਂ ਦੇ ਉੱਪਰ ਮਨ ਲਗਾਉਂਦਾ ਹੈ। ਹਾਲੇਲੂਇਆ। ਔਰ ਅੱਜ ਦੇ ਵਚਨ ਦਾ ਟੌਪਿਕ ਆ ਕਿ ਤੁਸੀਂ ਜਗਤ ਦੇ ਨਹੀਂ ਆ। ਕਿਉਂ? ਕਿਉਂਕਿ ਖੁਦਾ ਨੇ ਤੁਹਾਨੂੰ ਤੇ ਮੈਨੂੰ ਚੁਣ ਲਿਆ ਹੈ, ਅਲੱਗ ਕਰ ਲਿਆ। ਬਾਈਬਲ ਇੱਕ ਥਾਂ ਦੇ ਉੱਤੇ ਖੁਦਾ ਕਹਿੰਦਾ ਤੁਹਾਨੂੰ ਮੈਂ ਆਪਣੇ ਬਣਾਉਣ ਦੇ ਲਈ ਜਗਤ ਤੋਂ ਅਲੱਗ ਕਰ ਲਿਆ ਕਿ ਤੁਹਾਨੂੰ ਮੈਂ ਆਪਣੇ ਬਣਾ ਸਕਾਂ। ਹਾਲੇਲੂਇਆ। ਔਰ ਚੁਣਿਆ ਹੋਇਆਂ ਨੂੰ ਖੁਦਾ ਆਖਦਾ ਆ ਕਿ ਤੁਸੀਂ ਇੱਕ ਮੇਰੀ ਖਾਸ ਪ੍ਰਜਾ ਹੈ, ਤੁਸੀਂ ਇੱਕ ਖਾਸ ਵੰਸ਼ ਹੈ, ਚੁਣਿਆ ਹੋਇਆ ਵੰਸ਼ ਹੈ ਤੁਸੀਂ। ਔਰ ਜਿਹਨੂੰ ਖੁਦਾ ਨੇ ਚੁਣਿਆ ਆ ਤੇ ਫਿਰ ਖੁਦਾ ਦੀ ਹੀ ਜ਼ਿੰਮੇਵਾਰੀ ਬਣਦੀ ਆ ਕਿ ਉਹਦੀਆਂ ਜ਼ਰੂਰਤਾਂ ਨੂੰ ਉਹ ਪੂਰਾ ਕਰੇ, ਉਹਨੂੰ ਫਿਕਰ ਨਾ ਕਰਨ ਦੇਵੇ, ਉਹਨੂੰ ਗਿਰਨ ਨਾ ਦੇਵੇ, ਉਹਨੂੰ ਕਮਜ਼ੋਰ ਨਾ ਪੈਣ ਦੇਵੇ, ਉਹਨੂੰ ਸ਼ੈਤਾਨ ਦੇ ਹੱਥਾਂ 'ਚ ਨਾ ਜਾਣ ਦੇਵੇ, ਉਹਨੂੰ ਜਗਤ ਦੀਆਂ ਜਿਹੜੀਆਂ ਬਿਲਾਸ਼ਾਵਾਂ, ਜਗਤ ਦੇ ਜਿਹੜੇ ਕੰਮ ਆ, ਬੁਰੇ ਕੰਮ ਆ, ਭੈੜੇ ਕੰਮ ਆ, ਉਹਨਾਂ 'ਚ ਫਸਣ ਨਾ ਦੇਵੇ। ਇਹ ਖੁਦਾ ਦੀ ਜ਼ਿੰਮੇਵਾਰੀ ਬਣ ਜਾਂਦੀ ਆ ਜਦੋਂ ਖੁਦਾ ਨੇ ਤੁਹਾਨੂੰ ਤੇ ਮੈਨੂੰ ਚੁਣ ਲਿਆ ਆ। ਪਰ ਬਾਈਬਲ ਇੱਕ ਥਾਂ ਦੇ ਉੱਤੇ ਵੀ ਆਖਦਾ ਆ, ਪਹਿਲੇ ਪਿਛਲੇ ਕੀਤੇ ਜਾਣਗੇ ਤੇ ਪਿਛਲੇ ਪਹਿਲੇ ਕੀਤੇ ਜਾਣਗੇ। ਆਪਣੇ ਚੁਣਾਹਟ ਦੀ ਕਦਰ ਵੀ ਕਰਨੀ ਆ ਕਿ ਜੇ ਖੁਦਾ ਨੇ ਤੁਹਾਨੂੰ ਚੁਣਿਆ ਆ ਤੇ ਆਪਣੇ ਚੁਣਾਹਟ ਦੀ ਔਰ ਆਪਣੀ ਬੁਲਾਹਟ ਦੀ ਕਦਰ ਕਰਨੀ ਆ ਔਰ ਉਹਦੇ ਅਨੁਸਾਰ ਮਿਹਨਤ ਕਰਨੀ ਆ, ਉਹਦੇ ਅਨੁਸਾਰ ਚੱਲਦੇ ਰਹਿਣਾ ਆ ਔਰ ਸੰਸਾਰ ਦੇ ਰੀਤੀ ਰਿਵਾਜਾਂ ਦੇ ਵਿੱਚ ਆਪਣੇ ਆਪ ਨੂੰ ਫਸਾਉਣਾ ਨਹੀਂ ਆ। ਬਾਈਬਲ ਇੱਕ ਥਾਂ ਦੇ ਉੱਤੇ ਆਖਦਾ ਆ, ਕਿ ਤੂੰ ਇੱਕ ਚੰਗੇ ਸਿਪਾਹੀ ਦੀ ਤਰ੍ਹਾਂ ਆਪਣੀ ਲੜਾਈ ਨੂੰ ਲੜ। ਇੱਕ ਚੰਗਾ ਸਿਪਾਹੀ ਬਣ ਕੇ, ਜਿਹੜਾ ਚੰਗਾ ਸਿਪਾਹੀ ਆ ਉਹਦਾ ਇੱਕ ਰੂਲ ਕੀ ਆ, ਉਹਦੇ ਗੁਣ ਕੀ ਆ, ਉਹਦੀ ਆਦਤ ਕੀ ਹੁੰਦੀ ਆ। ਕੋਈ ਸਿਪਾਹਗੀਰੀ ਕਰਦਾ ਹੋਇਆ ਆਪਣੇ ਆਪ ਨੂੰ ਸੰਸਾਰ ਦੇ ਰੀਤੀ ਰਿਵਾਜਾਂ 'ਚ ਫਸਾਉਂਦਾ ਨਹੀਂ ਆ,
ਆਪਣੇ ਆਪ ਨੂੰ ਗੁਲਾਮ ਨਹੀਂ ਬਣਾਉਂਦਾ ਰੀਤੀ ਰਿਵਾਜਾਂ ਦਾ। ਜਿਹੜਾ ਸਿਪਾਹਗਿਰੀ ਕਰਦਾ ਆ, ਜਿਹੜਾ ਸਿਪਾਹੀ ਆ, ਉਹ ਆਪਣੀ ਡਿਊਟੀ ਦੇ ਵੱਲ ਧਿਆਨ ਦਿੰਦਾ, ਆਪਣੀ ਜ਼ਿੰਮੇਵਾਰੀਆਂ ਦੇ ਵੱਲ ਧਿਆਨ ਦਿੰਦਾ ਆ। ਉਹ ਆਪਣੇ ਆਪ ਨੂੰ ਸੰਸਾਰ ਦੇ ਰੀਤੀ ਰਿਵਾਜਾਂ ਦੇ ਵਿੱਚ ਫਸਾਉਂਦਾ ਨਹੀਂ ਆ। ਜਦ ਤੁਹਾਨੂੰ ਤੇ ਮੈਨੂੰ ਅੱਜ ਪਤਾ ਲੱਗ ਗਿਆ, ਜਾਂ ਪਹਿਲਾਂ ਦਾ ਵੀ ਪਤਾ ਆ, ਤੇ ਵੈਲ ਐਂਡ ਗੁੱਡ ਆ। ਅਗਰ ਨਹੀਂ ਪਤਾ ਤੇ ਅੱਜ ਪਵਿੱਤਰ ਆਤਮਾ ਦੇ ਦੁਆਰਾ ਤੁਹਾਨੂੰ ਪਤਾ ਲੱਗਦਾ ਆ ਕਿ ਤੁਸੀਂ ਤੇ ਮੈਂ ਜਗਤ ਦੇ ਨਹੀਂ ਆ। ਬਾਈਬਲ ਆਖਦਾ ਇੱਥੇ ਸ਼ੈਤਾਨ ਦਾ ਰਾਜ ਆ ਸੰਸਾਰ ਦੇ ਉੱਪਰ, ਅਸੀਂ ਇਹਨੂੰ ਛੱਡਣਾ ਆ, ਇਹਨੂੰ ਅਪਣਾਉਣਾ ਨਹੀਂ ਆ। ਇੱਥੇ ਦੀ ਜ਼ਿੰਦਗੀ ਕੁਛ ਸਾਲਾਂ ਦੀ ਆ, ਅਸੀਂ ਸਦਾ ਦਾ ਜੀਵਨ ਲੈਣਾ, ਇਟਰਨਲ ਲਾਈਫ ਲੈਣੀ ਆ। ਉਹ ਤਦ ਹੀ ਤੁਹਾਨੂੰ ਮਿਲ ਸਕਦੀ ਆ ਜਦੋਂ ਤੁਸੀਂ ਆਪਣਾ ਮਨ ਜਿਹੜਾ ਆ ਸਵਰਗ ਦੀਆਂ ਗੱਲਾਂ ਦੇ ਵੱਲ ਲਗਾਓਗੇ, ਬਾਈਬਲ ਨੂੰ ਪੜ੍ਹੋਗੇ, ਉਹਦੇ ਅਨੁਸਾਰ ਚੱਲੋਗੇ, ਔਰ ਤੁਹਾਡਾ ਜਿਹੜਾ ਮਨ ਆ ਸਵਰਗੀਆਂ ਗੱਲਾਂ ਦੇ ਵੱਲ ਲੱਗੇਗਾ, ਸਵਰਗੀ ਭਾਸ਼ਾ ਨੂੰ ਗ੍ਰਹਿਣ ਕਰਨ ਦੇ ਵੱਲ ਲੱਗੇਗਾ, ਪਵਿੱਤਰ ਆਤਮਾ ਨੂੰ ਲੈਣ ਦੇ ਵੱਲ ਲੱਗੇਗਾ, ਪਰਮੇਸ਼ਵਰ ਦੇ ਵਚਨਾਂ ਨੂੰ ਪੂਰਾ ਕਰਨ ਦੇ ਵੱਲ ਲੱਗੇਗਾ, ਔਰ ਤੁਸੀਂ ਆਨੰਦਿਤ ਹੋ ਕੇ ਖੁਦਾ ਦੇ ਕੰਮ ਕਰੋਗੇ। ਹਾਲੇਲੂਇਆ। ਬਾਈਬਲ ਕਹਿੰਦਾ ਜੇ ਤੁਸੀਂ ਜਗਤ ਦੇ ਹੁੰਦੇ ਤੇ ਜਗਤ ਤੁਹਾਡੇ ਨਾਲ ਪਿਆਰ ਕਰਦਾ। ਯਿਸੂ ਮਸੀਹ ਨੇ ਕਿਹਾ, ਕਹਿੰਦੇ ਜੇ ਤੁਸੀਂ ਜਗਤ ਦੇ ਹੁੰਦੇ ਤੇ ਜਗਤ ਤੁਹਾਡੇ ਨਾਲ ਪਿਆਰ ਕਰਦਾ, ਤੁਹਾਡਾ ਵੈਰੀ ਨਹੀਂ ਬਣਦਾ, ਨਸ਼ੇ ਦੇ ਨਾਲ ਨਹੀਂ ਤੁਹਾਨੂੰ ਫਸਾਉਂਦਾ, ਪਾਪ ਦੇ ਵਿੱਚ ਨਹੀਂ ਤੁਹਾਨੂੰ ਫਸਾਉਂਦਾ, ਤੁਹਾਨੂੰ ਗੁਲਾਮ ਨਹੀਂ ਬਣਾਉਂਦਾ, ਵਿਭਚਾਰ ਦਾ, ਗਲਤ ਕੰਮਾਂ ਦਾ, ਗਲਤ ਸੋਚ ਦਾ, ਗਲਤ ਨਜ਼ਰੀਏ ਦਾ, ਗਲਤ ਸੁਣਨ ਦਾ, ਗਲਤ ਬੋਲਣ ਦਾ ਤੁਹਾਨੂੰ ਗੁਲਾਮ ਨਾ ਬਣਾਉਂਦਾ। ਜੇ ਜਗਤ ਤੁਹਾਡੇ ਨਾਲ ਪਿਆਰ ਕਰਦਾ, ਕਹਿੰਦੇ ਜਗਤ ਤੁਹਾਡੇ ਨਾਲ ਵੈਰ ਕਰਦਾ, ਇਸ ਲਈ ਕਿ ਤੁਸੀਂ ਜਗਤ ਦੇ ਹੈ ਹੀ ਨਹੀਂ ਆ। ਹਾਲੇਲੂਇਆ। ਤੁਸੀਂ ਜਗਤ ਦੇ ਨਹੀਂ ਆ। ਕਿਉਂ ਨਹੀਂ ਆ? ਕਿਉਂਕਿ ਮੈਂ ਤੁਹਾਨੂੰ ਚੁਣ ਲਿਆ ਹੈ, ਜਗਤ ਦੇ ਵਿੱਚ ਤੁਹਾਨੂੰ ਅਲੱਗ ਕਰ ਲਿਆ ਹੈ, ਇਸ ਲਈ ਕਹਿੰਦੇ ਤੁਹਾਡੇ ਨਾਲ ਵੈਰ ਕਰਦਾ। ਸ਼ੈਤਾਨ ਕਿਉਂ ਤੁਹਾਡਾ ਵੈਰੀ ਆ? ਕਿਉਂਕਿ ਤੁਸੀਂ ਚੁਣੇ ਹੋਏ ਆ। ਤੁਹਾਡਾ ਟਾਰਗੇਟ ਸਵਰਗ ਜਾਣਦਾ ਹੈ, ਧਰਤੀ ਤੇ ਰਹਿਣ ਦਾ ਨਹੀਂ ਆ। ਜਿਨ੍ਹਾਂ ਦਾ ਟਾਰਗੇਟ ਧਰਤੀ ਤੇ ਰਹਿਣ ਦਾ ਔਰ ਅੰਤ ਨਰਕ ਦੇ ਵਿੱਚ ਜਾਣਦਾ ਹੈ, ਸ਼ੈਤਾਨ ਉਹਨਾਂ ਨੂੰ ਤੰਗ ਨਹੀਂ ਕਰਦਾ, ਕਿਉਂਕਿ ਉਹਦੇ ਅੰਦਰ, ਉਸ ਵਿਅਕਤੀ ਦੇ ਅੰਦਰ ਸ਼ੈਤਾਨ ਦੇ ਆਲਰੇਡੀ ਅੰਗ ਕੰਮ ਕਰਦੇ ਆ। ਚਾਹੇ ਉਹ ਨਸ਼ੇੜੀ ਹੋਏਗਾ, ਚਾਹੇ ਉਹ ਵਿਭਚਾਰੀ ਹੋਏਗਾ, ਚਾਹੇ ਉਹ ਗਲਤ ਸੋਚ ਦਾ ਸ਼ਿਕਾਰ ਹੋਏਗਾ, ਚਾਹੇ ਉਹ ਗਲਤ ਦੇਖਣ ਦਾ ਸ਼ਿਕਾਰ ਹੋਏਗਾ, ਸ਼ੈਤਾਨ ਉਹਨੂੰ ਤੰਗ ਨਹੀਂ ਕਰਦਾ ਆ। ਜੇ ਤੁਹਾਨੂੰ ਤੰਗ ਕਰਦਾ ਆ ਸ਼ੈਤਾਨ, ਜਾਂ ਸੰਸਾਰ ਜਾਂ ਸਰੀਰ ਦੀਆਂ ਅਭਿਲਾਸ਼ਾਵਾਂ ਨੂੰ ਲੈ ਕੇ, ਤੇ ਸਮਝ ਲੈਣਾ, ਖੁਸ਼ੀ ਮਨਾਉਣ ਦੀ ਜ਼ਰੂਰਤ ਹੈ ਕਿ ਖੁਦਾ ਨੇ ਤੁਹਾਨੂੰ ਅਲੱਗ ਕੀਤਾ ਹੈ, ਇਸ ਲਈ ਸ਼ੈਤਾਨ ਤੁਹਾਨੂੰ ਤੰਗ ਕਰਦਾ ਹੈ। ਬਾਈਬਲ ਕਹਿੰਦਾ ਤੁਸੀਂ ਸਤਾਏ ਜਾਣਾ ਆ। ਯਿਸੂ ਮਸੀਹ ਕਹਿੰਦੇ ਜੇ ਉਹਨਾਂ ਨੇ ਮੈਨੂੰ ਸਤਾਇਆ ਤੇ ਤੁਹਾਨੂੰ ਵੀ ਸਤਾਉਂਗੇ। ਬਾਈਬਲ ਕਹਿੰਦਾ ਜਿੰਨਿਆਂ ਨੇ ਉਹਨੂੰ ਕਬੂਲ ਕੀਤਾ, ਉਹਨਿਆਂ ਨੂੰ ਉਹਨੇ ਪੁੱਤਰ ਧੀਆਂ ਹੋਣ ਦਾ ਹੱਕ ਦਿੱਤਾ। ਜੇ ਅਸੀਂ ਉਹਦੇ ਪੁੱਤਰ ਹਾਂ, ਤੇ ਜੇ ਸਾਡੇ ਬਾਪ ਨੂੰ ਉਹਨਾਂ ਨੇ ਸਤਾਇਆ ਹੈ ਸੱਚਾਈ ਦੇ ਕਰਕੇ, ਪਵਿੱਤਰਤਾਈ ਦੇ ਕਰਕੇ, ਇਮਾਨਦਾਰੀ ਦੇ ਕਰਕੇ, ਤੇ ਤੁਹਾਡਾ ਵੀ ਸਤਾਇਆ ਜਾਣਾ ਫਿਰ ਜ਼ਰੂਰੀ ਹੈ। ਇੱਥੋਂ ਸਮਝ ਲੈਣਾ, ਖੁਸ਼ੀ ਮਨਾਉਣ ਦੀ ਜ਼ਰੂਰਤ ਆ ਕਿ ਤੁਸੀਂ ਸਹੀ ਚੱਲਦੇ ਪਏ। ਅਗਰ ਤੁਹਾਡੇ ਜੀਵਨ ਦੇ ਵਿੱਚ ਪ੍ਰੀਖਿਆ ਨਹੀਂ ਆ ਰਹੀ ਹੈ, ਕੁਛ ਸਤਾਵ ਨਹੀਂ ਆ ਰਿਹਾ ਆ, ਆਪਣੇ ਸਰੀਰ ਨੂੰ ਲੈ ਕੇ, ਆਪਣੇ ਸਰੀਰ ਦੀਆਂ ਖੁਆਇਸ਼ਾਂ ਨੂੰ ਲੈ ਕੇ ਸਤਾਵ ਨਹੀਂ ਆ ਰਿਹਾ, ਤੇ ਇਹਦਾ ਮਤਲਬ ਸਮਝ ਲੈਣਾ ਕਿ ਤੁਸੀਂ ਠੀਕ ਨਹੀਂ ਚੱਲਦੇ ਖੁਦਾ ਦੇ ਵਿੱਚ। ਜਿਹੜਾ ਵਿਅਕਤੀ ਖੁਦਾ ਦੇ ਵਿੱਚ ਠੀਕ ਚੱਲਦਾ ਆ, ਸਹੀ ਰੀਤੀ ਦੇ ਨਾਲ ਚੱਲਦਾ ਆ, ਉਹਦੀ ਜ਼ਿੰਦਗੀ ਦੇ ਵਿੱਚ ਹੀ ਸਤਾਵ ਆਉਂਦੇ। ਸ਼ੈਤਾਨ ਤੰਗ ਵੀ ਉਹਨੂੰ ਹੀ ਕਰਦਾ ਆ, ਪਰ ਉਹ ਇਹ ਨਹੀਂ ਕਿ ਤੁਹਾਨੂੰ ਸਾਰੀ ਜ਼ਿੰਦਗੀ ਉਹ ਤੰਗ ਹੀ ਕਰਦਾ ਰਹੇਗਾ ਜਦ ਤੱਕ ਮੌਤ ਨਹੀਂ ਆਉਂਦੀ। ਨਹੀਂ, ਉਹ ਤੁਹਾਨੂੰ ਸ਼ੁਰੂਆਤ ਦੇ ਵਿੱਚ ਤੰਗ ਕਰੇਗਾ। ਉਹਦੇ ਵਿੱਚ ਵੀ ਤੁਹਾਡਾ ਬੈਨੀਫਿਟ ਆ। ਕਿਉਂ? ਕਿਉਂਕਿ ਉਸ ਸਮੇਂ ਦੇ ਵਿੱਚ ਤੁਸੀਂ ਬਣਦੇ ਹੁੰਦੇ ਆ, ਮਜ਼ਬੂਤ ਬਣਦੇ ਹੁੰਦੇ ਆ। ਸ਼ੈਤਾਨ ਥੋੜਾ ਜਿਹਾ ਤੁਹਾਨੂੰ ਤੰਗ ਕਰੇਗਾ, ਤੁਸੀਂ ਆਪਣੀ ਪ੍ਰੇਅਰ ਨੂੰ ਵਧਾਓਗੇ, ਤੁਸੀਂ ਪਰਮੇਸ਼ਰ ਦੇ ਉੱਪਰ ਆਪਣੇ ਹੋਰ ਭਰੋਸੇ ਨੂੰ ਜ਼ਿਆਦਾ ਕਰੋਗੇ, ਔਰ ਉਸ ਦੌਰਾਨ ਤੁਸੀਂ ਸਟਰੋਂਗ ਹੁੰਦੇ ਆ। ਦੂਸਰੀ ਵਾਰ ਆ ਕੇ ਉਹ ਤੰਗ ਕਰੇਗਾ, ਤੀਸਰੀ ਵਾਰ ਆ ਕੇ ਸਤਾਏਗਾ, ਚੌਥੀ ਵਾਰ ਆ ਕੇ ਸਤਾਏਗਾ। ਉਹਨੂੰ ਸ਼ਾਇਦ ਇੰਨਾ ਪਤਾ ਨਹੀਂ ਹੈ ਕਿ ਉਹਦਾ ਸਤਾਵ ਜਿਹੜਾ ਤੁਹਾਨੂੰ ਸਟਰੋਂਗ ਕਰਦਾ ਪਿਆ, ਪਰ ਇਹ ਸਾਰਿਆਂ ਦੇ ਲਈ ਨਹੀਂ ਆ। ਬਹੁਤੇ ਲੋਕ ਡਿੱਗ ਜਾਂਦੇ ਆ, ਬਹੁਤੇ ਲੋਕ ਉਹਦੇ ਸਤਾਵ ਦੇ ਕਾਰਨ ਪਿੱਛੇ ਮੁੜ ਜਾਂਦੇ ਆ। ਚੁਣੇ ਹੋਏ ਲੋਕ ਵੀ, ਇਸ ਤਰ੍ਹਾਂ ਦੇ ਵੀ ਲੋਕ ਤੁਸੀਂ ਦੇਖੇ ਹੋਣਗੇ, ਪਰ ਮੈਂ ਤੁਹਾਨੂੰ ਦੱਸਦਾ ਆ, ਬਾਈਬਲ ਕਹਿੰਦਾ ਸੱਦੇ ਹੋਏ ਬਹੁਤ ਆ, ਚੁਣੇ ਹੋਏ ਘੱਟ ਆ। ਪਰ ਜਿਹੜੇ ਚੁਣੇ ਹੋਇਆ ਉਹ ਸਤਾਵ ਨੂੰ ਸਹਿੰਦੇ ਆ, ਉਹ ਪਰਮੇਸ਼ਰ ਦੇ ਵਚਨ ਤੇ ਅਟਲ ਬਣੇ ਰਹਿੰਦੇ ਆ। ਚਾਹੇ ਹਨੇਰੀ ਆਵੇ, ਤੂਫਾਨ ਆਵੇ, ਜੋ ਕੁਛ ਵੀ ਹੋਵੇ, ਉਹ ਗਿਰਦੇ ਨਹੀਂ ਆ। ਉਹਨਾਂ ਦਾ ਮਕਾਨ ਗਿਰਦਾ ਨਹੀਂ ਆ। ਉਹਨਾਂ ਨੇ ਜਿੰਨੀ ਮਿਹਨਤ ਕਰਕੇ, ਉਸਾਰੀ ਕਰਕੇ ਆਤਮਿਕ ਘਰ ਉਸਾਰਿਆ ਹੁੰਦਾ, ਉਹ ਗਿਰਦਾ ਨਹੀਂ ਆ। ਹਾਲੇਲੂਇਆ। ਇਹਨਾਂ ਯਾਦ ਰੱਖੋ ਕਿ ਖੁਦਾ ਨੇ ਤੁਹਾਨੂੰ ਜਗਤ ਦੇ ਵਿੱਚੋਂ ਚੁਣ ਲਿਆ ਹੈ। ਤਾਂ ਜੇ ਚੁਣ ਲਿਆ ਆ, ਰਹਿਣਾ ਆਪਾਂ ਜਗਤ ਦੇ ਵਿੱਚ ਹੀ ਆ 60, 70, 80 ਸਾਲ ਤੱਕ, ਪਰ ਉਸ ਦੌਰਾਨ ਕੀ ਹੋਏਗਾ? ਅਸੀਂ ਉਤਾਹਾਂ ਦੀਆਂ ਗੱਲਾਂ ਦੇ ਉੱਪਰ ਮਨ ਲਗਾਉਣਾ ਹੈ, ਸਵਰਗ ਦੀਆਂ ਗੱਲਾਂ ਦੇ ਉੱਪਰ ਮਨ ਲਗਾਉਣਾ, ਕਿਉਂਕਿ ਤੁਸੀਂ ਚੁਣੇ ਗਏ ਆ। ਹੁਣ ਤੁਸੀਂ ਉਤਾਹਾਂ ਦੇ ਆ, ਤੇ ਉਤਾਹਾਂ ਦੀਆਂ ਗੱਲਾਂ ਦੇ ਉੱਪਰ ਮਨ ਲਗਾਉਣਾ। ਜੇ ਤੁਸੀਂ ਜਗਤ ਦੇ ਆ, ਤੇ ਜਗਤ ਦੀਆਂ ਗੱਲਾਂ ਦੇ ਉੱਪਰ ਮਨ ਲਗਾਓਗੇ, ਮੈਨੂੰ ਆ ਵੀ ਮਿਲ ਜਾਏ, ਮੈਨੂੰ ਉਹ ਵੀ ਮਿਲ ਜਾਏ। ਇਹ ਨਸ਼ਾ ਸਵਰਗ ਦਾ ਨਹੀਂ ਆ, ਇਹ ਪਾਪ ਸਵਰਗ ਦਾ ਨਹੀਂ ਆ, ਇਹ ਗਲਤ ਕੰਮ ਸਵਰਗ ਦੇ ਨਹੀਂ ਆ। ਠੱਗੀ, ਠੋਰੀ, ਲਾਲਚ, ਪੈਸੇ ਦਾ ਲਾਲਚ, ਚੋਰੀ ਦੇ ਨਾਲ ਪੈਸਾ ਕਮਾਉਣਾ, ਝੂਠ ਬੋਲ ਕੇ ਪੈਸਾ ਕਮਾਉਣਾ, ਇਹ ਸਭ ਧਰਤੀ ਦਾ ਆ, ਸਭ ਜਗਤ ਦਾ ਆ।
ਇਹ ਸਾਰੇ ਅੰਗ ਜਿਹੜੇ ਆ ਜਗਤ ਦੇ ਆ, ਸ਼ੈਤਾਨ ਦੇ ਆ। ਔਰ ਜੇ ਇਹਨਾਂ ਦੇ ਵਿੱਚ ਤੁਸੀਂ ਫਸੇ ਹੋਏ ਆ ਤੇ ਦੁਆ ਮੰਗਣ ਦੀ ਜ਼ਰੂਰਤ ਆ ਖੁਦਾ ਦੇ ਕੋਲੋਂ ਕਿ ਉਹ ਤੁਹਾਨੂੰ ਚੁਣ ਲਵੇ, ਉਹ ਤੁਹਾਨੂੰ ਫ੍ਰੀ ਕਰ ਦੇਵੇ। ਉਹ ਜਿਹਨੂੰ ਚੁਣਦਾ ਉਹਨੂੰ ਫ੍ਰੀ ਵੀ ਕਰ ਦਿੰਦਾ ਹੈ। ਹਾਲੇਲੂਇਆ। ਚੁਣਿਆ ਹੋਇਆ ਬੰਦਾ ਬਹੁਤ ਕੁਝ ਛੱਡ ਦਿੰਦਾ ਆ ਖੁਦਾ ਦੇ ਲਈ। ਖੁਦਾ ਦੇ ਲਈ ਬਹੁਤ ਕੁਝ ਤਿਆਗ ਦਿੰਦੇ ਆ। ਜਿਹੜੇ ਲੋਕ ਚੁਣੇ ਹੋਏ ਆ, ਜਿਹੜੇ ਸੱਦੇ ਹੋਏ ਆ, ਉਹ ਉਹਨਾਂ ਵਿਹਾਰਾਂ 'ਚ ਹੀ ਫਸੇ ਰਹਿੰਦੇ ਆ, ਛੱਡਦੇ ਨਹੀਂ ਆ। ਉਹ ਫਿਰ ਉਹੀ ਜਿਹੜੇ ਵਿਹਾਰ ਹੁੰਦੇ ਉਹਨਾਂ ਨੂੰ ਤੰਗ ਕਰਦੇ ਰਹਿੰਦੇ ਆ ਸਾਰੀ ਜ਼ਿੰਦਗੀ। ਉਹੀ ਉਹਨੂੰ ਵਧਣ ਨਹੀਂ ਦਿੰਦੇ। ਚਾਹੇ ਉਹ ਗਰਲਫ੍ਰੈਂਡ ਹੋਵੇ, ਚਾਹੇ ਬॉयਫ੍ਰੈਂਡ ਹੋਵੇ, ਚਾਹੇ ਨਸ਼ਾ ਹੋਵੇ, ਚਾਹੇ ਵਿਚਾਰ ਹੋਵੇ, ਚਾਹੇ ਯਾਰੀ ਦੋਸਤੀ ਹੋਵੇ, ਇਹ ਜਦ ਤੱਕ ਤੁਸੀਂ ਛੱਡਦੇ ਨਹੀਂ ਆ ਤਦ ਤੱਕ ਇਹ ਤੁਹਾਨੂੰ ਉਤਾਹਾਂ ਦੀਆਂ ਗੱਲਾਂ ਦੇ ਉੱਪਰ ਮਨ ਨਹੀਂ ਲਗਾਉਣ ਦੇਣਗੇ। ਜਿੰਨਾ ਮਰਜ਼ੀ ਜ਼ੋਰ ਲਗਾ ਲਓ, ਤੁਸੀਂ ਜਿੰਨਾ ਕੋਸ਼ਿਸ਼ ਕਰੋਗੇ ਅੱਗੇ ਵਧਣ ਦੀ, ਉਨਾ ਹੀ ਇਹ ਗੱਲਾਂ ਤੁਹਾਨੂੰ ਪਿੱਛੇ ਖਿੱਚਣਗੀਆਂ ਜਦ ਤੱਕ ਤੁਸੀਂ ਛੱਡਦੇ ਨਹੀਂ ਆ। ਚੁਣੇ ਹੋਏ ਲੋਕ ਜਿਹੜੇ ਆ ਸਭ ਕੁਝ ਛੱਡ ਦਿੰਦੇ ਆ, ਸਭ ਕੁਝ ਖੁਦਾ ਦੇ ਲਈ ਛੱਡ ਦਿੰਦੇ ਆ। ਪਰ ਜਿਹੜੇ ਸੱਦੇ ਹੋਏ ਲੋਕ ਆ ਉਹ ਫਸੇ ਰਹਿੰਦੇ ਆ। ਉਹ ਫਸੇ ਰਹਿੰਦੇ ਆ ਨਾ ਵਿਹਾਰਾਂ ਦੇ ਵਿੱਚ, ਸੰਸਾਰ ਦੇ। ਬਾਈਬਲ ਦੇ ਵਿੱਚ ਰੈਫਰੈਂਸ ਮੈਂ ਤੁਹਾਨੂੰ ਦੇਣਾ ਆ, ਸੁਣਨਾ ਬੜੇ ਧਿਆਨ ਦੇ ਨਾਲ। ਯਹੋਨਾ ਦਾ ਅੰਜੀਲ ਉਹਦਾ 15 ਨੰਬਰ ਅਧਿਆਇ ਉਹਦਾ 18 ਔਰ 19 ਨੰਬਰ ਪੰਕਤੀ ਦੇ ਵਿੱਚ ਦੇਖੋ ਬਾਈਬਲ ਕੀ ਆਖਦਾ ਹੈ। ਯਹੋਨਾ ਦਾ ਅੰਜੀਲ ਉਹਦਾ 15 ਨੰਬਰ ਅਧਿਆਇ ਉਹਦਾ 18 ਔਰ 19 ਨੰਬਰ ਪੰਕਤੀ। ਯਿਸੂ ਮਸੀਹ ਦੇ ਮੂੰਹ ਚੋਂ ਨਿਕਲੇ ਪਵਿੱਤਰ ਸ਼ਬਦ ਆ। ਕਹਿੰਦੇ ਜੇ ਜਗਤ ਤੁਹਾਡੇ ਨਾਲ ਵੈਰ ਕਰਦਾ ਆ ਤਾਂ ਤੁਸੀਂ ਜਾਣਦੇ ਆ ਜੋ ਉਹਨੇ ਤੁਹਾਤੋਂ ਅੱਗੇ ਮੇਰੇ ਨਾਲ ਵੈਰ ਕੀਤਾ। ਜੇ ਤੁਸੀਂ ਖੁਦਾ ਦੇ ਵਚਨਾਂ ਦੇ ਅਨੁਸਾਰ ਚੱਲਦੇ ਆ ਤਾਂ ਇਹ ਪੋਸੀਬਲ ਹੋਏਗਾ ਕਿ ਜਗਤ ਤੁਹਾਡੇ ਨਾਲ ਵੈਰ ਕਰੇ। ਤੁਹਾਡਾ ਆਂਢ ਗੁਆਂਢ, ਤੁਹਾਡੇ ਰਿਸ਼ਤੇਦਾਰ ਤੁਹਾਨੂੰ ਸਤਾਉਣ ਜਾਂ ਤੁਹਾਨੂੰ ਤਾਨੇ ਮਾਰਨ ਕਿ ਤੁਸੀਂ ਮਸੀਹ ਬਣ ਗਏ ਆ ਜਾਂ ਤੁਸੀਂ ਚਰਚ ਜਾਣਾ ਸ਼ੁਰੂ ਕਰ ਦਿੱਤਾ ਆ। ਇਸ ਗੱਲ ਦੀ ਖੁਸ਼ੀ ਮਨਾਉਣ ਦੀ ਜ਼ਰੂਰਤ ਆ ਕਿ ਹੁਣ ਤੁਸੀਂ ਸਹੀ ਰੀਤੀ ਦੇ ਨਾਲ ਚੱਲਦੇ ਪਏ ਆ। ਜੇ ਤੁਹਾਡਾ ਵਿਰੋਧ ਹੋ ਰਿਹਾ ਆ, ਜੇ ਤੁਹਾਨੂੰ ਪਾਪ ਸਤਾ ਰਿਹਾ ਆ, ਬੁਰਾਈ ਸਤਾ ਰਹੀ ਹੈ, ਦਾ ਮਤਲਬ ਤੁਸੀਂ ਸਹੀ ਰੀਤੀ ਦੇ ਨਾਲ ਚੱਲਦੇ ਪਏ ਆ। ਜੇ ਸਤਾਵ ਨਹੀਂ ਆ ਰਿਹਾ ਆ, ਚਾਹੇ ਉਹ ਵਿਭਚਾਰ ਦਾ ਹੋਵੇ, ਚਾਹੇ ਉਹ ਗਲਤ ਸੋਚ ਦਾ ਹੋਵੇ, ਚਾਹੇ ਜਿੱਥੋਂ ਖੁਦਾ ਨੇ ਤੁਹਾਨੂੰ ਆਜ਼ਾਦ ਕੀਤਾ ਆ ਉੱਥੋਂ ਦਾ ਹੋਵੇ, ਤੇ ਫਿਰ ਸਮਝ ਲੈਣਾ ਜੇ ਸਤਾਵ ਹੋ ਰਿਹਾ ਆ, ਜੇ ਪਰੇਸ਼ਾਨੀ ਆ ਰਹੀ ਆ ਤਾਂ ਸਮਝਣਾ ਕਿ ਤੁਸੀਂ ਸਹੀ ਰੀਤੀ ਦੇ ਨਾਲ ਚੱਲਦੇ ਪਏ ਆ। ਜੇ ਸਤਾਵ ਨਹੀਂ ਆ ਰਿਹਾ ਆ ਤੇ ਸਮਝ ਲੈਣਾ ਕਿ ਤੁਹਾਡਾ ਜੀਵਨ ਜਿਹੜਾ ਮਿਕਸ ਜੀਵਨ ਚੱਲਦਾ ਪਿਆ। ਤੁਹਾਨੂੰ ਲੱਗਦਾ ਆ ਕਿ ਤੁਸੀਂ ਮਸੀਹ ਆ, ਪਰ ਖੁਦਾ ਦੀ ਨਜ਼ਰਾਂ 'ਚ ਤੁਸੀਂ ਮਸੀਹ ਨਹੀਂ ਆ। ਯਾਦ ਰੱਖਣਾ। ਹਾਲੇਲੂਇਆ। ਕਿਉਂਕਿ ਜੇ ਤੁਸੀਂ ਅਲੱਗ ਕੀਤੇ ਹੋਏ ਆ ਤਾਂ ਹੀ ਸਤਾਵ ਆਏਗਾ, ਤਾਂ ਹੀ ਪਰੇਸ਼ਾਨੀ ਆਉਗੀ, ਤਾਂ ਹੀ ਉਹ ਪਾਪ ਪਿੱਛੇ ਪਿੱਛੇ ਤੁਹਾਨੂੰ ਤੰਗ ਕਰੇਗਾ ਆ ਕੇ, ਕੁਝ ਸਮੇਂ ਦੇ ਲਈ, ਸਦਾ ਦੇ ਲਈ ਨਹੀਂ, ਥੋੜੇ ਸਮੇਂ ਦੇ ਲਈ। ਹਾਲੇਲੂਇਆ। ਫਿਰ ਤੁਸੀਂ ਉਨਾ ਹੀ ਮਜ਼ਬੂਤ ਬਣ ਜਾਓਗੇ। ਫਿਰ ਉਸ ਪਰੇਸ਼ਾਨ ਨਹੀਂ ਕਰੇਗਾ। ਸਤਾਵ ਤੁਹਾਡਾ ਫਿਰ ਕੁਝ ਨਹੀਂ ਵਿਗਾੜ ਸਕਦਾ। ਸ਼ੈਤਾਨ ਤੁਹਾਡਾ ਕੁਝ ਨਹੀਂ ਵਿਗਾੜ ਸਕਦਾ। ਬਸ ਇੱਕ ਕੁਝ ਸਮੇਂ ਹੁੰਦਾ ਹੈ। ਇੱਕ ਵਾਰ ਤੁਸੀਂ ਜਿੱਤ ਲਿਆ ਨਾ ਉਹਨੂੰ, ਤੇ ਫਿਰ ਉਹ ਤੁਹਾਡਾ ਸਾਹਮਣਾ ਨਹੀਂ ਕਰ ਸਕਦਾ। ਯਿਸੂ ਮਸੀਹ ਨੇ ਜਦੋਂ ਸੇਵਾ ਸ਼ੁਰੂ ਕੀਤੀ ਹੈ, ਦੇਖੋ ਬਾਈਬਲ ਨੂੰ ਪੜ੍ਹੋ ਧਿਆਨ ਦੇ ਨਾਲ, ਤੁਹਾਨੂੰ ਬਲ ਮਿਲੇ, ਤੁਹਾਨੂੰ ਸਾਮਰਥ ਮਿਲੇ ਖੁਦਾ ਦੇ ਵਚਨਾਂ ਦੇ ਦੁਆਰਾ, ਤੁਹਾਨੂੰ ਤਾਕਤ ਮਿਲੇ, ਤੁਹਾਨੂੰ ਜ਼ੋਰ ਮਿਲੇ, ਤੁਹਾਨੂੰ ਹੌਸਲਾ ਮਿਲੇ। ਖੁਦਾ ਨੇ ਆਪਣੇ ਆਪ ਨੂੰ ਤਿਆਰ ਕਰਕੇ ਜਦੋਂ ਸੇਵਕਾਈ 'ਚ ਲੈ ਕੇ ਆਂਦਾ, ਸ਼ੈਤਾਨ ਦਾ ਪਹਿਲਾ ਹੀ ਸਾਹਮਣਾ ਹੋਇਆ ਉਹਦਾ। ਔਰ ਜੇ ਉੱਥੇ ਸ਼ੈਤਾਨ ਦੇ ਗੱਲਾਂ ਦੇ ਵਿੱਚ ਆ ਜਾਂਦੇ ਜਾਂ ਹਾਰ ਜਾਂਦੇ, ਉਹਨੇ ਫਿਰ ਅੱਗੇ ਤੋਂ ਅੱਗੇ ਤੰਗ ਕਰੀ ਜਾਣਾ ਸੀਗਾ। ਯਿਸੂ ਮਸੀਹ ਨੂੰ ਕੰਮ ਨਹੀਂ ਕਰਨ ਦੇਣਾ ਸੀਗਾ। ਔਰ ਇੰਨਾ ਕੁ ਜ਼ਿਆਦਾ ਤੰਗ ਕਰੀ ਜਾਣਾ ਸੀਗਾ ਕਿ ਸੇਵਾ ਕਰ ਹੀ ਨਹੀਂ ਹੋਣੀ ਸੀਗੀ ਯਿਸੂ ਮਸੀਹ ਕੋ। ਤੁਸੀਂ ਦੇਖੋ ਇੱਕੋ ਵਾਰ ਜਿੱਤ ਲਿਆ ਖੁਦਾ ਨੇ ਉਹਨੂੰ, ਇੱਕੋ ਵਾਰ ਪੈਰ ਦੀ ਤਲੀ ਥੱਲੇ ਮਿੱਧ ਦਿੱਤਾ ਉਹਨੂੰ। ਹਾਲੇਲੂਇਆ। ਔਰ ਇਸੇ ਰੀਤੀ ਦੇ ਨਾਲ ਤੁਹਾਡੇ ਨਾਲ ਵੀ ਹੋਏਗਾ। ਅਗਰ ਤੁਸੀਂ ਉਹਦੇ ਪੁੱਤਰ ਧੀਆਂ ਕਹਿਲਾਉਂਦੇ ਆ ਕਿ ਹਾਂ ਮੈਂ ਉਹਦਾ ਬੇਟਾ ਆ, ਹਾਂ ਮੈਂ ਉਹਦੀ ਬੇਟੀ ਆ, ਤੇ ਸਤਾਵ ਦੇ ਵਿੱਚੋਂ ਤੁਹਾਨੂੰ ਲੰਘਣਾ ਪੈਣਾ। ਸਤਾਵ ਤੁਹਾਡਾ ਹੋਣਾ ਹੀ ਆ। ਪਰੇਸ਼ਾਨੀਆਂ ਨੇ ਤੁਹਾਨੂੰ ਆਣ ਘੇਰਨਾ ਆ। ਜੇ ਨਸ਼ੇ ਤੋਂ ਖੁਦਾ ਨੇ ਤੁਹਾਨੂੰ ਆਜ਼ਾਦ ਕੀਤਾ ਆ ਤੇ ਨਸ਼ੇ ਨੇ ਫਿਰ ਤੁਹਾਡਾ ਸਤਾਵ ਕਰਨਾ ਹੀ ਕਰਨਾ ਆ। ਪਰੇਸ਼ਾਨੀਆਂ ਨੇ, ਫਿਰ ਕਰਜ਼ੇ ਨੇ, ਦੁੱਖ ਨੇ ਤੁਹਾਡਾ ਸਤਾਵ ਕਰਨਾ ਹੀ ਕਰਨਾ ਆ। ਉਸ ਬੁਰਾਈ ਨੇ ਜਿੱਤੋਂ ਖੁਦਾ ਨੇ ਤੁਹਾਨੂੰ ਆਜ਼ਾਦ ਕੀਤਾ ਆ, ਉਹਨੇ ਤੁਹਾਡਾ ਸਤਾਵ ਫਿਰ ਕਰਨਾ ਹੀ ਕਰਨਾ ਆ। ਔਰ ਪਰਮੇਸ਼ਵਰ ਤੁਹਾਨੂੰ ਬਲ ਦੇਗਾ ਉਹਦੇ ਵਿੱਚੋਂ ਲੰਘਣ ਦਾ। ਤੁਸੀਂ ਸਤਾਵ ਦਾ ਤਦ ਹੀ ਸਾਹਮਣਾ ਕਰ ਸਕਦੇ ਆ ਜੇ ਵਚਨ ਤੁਹਾਡੇ ਦਿਲ ਦੇ ਅੰਦਰ ਆ, ਜੇ ਸੱਚੀ ਸ਼ਾਂਤੀ ਤੁਹਾਡੇ ਅੰਦਰ ਆ, ਜੇ ਹੌਸਲਾ ਤੁਹਾਡੇ ਅੰਦਰ ਆ, ਜੇ ਤੁਹਾਨੂੰ ਇੰਨਾ ਸਮਝ ਆ ਗਈ। ਇੱਕ ਸਮਝਣ ਦੀ ਜ਼ਰੂਰਤ ਹੈ। ਜੇ ਤੁਹਾਨੂੰ ਇੰਨਾ ਸਮਝ ਆ ਗਿਆ ਕਿ ਮੈਂ ਚੁਣਿਆ ਹੋਇਆ ਆ, ਮੈਂ ਚੁਣੀ ਹੋਈ ਆ, ਮੈਂ ਇਸ ਜਗਤ ਦਾ ਹੈ ਨਹੀਂ ਆ, ਕਿ ਬਾਈਬਲ ਮੈਨੂੰ ਕਹਿੰਦਾ ਕਿ ਜੇ ਮੈਂ ਜਗਤ ਦਾ ਹੁੰਦਾ ਤੇ ਮੇਰੇ ਨਾਲ ਤ੍ਰੇਹ ਕਰਦਾ, ਮੇਰੇ ਨਾਲ ਪਿਆਰ ਕਰਦਾ, ਮੈਨੂੰ ਦੁਖੀ ਨਾ ਕਰਦਾ, ਮੈਨੂੰ ਪਰੇਸ਼ਾਨੀ ਨਾ ਦਿੰਦਾ। ਬਾਈਬਲ ਦੇਖੋ ਅੱਗੇ ਕੀ ਕਹਿੰਦਾ। ਕਹਿੰਦਾ ਜੇ ਜਗਤ ਤੁਹਾਡੇ ਨਾਲ ਵੈਰ ਕਰਦਾ ਤੇ ਤੁਸੀਂ ਜਾਣਦੇ ਆ ਜੋ ਉਹਨੇ ਤੁਹਾਤੋਂ ਪਹਿਲਾਂ ਮੇਰੇ ਨਾਲ ਵੈਰ ਕੀਤਾ। ਯਿਸੂ ਮਸੀਹ ਦੇ ਸ਼ਬਦ ਹੈ। ਕਹਿੰਦੇ ਜੇ ਤੁਸੀਂ ਜਗਤ ਦੇ ਹੁੰਦੇ ਤਾਂ ਜਗਤ ਆਪਣਿਆਂ ਨਾਲ ਤ੍ਰੇਹ ਕਰਦਾ, ਪਿਆਰ ਕਰਦਾ, ਪਰ ਇਸ ਕਰਕੇ ਜੋ ਤੁਸੀਂ ਜਗਤ ਦੇ ਨਹੀਂ ਆ, ਪਰ ਮੈਂ ਤੁਹਾਨੂੰ ਜਗਤ ਦੇ ਵਿੱਚੋਂ ਚੁਣ ਲਿਆ ਆ, ਇਸ ਕਰਕੇ ਜਗਤ ਤੁਹਾਡੇ ਨਾਲ ਵੈਰ ਕਰਦਾ ਆ।
ਹਾਲੇਲੂਇਆ। ਇਹ ਖੁਸ਼ੀ ਮਨਾਉਣ ਦੀ ਜ਼ਰੂਰਤ ਹੈ। ਯਿਸੂ ਮਸੀਹ ਕਹਿੰਦੇ ਮੈਂ ਤੁਹਾਨੂੰ ਜਗਤ ਚੋਂ ਚੁਣ ਲਿਆਇਆ, ਇਸ ਲਈ ਜਗਤ ਤੁਹਾਡੇ ਨਾਲ ਵੈਰ ਕਰਦਾ, ਕਿਉਂਕਿ ਤੁਹਾਡੇ ਤੋਂ ਪਹਿਲਾਂ ਉਹਨੇ ਮੇਰੇ ਨਾਲ ਵੈਰ ਕੀਤਾ ਹੈ। ਤੁਸੀਂ ਯਾਦ ਰੱਖੋ ਕਿ ਜੇ ਯਿਸੂ ਮਸੀਹ ਤੁਹਾਨੂੰ ਚੁਣਦੇ ਨਾ ਤੇ ਜਗਤ ਤੁਹਾਡੇ ਨਾਲ ਵੈਰ ਨਾ ਕਰਦਾ। ਨਸ਼ਾ ਤੁਹਾਨੂੰ ਫਿਰ ਨਾ ਸਤਾਉਂਦਾ, ਵਿਭਚਾਰ ਤੁਹਾਨੂੰ ਫਿਰ ਨਾ ਸਤਾਉਂਦਾ, ਗਲਤ ਸੋਚ ਤੁਹਾਨੂੰ ਫਿਰ ਨਾ ਸਤਾਉਂਦੀ, ਬੁਰੇ ਕੰਮ ਤੁਹਾਨੂੰ ਫਿਰ ਨਾ ਸਤਾਉਂਦੇ, ਅਗਰ ਤੁਸੀਂ ਚੁਣੇ ਨਾ ਹੁੰਦੇ। ਜੇ ਸਤਾ ਆ ਰਿਹਾ ਆ ਇਹਨਾਂ ਗੱਲਾਂ ਨੂੰ ਲੈ ਕੇ ਤੇ ਸਮਝੋ ਕਿ ਤੁਹਾਨੂੰ ਖੁਦਾ ਨੇ ਚੁਣਿਆ। ਖੁਸ਼ੀ ਮਨਾਉਣ ਦੀ ਜ਼ਰੂਰਤ ਆ। ਹਾਲੇਲੂਇਆ। ਆਨੰਦਿਤ ਹੋਣ ਦੀ ਜ਼ਰੂਰਤ ਆ ਕਿ ਖੁਦਾ ਨੇ ਤੁਹਾਨੂੰ ਚੁਣਿਆ ਆ, ਤਾਂ ਇਹ ਸਤਾਵ ਤੁਹਾਡੀ ਜ਼ਿੰਦਗੀ ਦੇ ਉੱਪਰ ਆਇਆ ਆ। ਹਾਲੇਲੂਇਆ। ਚਾਹੇ ਯਾਰ ਦੋਸਤ ਛੱਡ ਜਾਣ, ਮਿੱਤਰ ਛੱਡ ਜਾਣ, ਕੋਈ ਦਿੱਕਤ ਨਹੀਂ ਆ, ਕੋਈ ਸਮੱਸਿਆ ਨਹੀਂ ਆ। ਬਸ ਖੁਸ਼ੀ ਤੁਹਾਡੇ ਦਿਲ ਦੇ ਵਿੱਚ ਇਹ ਹੋਣੀ ਚਾਹੀਦੀ ਆ ਕਿ ਮੈਨੂੰ ਖੁਦਾ ਨੇ ਚੁਣ ਲਿਆ ਆ, ਜਗਤ ਚੋਂ ਅਲੱਗ ਕਰ ਲਿਆ ਆ। ਕਿਉਂਕਿ ਜੇ ਖੁਦਾ ਅਲੱਗ ਨਾ ਕਰਦਾ ਤੇ ਸਤਾਵ ਨਾ ਆਂਦਾ, ਪਰੇਸ਼ਾਨੀਆਂ ਨਾ ਆਂਦੀਆਂ, ਤਾਨੇ ਨਾ ਸੁਣਨ ਨੂੰ ਮਿਲਦੇ, ਗੱਲਾਂ ਨਾ ਸੁਣਨ ਨੂੰ ਮਿਲਦੀਆਂ। ਹਾਲੇਲੂਇਆ। ਜੇ ਇਹ ਹੋਇਆ ਆ ਇਸ ਰੀਤੀ ਦੇ ਨਾਲ ਤੇ ਸਮਝਣ ਦੀ ਜ਼ਰੂਰਤ ਆ, ਖੁਸ਼ੀ ਦੇ ਨਾਲ ਇਸ ਗੱਲ ਨੂੰ ਮੰਨਣ ਦੀ ਜ਼ਰੂਰਤ ਆ ਕਿ ਮੈਨੂੰ ਪਰਮੇਸ਼ਵਰ ਨੇ ਚੁਣ ਲਿਆ ਆ। ਆਮੀਨ। ਹਾਲੇਲੂਇਆ। ਤੇ ਫਿਰ ਸਤਾਵ ਆਉਗੇ ਤੇ ਖੁਦਾ ਦੀ ਜ਼ਿੰਮੇਵਾਰੀ ਬਣਦੀ ਆ ਕਿ ਉਹ ਤੁਹਾਨੂੰ ਬਲ ਦੇਵੇ ਉਸ ਸਤਾਵ ਚੋਂ ਲੰਘਣ ਦਾ। ਤੁਸੀਂ ਦੇਖਿਆ ਹੋਵੇਗਾ, ਅਗਰ ਬਾਈਬਲ ਪੜ੍ਹਦੇ ਆ ਤਾਂ ਯਿਸੂ ਮਸੀਹ ਇਕਾਂਤ ਚ ਜਾਂਦੇ ਸੀ ਦੁਆ ਕਰਨ ਦੇ ਲਈ, ਪਹਾੜ ਤੇ ਜਾਂਦੇ ਸੀ ਦੁਆ ਕਰਨ ਦੇ ਲਈ। ਕਾਹਦੇ ਲਈ? ਖੁਦਾ ਤੋਂ ਬਲ ਪ੍ਰਾਪਤ ਕਰਨ ਦੇ ਲਈ, ਜ਼ੋਰ ਪ੍ਰਾਪਤ ਕਰਨ ਦੇ ਲਈ। ਕਹਿੰਦੇ ਕਿਉਂ ਕਿਹਾ ਯਿਸੂ ਮਸੀਹ ਨੇ? ਕਹਿੰਦੇ ਮੈਂ ਉਤਾਹਾਂ ਦਾ ਆ ਤੇ ਮੈਂ ਉਤਾਹਾਂ ਦੀਆਂ ਗੱਲਾਂ ਤੇ ਮਨ ਲਗਾਉਣਾ ਆ। ਔਰ ਉਤਾਹਾਂ ਦੀਆਂ ਗੱਲਾਂ ਦੇ ਉੱਪਰ ਮਨ ਲਗਾਉਣ ਦੇ ਲਈ ਸਾਨੂੰ ਧਰਤੀ ਤੇ ਰਹਿੰਦਿਆਂ, ਜਗਤ 'ਚ ਰਹਿੰਦਿਆਂ ਦੁਆ ਦੇ ਦੁਆਰਾ ਅਸੀਂ ਬਲ ਪ੍ਰਾਪਤ ਕਰ ਸਕਦੇ ਹਾਂ ਖੁਦਾ ਦੇ ਕੋਲੋਂ। ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਕੋਲੋਂ ਗਲਤ ਕੰਮ ਨਹੀਂ ਛੱਡ ਹੁੰਦੇ, ਤੁਸੀਂ ਛੱਡਣਾ ਚਾਹੁੰਦੇ, ਤੁਹਾਨੂੰ ਪਤਾ ਵੀ ਇਹ ਪਾਪ ਆ, ਪਰ ਫਿਰ ਵੀ ਤੁਸੀਂ ਕਰਦੇ ਆ। ਬੁਰਾ ਦੇਖਣਾ, ਬੁਰੀਆਂ ਗੰਦੀਆਂ ਫਿਲਮਾਂ ਦੇਖਣਾ ਤੁਸੀਂ ਛੱਡਣਾ ਚਾਹੁੰਦੇ ਆ, ਪਰ ਛੱਡ ਨਹੀਂ ਹੁੰਦੀਆਂ ਆ। ਛੱਡਣ ਦੀ ਬਹੁਤ ਕੋਸ਼ਿਸ਼ ਕਰਦੇ ਆ ਪਰ ਛੱਡ ਨਹੀਂ ਹੁੰਦੀਆਂ। ਕਿਉਂ? ਉਹਦਾ ਕਾਰਨ ਕੀ ਆ? ਉਹ ਇਹ ਜਗਤ ਦੇ ਕੰਮ ਆ, ਤੁਹਾਨੂੰ ਪਤਾ ਹੀ ਨਹੀਂ ਆ ਕਿ ਇਹ ਛੱਡ ਕਿੱਦਾਂ ਹੋਣੇ ਆ। ਤੁਸੀਂ ਆਪਣੀ ਪ੍ਰੇਅਰ ਦੇ ਵਿੱਚ ਇਸ ਮੈਟਰ ਨੂੰ ਰੱਖਣਾ ਹੈ, ਖੁਦਾ ਦੇ ਕੋਲੋਂ ਬਲ ਮੰਗਣਾ ਹੈ ਕਿ ਪਰਮੇਸ਼ਵਰ ਤੂੰ ਮੈਨੂੰ ਬਲ ਦੇ ਕਿ ਮੈਂ ਤੋਂ ਆਜ਼ਾਦ ਹੋ ਸਕਾਂ। ਕਿਉਂ ਤੂੰ ਮੈਨੂੰ ਬਲ ਦੇਣਾ? ਕਿਉਂਕਿ ਮੈਂ ਚੁਣਿਆ ਹੋਇਆ ਆ, ਮੈਂ ਚੁਣੀ ਹੋਈ ਆ। ਖੁਦਾ ਤੂੰ ਮੈਨੂੰ ਚੁਣਿਆ ਹੋਇਆ ਆ, ਖੁਦਾ ਤੂੰ ਮੈਨੂੰ ਚੁਣਿਆ ਹੋਇਆ ਆ, ਇਸ ਲਈ ਤੂੰ ਮੈਨੂੰ ਬਲ ਦੇ ਤਾਂ ਜੋ ਮੈਂ ਇਸ ਜਗਤ ਦੇ ਕੰਮ ਦੇ ਉੱਪਰ ਫਤਿਹ ਪਾ ਸਕਾਂ, ਮੈਂ ਇਸ ਜਗਤ ਦੇ ਕੰਮ ਤੋਂ ਛੁਟਕਾਰਾ ਪਾ ਸਕਾਂ, ਆਜ਼ਾਦ ਹੋ ਸਕਾਂ, ਤੇਰਾ ਇੱਕ ਅੱਛਾ ਬੇਟਾ ਬਣ ਸਕਾਂ, ਤੇਰੀ ਇੱਕ ਅੱਛੀ ਬੇਟੀ ਬਣ ਸਕਾਂ। ਇਹ ਪ੍ਰਾਰਥਨਾ ਦੇ ਦੁਆਰਾ ਸੰਭਵ ਆ। ਅਦਰਵਾਈਜ਼ ਅਗਰ ਤੁਸੀਂ ਜਿੰਨਿਆਂ ਨੂੰ ਮਰਜ਼ੀ ਕਹੀ ਚਲੋ ਮੇਰੇ ਲਈ ਦੁਆ ਕਰਦੇ, ਮੇਰੇ ਲਈ ਦੁਆ ਕਰ ਦਿਓ, ਮੈਂ ਇਸ ਪ੍ਰੋਬਲਮ ਦੇ ਵਿੱਚ ਆ ਜਾਂ ਮੈਂ ਇਸ ਦੁੱਖ ਦੇ ਵਿੱਚ ਆ, ਇਸ ਪਰੇਸ਼ਾਨੀ ਦੇ ਵਿੱਚ ਆ, ਤੁਸੀਂ ਛੁਟਕਾਰਾ ਨਹੀਂ ਪਾ ਸਕਦੇ ਨਹੀਂ ਜਲਦੀ, ਜਦ ਤੱਕ ਤੁਸੀਂ ਖੁਦ ਘੁਟਨੇ ਟੇਕ ਕੇ ਦੁਆ ਨਹੀਂ ਮੰਗਦੇ। ਸਾਮਰਥ ਤੁਹਾਡੇ ਦੁਆ ਕਰਨ ਦੇ ਨਾਲ ਹੀ ਤੁਹਾਡੇ ਉੱਪਰ ਉਤਰਨਾ ਹੈ ਔਰ ਉਹ ਸਦਾ ਤੱਕ ਠਹਿਰਿਆ ਰਹਿਣਾ ਤੁਹਾਡੇ ਉੱਪਰ। ਜਦੋਂ ਤੁਸੀਂ ਪ੍ਰਾਰਥਨਾ ਦੀ ਰੂਟੀਨ ਬਣਾ ਲੈਣੀ ਆਪਣੇ ਜੀਵਨ ਦੇ ਅੰਦਰ, ਖੁਦਾ ਦੇ ਨਾਲ ਸਮੇਂ ਬਿਤਾਣਾ, ਘੁਟਨੇ ਟੇਕ ਕੇ ਜਦੋਂ ਤੁਸੀਂ ਦੁਆ ਕਰਨੀ, ਮਤਲਬ ਤੁਸੀਂ ਉਤਾਹਾਂ ਦੀਆਂ ਗੱਲਾਂ ਦੇ ਉੱਪਰ ਮਨ ਲਗਾ ਰਹੇ ਆ, ਕਿਉਂਕਿ ਦੁਆ ਤੁਹਾਡੀ ਉਤਾਹਾਂ ਪਹੁੰਚਦੀ ਪਈ ਆ। ਹਾਲੇਲੂਇਆ। ਔਰ ਉਤਾਹਾਂ ਜਦੋਂ ਪਹੁੰਚਦੀ ਆ ਤੇ ਉਹ ਫਿਰ ਸਾਮਰਥ ਨੂੰ ਲੈ ਕੇ ਆਏਗੀ, ਉਹ ਫਿਰ ਅਭਿਸ਼ੇਕ ਨੂੰ ਲੈ ਕੇ ਆਏਗੀ। ਔਰ ਫਿਰ ਅਭਿਸ਼ੇਕ ਜਿਹੜਾ ਉਹ ਜੂਏ ਭੰਨਦਾ ਆ, ਜੂਏ ਤੋੜਦਾ ਆ। ਹਾਲੇਲੂਇਆ। ਉਹ ਫਿਰ ਜੂਇਆਂ ਤੋਂ ਤੁਹਾਨੂੰ ਆਜ਼ਾਦ ਕਰਦਾ, ਚਾਹੇ ਜਿੰਨਾ ਵੀ ਭਾਰਾ ਜੂਆ ਕਿਉਂ ਨਾ ਹੋਵੇ, ਜਿੰਨਾ ਵੀ ਭਾਰਾ ਬੰਧਨ ਕਿਉਂ ਨਾ ਹੋਵੇ, ਤੁਹਾਡਾ ਬੰਧਨ ਉਹ ਤੋੜੇਗਾ ਔਰ ਤੁਹਾਨੂੰ ਆਜ਼ਾਦ ਕਰੇਗਾ ਜਦੋਂ ਤੁਸੀਂ ਆਰਾਧਨਾ ਕਰਦੇ ਆ, ਜਦੋਂ ਤੁਸੀਂ ਪ੍ਰਾਰਥਨਾ ਕਰਦੇ ਆ। ਹਾਲੇਲੂਇਆ। ਮੈਂ ਚਾਹੁੰਦਾ ਤੁਸੀਂ ਸਮਝੋ ਇਸ ਗੱਲ ਨੂੰ ਕਿ ਤੁਸੀਂ ਤੇ ਮੈਂ ਚੁਣੇ ਹੋਏ ਆ। ਤਾਂ ਜੇ ਅੱਜ ਵੀ ਮਤਲਬ ਤੁਸੀਂ ਜੇ ਚਰਚ ਵੀ ਆ ਰਹੇ ਆ ਔਰ ਪਾਪ ਵੀ ਤੁਹਾਡੇ ਮੇਰੇ ਜੀਵਨ ਦੇ ਵਿੱਚ ਅਗਰ ਪਾਇਆ ਜਾਂਦਾ ਹੈ, ਕਿਸੇ ਦੇ ਜੀਵਨ 'ਚੋਂ ਪਾਇਆ ਜਾਂਦਾ, ਤੇ ਸਮਝ ਲੈਣਾ ਕਿ ਤੁਹਾਨੂੰ ਉਥੋਂ ਆਜ਼ਾਦ ਹੋਣ ਦੀ ਜ਼ਰੂਰਤ ਆ। ਮਤਲਬ ਉਹ ਆਪਣੇ ਮਨ 'ਚ ਇਹ ਵਹਿਮ ਨਾ ਪਾ ਕੇ ਬੈਠਾ ਹੋਵੇ ਜਾਂ ਬੈਠੀ ਹੋਵੇ ਕਿ ਮੈਂ ਚਰਚ ਜਾ ਰਿਹਾ ਜਾਂ ਜਾ ਰਹੀ ਹਾਂ, ਠੀਕ ਹੈ, ਮੈਂ ਚੁਣਿਆ ਹੋਇਆ ਆ, ਮੈਨੂੰ ਸਵਰਗ ਦੇ ਵਿੱਚ ਪੱਕੀ ਥਾਂ ਮਿਲ ਜਾਏਗੀ। ਨਹੀਂ, ਤੁਹਾਨੂੰ ਸਟਰਗਲ ਵੀ ਕਰਨਾ ਪਏਗਾ। ਇੰਨੀ ਜਲਦੀ ਮੁਕਾਮ ਹਾਸਲ ਨਹੀਂ ਹੁੰਦੇ, ਮੁਕਟ ਇੰਨੀ ਜਲਦੀ ਹਾਸਲ ਨਹੀਂ ਹੁੰਦਾ। ਬਾਈਬਲ ਕਹਿੰਦਾ ਜਿਹੜਾ ਜਿੱਤੂਗਾ ਉਹਨੂੰ ਮੁਕਟ ਮਿਲੇਗਾ, ਹਰ ਕਿਸੇ ਨੂੰ ਨਹੀਂ। ਪੌਲ ਕਹਿੰਦਾ ਦੌੜ 'ਚ ਸਾਰੇ ਦੌੜਦੇ ਆ ਪਰ ਜਿੱਤਦਾ ਇੱਕ ਆ, ਉਹ ਇੱਕ ਹੀ ਬਣਨਾ ਤੁਸੀਂ ਤੇ ਮੈਂ, ਯਿਸੂ ਮਸੀਹ ਦੇ ਨਾਮ 'ਚ ਬੋਲੋ ਆਮੀਨ। ਹਾਲੇਲੂਇਆ। ਔਰ ਮੁਕਟ ਲੈਣਾ ਆ ਖੁਦਾ ਦੇ ਕੋਲੋਂ, ਮੁਕਟ ਹਾਸਲ ਕਰਨਾ ਆ ਖੁਦਾ ਦੇ ਕੋਲੋਂ, ਚੁਣੇ ਹੋਏ ਬਣ ਕੇ, ਸੱਦੇ ਹੋਏ ਨਹੀਂ। ਸੱਦੇ ਹੋਏ ਨੇ ਰਹਿ ਜਾਣਾ ਇੱਥੇ,
ਉਹ ਲੋਕ ਸੱਦੇ ਹੋਏ ਆ ਜਿਨ੍ਹਾਂ ਦਾ ਮਿਕਸ ਜੀਵਨ ਆ, ਜਿਹੜੇ ਚਰਚ ਵੀ ਆਉਂਦੇ ਔਰ ਪਾਪ ਵੀ ਕਰਦੇ, ਚਰਚ ਵੀ ਆਉਂਦੇ ਦਾਰੂ ਵੀ ਪੀਂਦੇ, ਚਰਚ ਵੀ ਆਉਂਦੇ ਗਲਤ ਕੰਮ ਵੀ ਕਰਦੇ ਆ, ਚਰਚ ਵੀ ਆਉਂਦੇ ਝੂਠ ਵੀ ਬੋਲਦੇ ਆ, ਚਰਚ ਵੀ ਆਉਂਦੇ ਬੀੜੀਆਂ ਵੀ ਪੀਂਦੇ ਆ। ਉਹ ਲੋਕ ਸੱਦੇ ਹੋਏ ਆ। ਚੁਣੇ ਹੋਏ ਜਿਹੜੇ ਲੋਕ ਆ ਉਹ ਖੁਦਾ ਦੇ ਲਈ ਸਭ ਛੱਡ ਦਿੰਦੇ ਆ। ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਮੇਰੇ ਯਿਸੂ ਨੇ ਮੇਰੇ ਲਈ ਜਾਨ ਦਿੱਤੀ, ਮੇਰੇ ਯਿਸੂ ਨੇ ਮੈਨੂੰ ਆਜ਼ਾਦ ਕੀਤਾ ਹੈ, ਮੈਨੂੰ ਆਪਣਾ ਬੇਟਾ ਔਰ ਬੇਟੀ ਬਣਾਉਣ ਦੇ ਲਈ ਇੰਨਾ ਦੁੱਖ ਸਹਿਆ, ਉਹਨੇ ਆਪਣੀ ਜਾਨ ਤੱਕ ਦਾ ਵੀ ਸਰਫਾ ਨਹੀਂ ਕੀਤਾ। ਹਾਲੇਲੂਇਆ। ਯਿਸੂ ਮਸੀਹ ਕਹਿੰਦੇ ਸੱਚਾ ਮਿੱਤਰ ਆਪਣੇ ਮਿੱਤਰ ਦੇ ਲਈ ਜਾਨ ਦੇ ਦਿੰਦਾ, ਉਹਨੇ ਯਾਰੀ ਨਿਭਾਈ ਆ ਤੁਹਾਡੇ ਮੇਰੇ ਨਾਲ। ਔਰ ਜਦੋਂ ਇਹ ਤੁਹਾਨੂੰ ਸਮਝ ਆ ਜਾਵੇ ਤੇ ਪਾਪ ਛੱਡਣਾ ਕੋਈ ਵੱਡੀ ਗੱਲ ਨਹੀਂ ਹੈ। ਗੱਲ ਪਿਆਰ ਦੀ ਆ। ਜਦੋਂ ਪਿਆਰ ਯਿਸੂ ਨਾਲ ਪੈ ਗਿਆ ਫਿਰ ਸੰਸਾਰ ਦੀਆਂ ਵਸਤੂਆਂ ਦੇ ਨਾਲ ਆਪਣੇ ਆਪ ਨਫ਼ਰਤ ਹੋਣੀ ਸ਼ੁਰੂ ਹੋ ਜਾਣੀ ਹੈ ਤੁਹਾਨੂੰ, ਕਿਉਂਕਿ ਜਦੋਂ ਪਿਆਰ ਯਿਸੂ ਨਾਲ ਪੈ ਗਿਆ ਤੇ ਆਪਣੇ ਆਪ ਉਤਾਹਾਂ ਦੀਆਂ ਗੱਲਾਂ ਦੇ ਉੱਪਰ ਮਨ ਲੱਗ ਜਾਣਾ ਹੈ। ਹਾਲੇਲੂਇਆ। ਕਹਿੰਦੇ ਯਿਸੂ ਮਸੀਹ ਨੇ ਕੀ ਕਿਹਾ? ਕਹਿੰਦੇ ਜੇ ਤੁਸੀਂ ਜਗਤ ਦੇ ਹੁੰਦੇ ਤਾਂ ਜਗਤ ਆਪਣਿਆਂ ਨਾਲ ਪਿਆਰ ਕਰਦਾ, ਆਪਣਿਆਂ ਨਾਲ ਪਿਆਰ ਕਰਦਾ। ਔਰ ਲਿਖਿਆ ਆ, ਕਹਿੰਦਾ ਇਸ ਕਰਕੇ ਜੋ ਤੁਸੀਂ ਜਗਤ ਦੇ ਨਹੀਂ ਹੋ ਪਰ ਮੈਂ ਤੁਹਾਨੂੰ ਜਗਤ ਵਿੱਚੋਂ ਚੁਣ ਲਿਆ ਆ, ਇਸ ਕਰਕੇ ਜਗਤ ਤੁਹਾਡੇ ਨਾਲ ਵੈਰ ਕਰਦਾ ਹੈ। ਫਰੀਸੀ ਤੇ ਗ੍ਰੰਥੀ ਲੋਕ ਕਿਉਂ ਯਿਸੂ ਮਸੀਹ ਨਾਲ ਵੈਰ ਕਰਦੇ ਸੀ? ਕਿਉਂ ਉਹਦਾ ਵਿਰੋਧ ਕਰਦੇ ਸੀਗੇ? ਕਿਉਂਕਿ ਗ੍ਰੰਥੀ ਤੇ ਫਰੀਸੀ ਜਿਹੜੇ ਉਸ ਸਮੇਂ ਸੀਗੇ ਉਹ ਮਿਕਸ ਜੀਵਨ ਜੀਂਦੇ ਪਏ ਸੀਗੇ, ਉਹ ਦਿਖਾਵੇ ਦਾ ਜੀਵਨ ਜੀਂਦੇ ਪਏ ਸੀਗੇ। ਚੌਂਕਾਂ 'ਚ ਖੜੇ ਹੋ ਕੇ ਦੁਆਵਾਂ ਕਰਨੀਆਂ, ਲੋਕਾਂ ਤੋਂ ਵਾਹ ਲੈਣੀ ਕਿ ਉਹਨਾਂ ਨੂੰ ਪਤਾ ਲੱਗੇ ਕਿ ਇਹ ਧਾਰਮਿਕ ਲੋਕ ਆ, ਧਰਮੀ ਲੋਕ ਆ, ਪਰ ਅੰਦਰੋਂ ਧਰਮੀ ਨਹੀਂ ਸੀਗੇ। ਉਹ ਸਿਰਫ ਦਿਖਾਵੇ ਦੇ ਚਿੱਟੇ ਕੱਪੜੇ ਪਹਿਨਦੇ ਸੀਗੇ ਵੀ ਪਵਿੱਤਰਤਾ ਹੀ ਨਜ਼ਰ ਆਵੇ, ਪਰ ਅੰਦਰੋਂ ਉਹ ਪਵਿੱਤਰ ਨਹੀਂ ਸੀਗੇ। ਔਰ ਯਿਸੂ ਮਸੀਹ ਨੇ ਜਦੋਂ ਆ ਕੇ ਇਸ ਗੱਲ ਨੂੰ ਸਾਬਿਤ ਕੀਤਾ ਕਿ ਪਵਿੱਤਰਤਾ ਹੀ ਹੁੰਦੀ ਕੀ ਆ, ਇਮਾਨਦਾਰੀ ਹੁੰਦੀ ਕੀ ਆ, ਚੁਣਿਆ ਹੋਇਆ ਵੰਸ਼ ਹੁੰਦਾ ਕੀ ਆ, ਖੁਦਾ ਦਾ ਬੇਟਾ ਹੁੰਦਾ ਕੀ ਆ, ਉਹਦੇ ਕੰਮ ਕੀ ਆ, ਉਹ ਕਰਦਾ ਕਿੱਦਾਂ ਕੰਮ ਆ, ਤੇ ਫਿਰ ਆਪਸ ਦੇ ਵਿੱਚ ਫਿਰ ਤਾਂ ਵਿਰੋਧ ਕਰਨ ਲੱਗੇ ਯਿਸੂ ਮਸੀਹ ਨਾਲ। ਹਾਲੇਲੂਇਆ। ਕਿਉਂ? ਕਿਉਂਕਿ ਯਿਸੂ ਮਸੀਹ ਜਗਤ ਦੇ ਨਹੀਂ ਸੀ। ਜੇ ਕਹਿੰਦੇ ਜੇ ਜਗਤ ਦੇ ਹੁੰਦੇ ਤਾਂ ਫਿਰ ਗ੍ਰੰਥੀ ਫਰੀਸੀ ਲੋਕ ਯਿਸੂ ਮਸੀਹ ਨਾਲ ਪਿਆਰ ਕਰਦੇ, ਉਹਨੂੰ ਆਪਣੀ ਸੰਗਤ 'ਚ ਰਲਾਉਂਦੇ। ਹਾਲੇਲੂਇਆ। ਯਹੂਦਾ ਇਸਕਰੋਤੀ ਕਿੱਦਾਂ ਉਹਨਾਂ ਦੇ ਨਾਲ ਤਾਲਮੇਲ ਬਣ ਗਿਆ ਯਹੂਦਾ ਇਸਕਰੋਤੀ ਦਾ ਗ੍ਰੰਥੀ ਫਰੀਸੀਆਂ ਦੇ ਨਾਲ? ਕਿਉਂਕਿ ਉਹ ਜਗਤ 'ਚ ਰਲ ਗਿਆ। ਯਿਸੂ ਮਸੀਹ ਨੇ ਉਹਨੂੰ ਆਜ਼ਾਦ ਕੀਤਾ, ਉਹਨੂੰ ਚੁਣਿਆ, ਉਹਨੂੰ ਆਵਾਜ਼ ਦਿੱਤੀ, ਉਹਨੂੰ ਬਣਾਇਆ ਆਪਣੇ ਲਈ, ਚੁਣਿਆ ਉਹਨੂੰ। ਬਟ ਉਹ ਚੁਣਿਆ ਹੋਇਆ ਵੀ ਕਾਹਦਾ ਚੁਣਿਆ ਹੋਇਆ? ਦੇਖੋ, ਜਦੋਂ ਜਗਤ ਦੇ ਵਿੱਚੋਂ ਆਪਣੇ ਆਪ ਨੂੰ ਅਲੱਗ ਕਰਨ ਦੀ ਕੋਸ਼ਿਸ਼ ਕਰਦੇ ਆ ਫਿਰ ਆਪਾਂ ਉਹਦੇ ਵਿੱਚ ਹੀ ਜਾਵਾਂਗੇ, ਉਹਨਾਂ ਹੀ ਕੰਮਾਂ 'ਚ ਜਾਵਾਂਗੇ, ਉਹਨਾਂ ਹੀ ਗੱਲਾਂ ਦੇ ਵਿੱਚ ਜਾਵਾਂਗੇ, ਉਹਨਾਂ ਹੀ ਅਭਿਲਾਸ਼ਾਵਾਂ ਦੇ ਵਿੱਚ ਫਸਾਂਗੇ ਜਿੱਥੋਂ ਖੁਦਾ ਨੇ ਸਾਨੂੰ ਆਜ਼ਾਦ ਕੀਤਾ ਆ। ਤੇ ਫਿਰ ਤੁਸੀਂ ਆਜ਼ਾਦ ਨਹੀਂ ਹੋ ਸਕਦੇ। ਜਗਤ ਕਹਿੰਦੇ ਤੁਹਾਡੇ ਨਾਲ ਤ੍ਰਹਿ ਕਰਦਾ ਜੇ ਤੁਸੀਂ ਜਗਤ ਦੇ ਹੁੰਦੇ। ਯਹੂਦਾ ਇਸਕਰੋਤੀ ਜਗਤ ਦਾ ਬਣਿਆ, ਇਸ ਲਈ ਫਿਰ ਗ੍ਰੰਥੀ ਫਰੀਸੀ ਉਹਦੇ ਨਾਲ ਪਿਆਰ ਕਰਨ ਲੱਗੇ, ਤਾਲਮੇਲ ਕਰਨ ਲੱਗੇ, ਔਰ ਉਹਦਾ ਤਾਲਮੇਲ ਵੀ ਉਹਨਾਂ ਦੇ ਨਾਲ ਬਣ ਗਿਆ ਪੈਸੇ ਦੇ ਲਾਲਚ ਨੂੰ ਲੈ ਕੇ। ਹਾਲੇਲੂਇਆ। ਯਿਸੂ ਮਸੀਹ ਦਾ ਤਾਲਮੇਲ ਕਿਉਂ ਨਹੀਂ ਬਣਿਆ? ਕਿਉਂਕਿ ਯਿਸੂ ਮਸੀਹ ਉਹਨਾਂ ਦੇ ਅਗੇਂਸਟ ਸੀਗੇ। ਕਿਸ ਗੱਲ ਨੂੰ ਲੈ ਕੇ? ਪਵਿੱਤਰਤਾ ਨੂੰ ਲੈ ਕੇ, ਵਚਨਾਂ ਨੂੰ ਮੰਨਣ ਨੂੰ ਲੈ ਕੇ, ਖੁਦਾ ਦੇ ਵਚਨ ਨੂੰ ਪੂਰਾ ਕਰਨ ਨੂੰ ਲੈ ਕੇ। ਉਹ ਲੋਕ, ਉਹਨਾਂ ਦਾ ਜੀਵਨ ਕੁਝ ਹੋਰ ਸੀਗਾ ਤੇ ਦਿਖਾਵਾ ਕੁਝ ਹੋਰ ਸੀਗਾ। ਯਿਸੂ ਮਸੀਹ ਦਾ ਜੋ ਦਿਖਾਵਾ ਸੀਗਾ ਉਹੀ ਜੀਵਨ ਸੀਗਾ। ਔਰ ਤੁਹਾਡਾ ਹੀ ਜੀਵਨ ਇਸ ਤਰ੍ਹਾਂ ਦਾ ਹੀ ਹੋਣਾ ਚਾਹੀਦਾ ਆ, ਜੋ ਦਿਖਦਾ ਆ ਉਹੀ ਅੰਦਰ ਹੋਣਾ ਚਾਹੀਦਾ ਆ। ਬੋਲੋ ਆਮੀਨ। ਹਾਲੇਲੂਇਆ। ਫਿਰ ਤੁਸੀਂ ਕਹਿ ਸਕਦੇ ਆ ਕਿ ਮੈਂ ਚੁਣਿਆ ਹੋਇਆ ਆ, ਮੈਂ ਚੁਣੀ ਹੋਈ ਆ। ਹਾਲੇਲੂਇਆ। ਮੈਂ ਪਹਿਲਾਂ ਵੀ ਦੱਸਿਆ ਔਰ ਹੁਣ ਵੀ ਦੱਸਦਾ ਔਰ ਬਾਈਬਲ ਚੋਂ ਵੀ ਸਾਬਿਤ ਕਰੂੰਗਾ ਤੁਹਾਨੂੰ ਕਿ ਜਿਹੜਾ ਚੁਣਿਆ ਹੋਇਆ ਆ ਉਹ ਸਭ ਕੁਝ ਛੱਡ ਦਿੰਦਾ ਖੁਦਾ ਦੇ ਲਈ, ਦੁਆਰਾ ਤੋਂ ਅਪਣਾਉਂਦਾ ਨਹੀਂ। ਜਦੋਂ ਉਹਨੂੰ ਪਤਾ ਲੱਗਦਾ ਕਿ ਇਹ ਚੀਜ਼ ਖੁਦਾ ਤੋਂ ਮੈਨੂੰ ਦੂਰ ਕਰਦੀ ਆ। ਪੌਲੁਸ ਨੇ ਕਿਉਂ ਕਿਹਾ? ਕਹਿੰਦਾ ਮੈਨੂੰ ਕਿਹੜੀ ਚੀਜ਼ ਆ ਜਗਤ ਦੀ ਜਿਹੜੇ ਮੈਨੂੰ ਤੇਰੇ ਪਿਆਰ ਤੋਂ ਅੱਡ ਕਰ ਸਕਦੀ ਆ। ਉਹ ਸਮਝ ਗਿਆ ਸੀਗਾ। ਹਾਲੇਲੂਇਆ। ਉਹ ਖੁਦਾ ਦੇ ਪਿਆਰ ਨੂੰ ਸਮਝ ਗਿਆ, ਖੁਦਾ ਦੇ ਪਲਾਨ ਨੂੰ ਸਮਝ ਗਿਆ, ਔਰ ਚੁਣਾਹਟ ਨੂੰ, ਬੁਲਾਹਟ ਨੂੰ ਸਮਝ ਗਿਆ ਸੀਗਾ। ਜੇ ਤੁਸੀਂ ਅੱਜ ਵੀ ਉਹੀ ਸੰਸਾਰ ਦੇ ਵਿਹਾਰਾਂ ਦੇ ਵਿੱਚ ਫਸੇ ਪਏ ਆ, ਪਾਪ 'ਚ ਫਸੇ ਪਏ ਆ, ਬੁਰਾਈ 'ਚ, ਨਸ਼ੇ 'ਚ, ਗਾਲਾਂ ਕੱਢਣ 'ਚ, ਬੁਰਾ ਦੇਖਣ, ਸੁਣਨ, ਬੋਲਣ ਦੇ ਵਿੱਚ ਫਸੇ ਪਏ ਆ, ਤੇ ਤੁਸੀਂ ਕਦੋਂ ਚੁਣੇ ਹੋਏ ਬਣੋਗੇ? ਔਰ ਕਦੋਂ ਤੁਸੀਂ ਉਤਾਹਾਂ ਦੀਆਂ ਗੱਲਾਂ ਤੇ ਮਨ ਲਗਾਓਗੇ? ਔਰ ਕਦੋਂ ਤੁਸੀਂ ਤਿਆਰ ਹੋਵੋਗੇ? ਇਹ ਕਮਜ਼ੋਰ ਲੋਕਾਂ ਦੀਆਂ ਨਿਸ਼ਾਨੀਆਂ ਆ ਜਿਹੜੇ ਬਾਰ-ਬਾਰ ਪਾਪ 'ਚ ਫਸਦੇ ਆ, ਬਾਰ-ਬਾਰ ਨਸ਼ੇ 'ਚ ਫਸਦੇ ਆ, ਬਾਰ-ਬਾਰ ਕਰਜ਼ੇ ਦੇ ਥੱਲੇ ਆਉਂਦੇ ਆ, ਬਾਰ-ਬਾਰ ਗਲਤ ਕੰਮਾਂ 'ਚ ਜਾਂਦੇ ਆ। ਇਹ ਕਮਜ਼ੋਰ ਲੋਕਾਂ ਦੀਆਂ ਨਿਸ਼ਾਨੀਆਂ ਆ, ਇਹ ਸੱਦੇ ਹੋਏ ਲੋਕਾਂ ਦੀਆਂ ਨਿਸ਼ਾਨੀਆਂ ਆ। ਕਿਉਂਕਿ ਚੁਣਿਆ ਹੋਇਆ ਬੰਦਾ ਫਿਰ ਇੱਕੋ ਵਾਰੀ ਸਭ ਕੁਝ ਛੱਡ ਦਿੰਦਾ ਆ, ਉਹ ਫਿਰ ਚੁਣੇ ਹੋਇਆਂ ਦੇ ਵਾਂਗ ਕੰਮ ਕਰਦਾ। ਹਾਲੇਲੂਇਆ। ਯਿਸੂ ਮਸੀਹ ਕਹਿੰਦੇ ਮੈਂ ਤੁਹਾਨੂੰ ਜਗਤ ਚੋਂ ਚੁਣ ਲਿਆ ਆ, ਤੁਹਾਨੂੰ ਅਲੱਗ ਕਰ ਲਿਆ ਆ। ਰਹਿਣਾ ਤੁਸੀਂ ਜਗਤ 'ਚ ਹੀ ਆ, ਕੰਮ ਤੁਸੀਂ ਜਗਤ 'ਚ ਹੀ ਕਰਨਾ ਹੈ,
ਪਰ ਤੁਸੀਂ ਯਾਦ ਰੱਖਣਾ ਕਿ ਮੈਂ ਤੁਹਾਨੂੰ ਚੁਣ ਲਿਆ ਆ, ਪਰ ਜਗਤ ਹੁਣ ਤੁਹਾਡੇ ਨਾਲ ਵੈਰ ਵੀ ਕਰੇਗਾ। ਬਾਰ-ਬਾਰ ਸ਼ੈਤਾਨ ਤੁਹਾਡੇ ਅੱਗੇ ਓਪਰਚੁਨਿਟੀਆਂ ਲੈ ਕੇ ਆਏਗਾ, ਬਾਰ-ਬਾਰ ਤੁਹਾਨੂੰ ਫਸਾਉਣ ਦੀ ਕੋਸ਼ਿਸ਼ ਕਰੇਗਾ, ਬਾਰ-ਬਾਰ ਤੁਹਾਨੂੰ ਗਿਰਾਉਣ ਦੀ ਕੋਸ਼ਿਸ਼ ਕਰੇਗਾ, ਬਾਰ-ਬਾਰ ਤੁਹਾਨੂੰ ਉਦਾਸ ਕਰਨ ਦੀ ਕੋਸ਼ਿਸ਼ ਕਰੇਗਾ, ਤੁਹਾਨੂੰ ਨਿਰਾਸ਼ ਕਰਨ ਦੀ ਕੋਸ਼ਿਸ਼ ਕਰੇਗਾ। ਪਰ ਤੁਹਾਡੇ ਲਈ ਹੌਸਲਾ ਇਹੀ ਆ, ਤੁਹਾਡੇ ਲਈ ਜ਼ੋਰ ਇਹੀ ਆ, ਤੁਹਾਡੇ ਲਈ ਤਾਕਤ ਇਹੀ ਵਚਨ ਦੀ ਆ ਕਿ ਤੁਸੀਂ ਬਸ ਇਸ ਗੱਲ ਨੂੰ ਸਮਝਣਾ ਕਿ ਤੁਸੀਂ ਚੁਣੇ ਹੋਏ ਲੋਕ ਆ। ਬਾਈਬਲ ਕੀ ਆਖਦਾ ਇੱਕ ਥਾਂ ਦੇ ਉੱਪਰ, ਕਹਿੰਦਾ ਤੁਸੀਂ ਮੈਨੂੰ ਨਹੀਂ ਚੁਣਿਆ, ਮੈਂ ਤੁਹਾਨੂੰ ਚੁਣਿਆ ਆ। ਬੋਲੋ ਆਮੀਨ, ਹਾਲੇਲੂਇਆ। ਜੇ ਉਹਨੇ ਤੁਹਾਨੂੰ ਚੁਣਿਆ ਆ, ਮੈਨੂੰ ਚੁਣਿਆ ਆ, ਤੇ ਉਹਦੀ ਜ਼ਿੰਮੇਵਾਰੀ ਬਣਦੀ ਆ ਕਿ ਉਹ ਮੈਨੂੰ ਖੜਾ ਵੀ ਕਰੇ, ਉਹ ਮੈਨੂੰ ਆਜ਼ਾਦ ਵੀ ਕਰੇ, ਉਹ ਮੈਨੂੰ ਫ੍ਰੀ ਵੀ ਕਰੇ। ਉਹ ਤੁਹਾਨੂੰ ਜ਼ੋਰ ਦਿੰਦਾ ਆ ਕਿ ਤੁਸੀਂ ਇਸ ਸੰਗਤੀ ਤੋਂ ਬਾਹਰ ਆ ਜਾਓ, ਉਹਨੇ ਜ਼ੋਰ ਦੇਣਾ ਆ, ਡਿਸੀਜਨ ਤੁਸੀਂ ਲੈਣਾ ਆ। ਜੇ ਤੁਹਾਡਾ ਆਪਣਾ ਹੀ ਨਹੀਂ ਮਨ ਬਣਦਾ ਪਿਆ ਉਸ ਬੁਰੀ ਸੰਗਤੀ ਨੂੰ ਛੱਡਣਾ, ਹਾਸੇ ਠੱਠੇ ਨੂੰ ਛੱਡਣਾ, ਜਦ ਤੁਹਾਡਾ ਆਪਣਾ ਹੀ ਨਹੀਂ ਮਨ ਬਣਦਾ ਪਿਆ ਕਿ ਮੈਂ ਦੁਆ ਕਰਕੇ ਪਵਿੱਤਰ ਆਤਮਾ ਖੁਦਾ ਤੋਂ ਲਵਾਂ, ਮੈਂ 2 ਘੰਟੇ 3 ਘੰਟੇ ਜਾਂ 2 ਟਾਈਮ ਜਾਂ 3 ਟਾਈਮ ਮੈਂ ਦੁਆ ਦੇ ਵਿੱਚ ਜਾਵਾਂ ਔਰ ਖੁਦਾ ਦੇ ਕੋਲੋਂ ਬਰਕਤ ਹਾਸਲ ਕਰਾਂ, ਜੇ ਤੁਹਾਡਾ ਆਪਣਾ ਮਨ ਹੀ ਨਹੀਂ ਬਣਦਾ ਪਿਆ ਆ, ਤੇ ਫਿਰ ਖੁਦਾ ਦੇ ਵੱਲੋਂ ਜਿਹੜੀ ਕਿਰਪਾ ਹੋਈ ਆ ਉਹ ਫਿਰ ਰਿਜ਼ਲਟ ਨਹੀਂ ਲੈ ਕੇ ਆਏਗੀ। ਡਿਪੈਂਡ ਕਰਦਾ ਆ 2 ਤਰ੍ਹਾਂ ਦਾ। ਤੁਹਾਡਾ ਵੀ ਜ਼ੋਰ ਹੋਣਾ ਚਾਹੀਦਾ ਹੈ, ਖੁਦਾ ਦਾ ਹੀ ਜ਼ੋਰ ਨਹੀਂ ਹੋਣਾ ਚਾਹੀਦਾ, ਤੁਹਾਡਾ ਆਪਣਾ ਵੀ ਜ਼ੋਰ ਹੋਣਾ ਚਾਹੀਦਾ ਹੈ। ਹਾਲੇਲੂਇਆ। ਕਹਿੰਦਾ ਤੁਸੀਂ ਮੈਨੂੰ ਨਹੀਂ ਚੁਣਿਆ, ਮੈਂ ਤੁਹਾਨੂੰ ਚੁਣਿਆ, ਤਾਂ ਫਿਰ ਉਹਦੀ ਜ਼ਿੰਮੇਵਾਰੀ ਬਣਦੀ ਹੈ। ਕਹਿੰਦਾ ਜਗਤ ਚੋਂ ਮੈਂ ਤੁਹਾਨੂੰ ਅਲੱਗ ਕਰ ਲਿਆ, ਇਸ ਲਈ ਜਗਤ ਤੁਹਾਡੇ ਨਾਲ ਵੈਰ ਕਰਦਾ, ਇਸ ਲਈ ਸ਼ੈਤਾਨ ਤੁਹਾਨੂੰ ਬਾਰ-ਬਾਰ ਪਰੇਸ਼ਾਨ ਕਰਦਾ। ਪਰ ਕਿੰਨਾ ਟਾਈਮ ਕਰੇਗਾ? 2 ਵਾਰ 3 ਵਾਰ 4 ਵਾਰ ਕਰ ਲੇਗਾ। ਬਸ ਇਹੀ ਤੁਹਾਡੇ ਲਈ ਇੱਕ ਅੱਛੀ ਖਬਰ ਆ ਔਰ ਇੱਕ ਅੱਛੀ ਗੱਲ ਆ ਕਿ ਅਗਰ ਤੁਹਾਨੂੰ ਬਾਰ-ਬਾਰ ਪਰੇਸ਼ਾਨ ਕਰੇਗਾ, ਤੁਸੀਂ ਉਨੀ ਹੀ ਆਪਣੀ ਦੁਆ ਨੂੰ ਵਧਾਉਣਾ, ਆਪਣੇ ਆਪ ਨੂੰ ਸਟਰੋਂਗ ਕਰ ਲੈਣਾ, और फिर ਤੁਹਾਡੇ ਨਜ਼ਦੀਕ ਕਦੀ ਵੀ ਨਹੀਂ ਆਏਗਾ। ਬੋਲੋ ਆਮੀਨ, ਹਾਲੇਲੂਇਆ। ਨੈਕਸਟ ਵਰਸ ਦੇ ਵਿੱਚ ਜਾਵਾਂਗੇ। ਜਦੋਂ ਤੁਸੀਂ ਮਤੀ ਦਾ ਅੰਜੀਲ ਮੇਰੇ ਨਾਲ ਓਪਨ ਕਰਦੇ ਆ, ਖੋਲੋ ਜ਼ਰਾ ਮਤੀ ਦਾ ਅੰਜੀਲ, ਉਹਦਾ 22 ਨੰਬਰ ਅਧਿਆਇ। ਮਤੀ ਦਾ ਅੰਜੀਲ ਉਹਦਾ 22 ਨੰਬਰ ਅਧਿਆਇ, ਉਹਦਾ 14 ਨੰਬਰ ਪੰਕਤੀ ਦੇ ਵਿੱਚ ਇਸ ਤਰ੍ਹਾਂ ਕਰਕੇ ਲਿਖਿਆ ਹੋਇਆ ਆ, ਕਹਿੰਦਾ ਕਿਉਂ ਜੋ ਸੱਦੇ ਹੋਏ ਤਾਂ ਬਹੁਤ ਆ, ਪਰ ਚੁਣੇ ਹੋਏ ਥੋੜੇ ਆ। ਸੱਦੇ ਹੋਏ ਬਹੁਤ ਆ, ਪਰ ਚੁਣੇ ਹੋਏ ਥੋੜੇ ਆ। ਚੁਣੇ ਹੋਏ ਥੋੜੇ ਕਿੱਦਾਂ ਆ? ਜਿਹੜੇ ਸਟਰਗਲ ਕਰਦੇ ਆ, ਜਿਹੜੇ ਖੁਦਾ ਦੇ ਲਈ ਸਭ ਕੁਝ ਛੱਡਦੇ ਆ, ਜਿਹੜੇ ਖੁਦਾ ਦੇ ਲਈ ਤਿਆਗ ਦਿੰਦੇ ਆ। ਨਸ਼ਾ, ਬਦਮਸਤੀਆਂ, ਮਾੜੀ ਸੰਗਤ, ਹਾਸਾ ਠੱਠਾ, ਮਜ਼ਾਕ, ਯਾਰ ਦੋਸਤ ਮਿੱਤਰ, ਉਹ ਜੋ ਖੁਦਾ ਤੋਂ ਉਹਨਾਂ ਨੂੰ ਦੂਰ ਕਰਦੇ ਆ, ਛੱਡ ਦਿੰਦੇ ਆ, ਉਹਨਾਂ ਦੀ ਗਿਣਤੀ ਫਿਰ ਸੱਦੇ ਹੋਇਆਂ 'ਚ ਨਹੀਂ ਰਹਿੰਦੀ, ਉਹਨਾਂ ਦੀ ਗਿਣਤੀ ਫਿਰ ਚੁਣੇ ਹੋਇਆਂ ਦੇ ਵਿੱਚ ਆ ਜਾਂਦੀ ਆ, ਔਰ ਉਹ ਤੁਸੀਂ ਆ। ਯਿਸੂ ਮਸੀਹ ਦੇ ਨਾਮ 'ਚ ਬੋਲੋ ਆਮੀਨ, ਹਾਲੇਲੂਇਆ। ਕਹਿੰਦੇ ਸੱਦੇ ਹੋਏ ਤਾਂ ਬਹੁਤ ਆ, ਪਰ ਚੁਣੇ ਹੋਏ ਥੋੜੇ ਆ, ਔਰ ਤੁਸੀਂ ਤੇ ਮੈਂ ਚੁਣੇ ਹੋਏ ਆ। ਤਾਂ ਜੇ ਚੁਣੇ ਹੋਏ ਆ ਤੇ ਫਿਰ ਅਸੀਂ ਉਤਾਹਾਂ ਦੀਆਂ ਗੱਲਾਂ ਦੇ ਉੱਪਰ ਮਨ ਲਗਾਉਣਾ, ਨਾ ਕਿ ਹੇਠਾਂ ਦੀਆਂ ਗੱਲਾਂ ਦੇ ਉੱਪਰ। ਜੇ ਹੇਠਾਂ ਦੀਆਂ ਗੱਲਾਂ ਤੇ ਮਨ ਲਗਾਉਂਗੇ, ਤੁਹਾਨੂੰ ਹੇਠਾਂ ਹੀ ਲੈ ਜਾਣਗੀਆਂ, ਇਹ ਤੁਹਾਨੂੰ ਉੱਠਣ ਨਹੀਂ ਦੇਣਗੀਆਂ, ਇਹ ਤੁਹਾਨੂੰ ਤਰੱਕੀ ਨਹੀਂ ਕਰਨ ਦੇਣਗੀਆਂ, ਇਹ ਤੁਹਾਨੂੰ ਸਵਰਗ ਤੱਕ ਨਹੀਂ ਜਾਣ ਦੇਣਗੀਆਂ। ਹੇਠਾਂ ਦੀਆਂ ਗੱਲਾਂ ਬੰਦੇ ਨੂੰ ਪਤਾਲ ਤੱਕ ਲੈ ਜਾਣਗੀਆਂ, ਨਰਕ ਦੇ ਵਿੱਚ ਲੈ ਜਾਣਗੀਆਂ। ਇਸ ਲਈ ਉਤਾਹਾਂ ਦੀਆਂ ਗੱਲਾਂ ਦੇ ਉੱਪਰ ਮਨ ਲਗਾਓ, ਤਾਂ ਜੋ ਉਹ ਗੱਲਾਂ ਤੁਹਾਨੂੰ ਉਤਾਹਾਂ ਹੀ ਲੈ ਜਾਣ ਸਵਰਗ ਦੇ ਵੱਲ। ਯਿਸੂ ਮਸੀਹ ਦੇ ਨਾਮ 'ਚ ਬੋਲੋ ਆਮੀਨ, ਹਾਲੇਲੂਇਆ। ਤੁਸੀਂ ਚੁਣੇ ਹੋਏ ਲੋਕ ਆ, ਸੱਦੇ ਹੋਏ ਨਾ ਬਣੋ, ਚੁਣੇ ਹੋਏ ਬਣੋ। ਔਰ ਜਿਹੜੇ ਚੁਣੇ ਹੋਏ ਆ ਉਹ ਫਿਰ ਖੁਦਾ ਦਾ ਕੰਮ ਕਰਦੇ ਆ, ਉਹ ਫਿਰ ਆਪਣੇ ਆਪ ਨੂੰ ਸੰਸਾਰ ਦੇ ਵਿਹਾਰਾਂ 'ਚ, ਜਗਤ ਦੇ ਵਿਹਾਰਾਂ 'ਚ ਫਸਾਉਂਦੇ ਨਹੀਂ ਆ, ਆਪਣੇ ਆਪ ਨੂੰ, ਆਪਣੇ ਜੀਵਨ ਨੂੰ ਉਲਝਣਾਂ 'ਚ ਨਹੀਂ ਰੱਖਦੇ, ਉਹ ਆਪਣੇ ਆਪ ਨੂੰ ਫ੍ਰੀ ਰੱਖਦੇ ਆ, ਆਪਣੇ ਆਪ ਨੂੰ ਤਿਆਰ ਕਰਕੇ ਰੱਖਦੇ ਆ ਕਿ ਮੈਂ ਕਦੋਂ ਯੂਜ਼ ਕੀਤਾ ਜਾਵਾਂ, ਕਿੱਥੇ ਯੂਜ਼ ਕੀਤਾ ਜਾਵਾਂ। ਤੁਸੀਂ ਆਪਣੇ ਆਪ ਨੂੰ ਤਿਆਰ ਕਰੋ, ਖੁਦਾ ਆਪਣੇ ਆਪ ਤੁਹਾਨੂੰ ਇਸਤੇਮਾਲ ਕਰੇਗਾ, ਤੁਹਾਨੂੰ ਕੁਝ ਕਰਨ ਦੀ ਜ਼ਰੂਰਤ ਨਹੀਂ ਹੈ। ਤੁਸੀਂ ਰੈਡੀ ਰਹੋ, ਪਵਿੱਤਰ ਆਤਮਾ ਨੂੰ ਲੈ ਕੇ, ਗ੍ਰਹਿਣ ਕਰਕੇ, ਔਰ ਪਵਿੱਤਰ ਆਤਮਾ ਦੀ ਅਗਵਾਈ ਦੇ ਵਿੱਚ ਰਹੋ। ਖੁਦਾ ਤੁਹਾਨੂੰ ਇਸਤੇਮਾਲ ਕਰੇਗਾ, ਖੁਦਾ ਤੁਹਾਨੂੰ ਦੱਸੇਗਾ ਸਭ ਕੁਝ। ਔਰ ਦੇਖੋ ਫਿਲਿਪਸ ਰੈਡੀ ਸੀਗਾ, ਔਰ ਖੁਦਾ ਦਾ ਆਤਮਾ ਉਹਦੇ ਉੱਪਰ ਆਇਆ ਕਿ ਜਾ ਹਬਸ਼ੀ ਕੋ ਜਾ ਰਿਹਾ ਹੈ, ਉਹਦੇ ਨਾਲ ਮਿਲ ਔਰ ਉਹਨੂੰ ਦੱਸ ਕਿ ਵਚਨ ਨੂੰ ਪੜ੍ਹਨਾ ਕਿੱਦਾਂ, ਸਮਝਣਾ ਕਿੱਦਾਂ, ਮੰਨਣਾ ਕਿੱਦਾਂ ਆ, ਪੂਰਾ ਕਿੱਦਾਂ ਕਰਨਾ ਆ। ਹਾਲੇਲੂਇਆ। ਆਪਣੇ ਆਪ ਨੂੰ ਤਿਆਰੀ ਦੇ ਵਿੱਚ ਰੱਖੋ, ਰੈਡੀ ਰਹੋ ਕਿ ਖੁਦਾ ਤੁਹਾਨੂੰ ਯੂਜ਼ ਕਰੇ। ਹਾਲੇਲੂਇਆ। ਕਹਿੰਦਾ ਸੱਦੇ ਹੋਏ ਤਾਂ ਬਹੁਤ ਆ, ਪਰ ਚੁਣੇ ਹੋਏ ਥੋੜੇ ਆ। ਕਹਿੰਦਾ ਫਸਲ ਤਾਂ ਬਹੁਤ ਆ, ਪਰ ਵਾਢੇ ਥੋੜੇ ਆ। ਵਾਢੇ ਬਣੋ, ਖੁਦਾ ਨੂੰ ਜ਼ਰੂਰਤ ਆ ਤੁਹਾਡੀ। ਜਵਾਨੀ ਦੇ ਦਿਨਾਂ 'ਚ ਆਪਣਾ ਜੀਵਨ ਖੁਦਾ ਨੂੰ ਦਿਓ। ਮੈਂ ਇਸ ਗੱਲ ਨੂੰ ਦੇਖਦਾ ਆ, ਜੋ ਐਕਸਪੀਰੀਅੰਸ ਕੀਤਾ ਤਜਰਬਾ ਆ,
ਕਿ ਮਸੀਹ ਦੇ ਵਿੱਚ ਕੁਝ ਜ਼ਿਆਦਾ ਬੰਦਿਸ਼ਬਾਜ਼ੀਆਂ ਨਹੀਂ ਹੈਗੀਆਂ। ਜੇ ਤੁਹਾਨੂੰ ਲੱਗੇ ਕਿ ਇਹ ਬਹੁਤ ਬੰਦਿਸ਼ਬਾਜ਼ੀ ਵਾਲਾ ਜੀਵਨ ਆ ਜਾਂ ਬਹੁਤ ਘੁੱਟਵਾਂ ਜੀਵਨ ਹੈ, ਇਹਦੇ ਵਿੱਚ ਕੋਈ ਐਸ਼ ਪ੍ਰਸਤੀ ਨਹੀਂ ਆ, ਕੁਝ ਵੀ ਨਹੀਂ ਆ, ਇਹਦੇ ਵਿੱਚ ਬਹੁਤ ਆਨੰਦ ਆ, ਇਹਦੇ ਵਿੱਚ ਹਰ ਇੱਕ ਜ਼ਰੂਰਤ ਦੀ ਪੂਰਤੀ ਆ, ਔਰ ਇਹਦਾ ਰਿਜ਼ਲਟ ਵੀ ਸਵਰਗ ਆ। ਹਾਲੇਲੂਇਆ। ਹਰ ਇੱਕ ਖੁਦਾ ਬਰਕਤ ਦਿੰਦਾ ਔਰ ਹਰ ਇੱਕ ਆਨੰਦ ਦੇ ਨਾਲ ਭਰਦਾ ਹੈ, ਔਰ ਜੋ ਇਹਦੇ ਵਿੱਚ ਆਨੰਦ ਆ ਉਹ ਬਾਹਰ ਹੈ ਨਹੀਂ। ਬਾਹਰ ਦਾ ਆਨੰਦ ਕੁਝ ਸਮੇਂ ਦਾ ਹੈ, ਮਸੀਹ ਤੋਂ ਬਾਹਰ, ਬਾਈਬਲ ਤੋਂ ਬਾਹਰ ਦਾ ਆਨੰਦ ਜਿਹੜਾ ਉਹ ਥੋੜੇ ਸਮੇਂ ਦਾ ਹੈ, ਪਰ ਜੋ ਬਾਈਬਲ ਦੇ ਅੰਦਰ ਦਾ ਆਨੰਦ ਆ ਉਹ ਸਦਾ ਦਾ ਆ। ਬੋਲੋ ਹਾਲੇਲੂਇਆ। ਪਰ ਇਹ ਚੁਣੇ ਹੋਏ ਲੋਕ ਸਮਝ ਸਕਦੇ ਆ, ਸਦੇ ਹੋਏ ਲੋਕ ਨਹੀਂ। ਸਦੇ ਹੋਏ ਲੋਕ ਉਲਝਣਾਂ 'ਚ ਹੀ ਫਸੇ ਰਹਿੰਦੇ ਆ, ਚਰਚ ਵੀ ਆਉਂਦੇ ਆ ਔਰ ਉਲਝਣਾਂ 'ਚ ਹੀ ਫਸੇ ਰਹਿੰਦੇ। ਉਹਨਾਂ ਕੋਲ ਜ਼ਿੰਦਗੀ ਦੀਆਂ ਜਿਹੜੀਆਂ ਦੁੱਖਾਂ ਦੀਆਂ ਗੰਢਾਂ ਆ ਉਹ ਖੁੱਲਦੀਆਂ ਹੀ ਨਹੀਂ ਆ। ਪਰ ਚੁਣੇ ਹੋਏ ਲੋਕ ਸਮਝਦੇ ਆ ਔਰ ਉਹਨਾਂ ਨੂੰ ਖੋਲ ਲੈਂਦੇ ਆ, ਔਰ ਆਜ਼ਾਦ ਘੁੰਮਦੇ ਆ। ਫਿਰ ਉਹ ਕਾਬਾ ਦੀ ਮਾਨਿੰਦ ਉਚਾਈਆਂ ਤੇ ਜਾਂਦੇ ਆ। ਬੋਲੋ ਹਾਲੇਲੂਇਆ। ਔਰ ਨੈਕਸਟ ਵਰਸ ਦੇ ਵਿੱਚ ਦੇਖੋ ਕੀ ਲਿਖਿਆ ਆ। ਜਦੋਂ ਤੁਸੀਂ ਪਹਿਲਾ ਪਤਰਸ ਦਾ ਪੁਸਤਕ ਮੇਰੇ ਨਾਲ ਖੋਲੂਗੇ ਤੁਹਾਨੂੰ ਫਿਰ ਪਤਾ ਲੱਗੇਗਾ। ਪਹਿਲਾ ਪਤਰਸ ਔਰ ਉਹਦਾ 2 ਨੰਬਰ ਅਧਿਆਇ ਔਰ ਉਹਦਾ 9 ਨੰਬਰ ਪੰਕਤੀ। ਪਹਿਲਾ ਪਤਰਸ ਦਾ ਪੁਸਤਕ ਉਹਦਾ 2 ਨੰਬਰ ਅਧਿਆਇ ਔਰ ਉਹਦਾ 9 ਨੰਬਰ ਪੰਕਤੀ ਦੇ ਵਿੱਚ ਏਦਾਂ ਲਿਖਿਆ, ਕਹਿੰਦਾ ਪਰ ਤੁਸੀਂ ਚੁਣਿਆ ਹੋਇਆ ਵੰਸ਼ ਆ, ਤੁਸੀਂ ਚੁਣਿਆ ਹੋਇਆ ਵੰਸ਼ ਆ, ਪਰਿਵਾਰ ਆ, ਅਸੀਂ ਅਲੱਗ ਕੀਤਾ ਹੋਇਆ ਜਗਤ ਤੋਂ। ਖੁਦਾ ਨੇ ਤੁਹਾਨੂੰ ਚੁਣਿਆ ਹੋਇਆ ਆ। ਲਿਖਿਆ ਪਰ ਤੁਸੀਂ ਚੁਣਿਆ ਹੋਇਆ ਵੰਸ਼ ਆ, ਜਾਜਕਾਂ ਦੀ ਸ਼ਾਹੀ ਮੰਡਲੀ ਆ, ਪਵਿੱਤਰ ਕੌਮ ਆ, ਪਰਮੇਸ਼ਵਰ ਦੀ ਖਾਸ ਪ੍ਰਜਾ ਆ। ਲਿਖਿਆ ਪਰਮੇਸ਼ਵਰ ਦੀ ਖਾਸ ਪ੍ਰਜਾ ਹੋ ਭਈ ਤੁਸੀਂ ਉਹਦੀਆਂ ਗੁਣਾਂ ਦਾ ਪ੍ਰਚਾਰ ਕਰੋ। ਔਰ ਪਾਪ ਕਰਨ ਵਾਲਾ ਬੰਦਾ ਉਹਦੇ ਗੁਣਾਂ ਦਾ ਪ੍ਰਚਾਰ ਨਹੀਂ ਕਰ ਸਕਦਾ। ਨਸ਼ਾ ਕਰਨ ਵਾਲਾ ਬੰਦਾ ਉਹਦੇ ਗੁਣਾਂ ਦਾ ਪ੍ਰਚਾਰ ਨਹੀਂ ਕਰ ਸਕਦਾ। ਅਗਰ ਕਰਨ ਦੀ ਕੋਸ਼ਿਸ਼ ਵੀ ਕਰੇਗਾ, ਅਗਲੇ ਬੰਦੇ ਦੇ ਜੀਵਨ ਦੇ ਵਿੱਚ ਕੰਮ ਨਹੀਂ ਕਰੇਗਾ। ਕਿਉਂਕਿ ਵਚਨ ਜਦੋਂ ਤੁਹਾਡੇ ਜੀਵਨ 'ਚ ਜਿਉਂਦਾ ਹੋਏਗਾ ਔਰ ਤੁਸੀਂ ਫਿਰ ਵਚਨ ਕਰੋਗੇ, ਫਿਰ ਅਗਲੇ ਬੰਦੇ ਨੂੰ ਵੀ ਜਿਉਂਦਾ ਕਰੇਗਾ। ਬੋਲੋ ਆਮੀਨ, ਹਾਲੇਲੂਇਆ। ਕਿਉਂਕਿ ਅਗਰ ਵਚਨ ਤੁਹਾਡੇ ਜੀਵਨ 'ਚ ਮਰਿਆ ਪਿਆ ਆ, ਤੁਸੀਂ ਜਿੰਨਾ ਮਰਜ਼ੀ ਪ੍ਰਚਾਰ ਕਰੀ ਚਲੋ, ਅਗਲੇ ਬੰਦੇ ਦੇ ਜੀਵਨ 'ਚ ਕਦੀ ਵੀ ਉਹਨੂੰ ਉਹ ਜੀਵਨ ਨਹੀਂ ਲੈ ਕੇ ਆਏਗਾ, ਜ਼ਿੰਦਗੀ ਨਹੀਂ ਲੈ ਕੇ ਆਏਗਾ। ਪਤਰਸ ਨੇ ਜਦੋਂ ਪਵਿੱਤਰ ਆਤਮਾ ਨਾਲ ਭਰ ਕੇ ਪ੍ਰਚਾਰ ਕੀਤਾ, ਬਾਈਬਲ ਕਹਿੰਦਾ ਲੋਕਾਂ ਦੇ ਦਿਲ ਛਿਦ ਗਏ, ਮੁਰਦੇ ਲੋਕ ਜਿਉਂਦੇ ਹੋ ਗਏ, ਤਿਆਰ ਹੋ ਗਏ ਬਪਤਿਸਮਾ ਲੈਣ ਦੇ ਲਈ, ਤਿਆਰ ਹੋ ਗਏ ਤੌਬਾ ਕਰਨ ਦੇ ਲਈ। ਸਭ ਤੋਂ ਪਹਿਲਾਂ ਵਚਨ ਤੁਹਾਡੇ ਅੰਦਰ ਜ਼ਿੰਦਾ ਹੋਣਾ ਚਾਹੀਦਾ ਹੈ, ਔਰ ਫਿਰ ਤੁਸੀਂ ਬੋਲੋ ਆਪਣੀ ਜ਼ੁਬਾਨ ਤੋਂ, ਅਗਲੇ ਨੂੰ ਵੀ ਜ਼ਿੰਦਾ ਕਰ ਦੇਗਾ। ਬੋਲੋ ਆਮੀਨ, ਹਾਲੇਲੂਇਆ। ਔਰ ਤੁਹਾਡਾ ਜੀਵਨ ਮੁਰਦਿਆਂ ਵਾਲਾ ਆ। ਤੁਹਾਡਾ ਜਿਸ ਜੀਵਨ 'ਚ ਪਾਪ ਆ, ਬੁਰਾਈ ਆ, ਜਗਤ ਦੇ ਕੰਮ ਆ, ਸੰਸਾਰ ਦੇ ਰੀਤੀ ਰਿਵਾਜ ਪਾਏ ਜਾਂਦੇ ਆ, ਉਸ ਜੀਵਨ 'ਚ ਵਚਨ ਜਿਉਂਦਾ ਨਹੀਂ ਰਹਿ ਸਕਦਾ। ਯਾਦ ਰੱਖਣਾ, ਵਚਨ ਆਉਂਦਾ ਹੈ ਤੁਹਾਡੇ ਅੰਦਰ ਤੁਹਾਨੂੰ ਜਿਉਂਦਾ ਕਰਨ ਦੇ ਲਈ, ਪਰ ਤੁਸੀਂ ਉਹਨੂੰ ਉੱਗਣ ਨਹੀਂ ਦਿੰਦੇ। ਬੀਜ ਡਿੱਗਦਾ ਆ, ਤੁਸੀਂ ਉਹਨੂੰ ਫਲਣ ਨਹੀਂ ਦਿੰਦੇ, ਕਿਉਂਕਿ ਉਹਨੂੰ ਚੰਗੀ ਜ਼ਮੀਨ ਤੇ ਡਿੱਗਣ ਨਹੀਂ ਦਿੰਦੇ। ਉਹਨੂੰ ਪਥਰੀਲੀ ਜ਼ਮੀਨ ਤੇ ਡਿੱਗਣ ਦਿੰਦੇ ਆ, ਝਾੜੀਆਂ ਵਿੱਚ ਡਿੱਗਣ ਦਿੰਦੇ ਆ, ਇਸੇ ਲਈ ਉਹ ਉੱਗਦਾ ਪਰ ਵੱਧਦਾ ਨਹੀਂ। ਬਾਈਬਲ ਕਹਿੰਦਾ ਜਿਹੜਾ ਬੀਜ ਚੰਗੀ ਜ਼ਮੀਨ ਤੇ ਡਿੱਗਿਆ, ਵਧੀਆ ਫੁੱਲਿਆ ਤੇ ਫਲ ਲੈ ਕੇ ਆਇਆ। ਹਾਲੇਲੂਇਆ। ਸਮਝਣ ਦੀ ਜ਼ਰੂਰਤ ਆ ਕਿ ਤੁਸੀਂ ਉਹਦੇ ਗੁਣਾਂ ਦਾ ਪ੍ਰਚਾਰ ਕਰਨਾ ਹੈ, ਕਿ ਯਿਸੂ ਮਸੀਹ ਹੈ ਕੌਣ ਆ, ਕਰ ਕੀ ਸਕਦਾ ਹੈ, ਔਰ ਕਿੱਥੇ ਤੱਕ ਲੈ ਕੇ ਜਾ ਸਕਦਾ ਹੈ। ਹਾਲੇਲੂਇਆ। ਔਰ ਉਹਨੇ ਕਿਹਾ ਕੀ ਆ, ਕਹਿੰਦਾ ਮੈਂ ਜਾ ਰਿਹਾ ਆ ਪਿਤਾ ਦੇ ਕੋਲ ਤੁਹਾਡੇ ਲਈ ਜਗ੍ਹਾ ਤਿਆਰ ਕਰਨ ਦੇ ਲਈ, ਮੈਂ ਮੁੜ ਆਵਾਂਗਾ, ਤੁਹਾਨੂੰ ਨਾਲ ਲੈ ਕੇ ਜਾਵਾਂਗਾ। ਬੋਲੋ ਆਮੀਨ। ਕਿਹਨਾਂ ਨੂੰ? ਜਿਹੜੇ ਚੁਣੇ ਹੋਏ ਲੋਕ ਆ, ਜਿਹੜੇ ਆਪਣੀ ਚੁਣਾਹਟ ਤੇ ਕੰਮ ਕਰਦੇ ਪਏ ਆ, ਜਿਹੜੇ ਆਪਣੀ ਬੁਲਾਹਟ ਦੇ ਅਨੁਸਾਰ ਕੰਮ ਕਰਦੇ ਪਏ ਆ, ਉਹਨਾਂ ਨੂੰ ਉਹ ਨਾਲ ਲੈ ਕੇ ਜਾਏਗਾ। ਸੱਦੇ ਹੋਏ ਰਹਿ ਜਾਣੇ ਇੱਥੇ ਰੁਲਦੇ। ਹਾਲੇਲੂਇਆ। ਸੱਦੇ ਹੋਏ ਜਿਹੜੇ ਲੋਕ ਆ, ਜਿਨ੍ਹਾਂ ਨੇ ਆਪਣੇ ਆਪ ਨੂੰ ਹੱਲੇ ਤੱਕ ਰੀਤੀ ਰਿਵਾਜਾਂ 'ਚ ਫਸਾ ਕੇ ਰੱਖਿਆ ਪਿਆ। ਮੰਗਲਵਾਰ ਸਿਰ ਨਹੀਂ ਧੋਣਾ, ਵੀਰਵਾਰ ਕੱਪੜੇ ਨਹੀਂ ਧੋਣੇ, ਬਿੱਲੀ ਬੋਲ ਗਈ, ਬਿੱਲੀ ਭੌਂਕ ਗਈ, ਜਾਂ ਬਿੱਲੀ ਰਸਤਾ ਕੱਟ ਗਈ, ਜੋ ਵੀ ਆ, ਅਸੀਂ ਅੱਗੇ ਨਹੀਂ ਲੰਘਣਾ। ਇਹ ਜਿਹੜੇ ਨੇ ਆਪਣੇ ਆਪ ਨੂੰ ਰੀਤੀ ਰਿਵਾਜਾਂ 'ਚ ਫਸਾਇਆ ਹੋਇਆ ਅੱਜ ਵੀ, ਉਹ ਲੋਕ ਫਿਰ ਸੱਦੇ ਹੋਏ ਰਹਿ ਜਾਣਗੇ। ਹਾਲੇਲੂਇਆ। ਇਸ ਗੱਲ ਨੂੰ ਸਮਝੋ ਕਿ ਖੁਦਾ ਨੇ ਤੁਹਾਨੂੰ ਚੁਣਿਆ ਹੈ ਜਗਤ ਦੇ ਵਿੱਚੋਂ। ਫਿਰ ਜਗਤ ਦੇ ਕਿਸੇ ਵੀ ਗੱਲ ਦੇ ਵੱਲ ਧਿਆਨ ਨਹੀਂ ਦੇਣਾ, ਕਿਸੇ ਵੀ ਵਹਿਮ ਭਰਮ ਦੇ ਵੱਲ ਧਿਆਨ ਨਹੀਂ ਦੇਣਾ, ਕਿਸੇ ਵੀ ਰੀਤੀ ਰਿਵਾਜਾਂ ਦੇ ਵੱਲ ਧਿਆਨ ਨਹੀਂ ਦੇਣਾ। ਹਾਲੇਲੂਇਆ। ਇਸ ਗੱਲ ਨੂੰ ਸਮਝਣ ਦੀ ਜ਼ਰੂਰਤ ਆ, ਸਮਝਣ ਦੀ ਕੋਸ਼ਿਸ਼ ਕਰੋ। ਪਰਮੇਸ਼ਵਰ ਤੁਹਾਨੂੰ ਚੁਣਿਆ ਹੋਇਆ ਉਹਦੇ ਵਾਂਗ ਤੁਹਾਡੀ ਟੇਕ ਕੇਅਰ ਕਰੇਗਾ।
ਹਾਲੇਲੂਇਆ। ਕਹਿੰਦਾ ਤੁਸੀਂ ਚੁਣਿਆ ਹੋਇਆ ਵੰਸ਼ ਆ, ਜਾਜਕਾਂ ਦੀ ਸ਼ਾਹੀ ਮੰਡਲੀ ਆ। ਹਾਲੇਲੂਇਆ। ਔਰ ਅੱਗੇ ਕੀ ਲਿਖਿਆ ਆ? ਕਹਿੰਦਾ ਤੁਸੀਂ ਪਵਿੱਤਰ ਕੌਮ ਆ। ਔਰ ਬਿਨਾਂ ਪਵਿੱਤਰਤਾਈ ਦੇ ਆਪਾਂ ਚੁਣੇ ਨਹੀਂ ਰਹਿ ਜਾ ਸਕਦੇ। ਅਗਰ ਪਵਿੱਤਰਤਾਈ ਸਾਡੇ ਅੰਦਰ ਨਹੀਂ ਆ ਤੇ ਅਸੀਂ ਚੁਣੇ ਹੋਏ ਨਹੀਂ ਰਹਿ ਸਕਦੇ। ਫਿਰ ਅਸੀਂ ਸੱਦੇ ਹੋਇਆਂ ਦੇ ਵਿੱਚ ਸਾਡੀ ਗਿਣਤੀ ਆ ਜਾਣੀ ਆ। ਕਹਿੰਦਾ ਤੁਸੀਂ ਪਵਿੱਤਰ ਕੌਮ ਆ, ਪਰਮੇਸ਼ਵਰ ਦੀ ਖਾਸ ਪ੍ਰਜਾ ਆ। ਬਾਈਬਲ ਦੇ ਵਿੱਚ ਲਿਖਿਆ ਪੁਰਾਣੇ ਨਿਯਮ 'ਚ, ਕਹਿੰਦਾ ਪਰਮੇਸ਼ਵਰ ਨੇ ਕਿਹਾ, ਕਹਿੰਦਾ ਮੈਂ ਤੁਹਾਨੂੰ ਆਪਣੇ ਬਣਾਉਣ ਦੇ ਲਈ ਜਗਤ 'ਚੋਂ ਅਲੱਗ ਕਰ ਲਿਆ। ਹਾਲੇਲੂਇਆ। ਇਹਨਾਂ ਲੋਕਾਂ ਤੋਂ ਤੁਹਾਨੂੰ ਅਲੱਗ ਕਰ ਲਿਆ, ਤੁਹਾਨੂੰ ਆਪਣੇ ਬਣਾਉਣ ਦੇ ਲਈ, ਆਪਣਾ ਬਣਾਉਣ ਦੇ ਲਈ। ਬੋਲੋ ਆਮੀਨ। ਹਾਲੇਲੂਇਆ। ਤੇ ਫਿਰ ਸਮਝਣ ਦੀ ਜ਼ਰੂਰਤ ਆ, ਸਮਝਣ ਦੀ ਜ਼ਰੂਰਤ ਆ ਕਿ ਤੁਸੀਂ ਪਵਿੱਤਰ ਕੌਮ ਖੁਦਾ ਨੇ ਤੁਹਾਨੂੰ ਬਣਾਇਆ ਹੈ। ਜੇ ਚੁਣਿਆ ਨਾ ਉਹਨੇ ਤੇ ਤੁਹਾਨੂੰ ਜਾਜਕਾਂ ਦੀ ਸ਼ਾਹੀ ਮੰਡਲੀ ਵੀ ਕਿਹਾ ਆ, ਉਹਨੇ ਪਵਿੱਤਰ ਕੌਮ ਵੀ ਕਿਹਾ ਆ, ਤੇ ਤੁਹਾਨੂੰ ਆਪਣੀ ਖਾਸ ਪ੍ਰਜਾ ਵੀ ਕਿਹਾ ਆ। ਤੇ ਫਿਰ ਹੁਣ ਕੀ ਕਰਨਾ ਆ? ਕਹਿੰਦਾ ਉਹਦੇ ਗੁਣਾਂ ਦਾ ਪ੍ਰਚਾਰ ਕਰਨਾ। ਬਾਈਬਲ ਕਹਿੰਦਾ ਮਨੁੱਖ ਦੇ ਜੋ ਅੰਦਰ ਆ ਉਹੀ ਬਾਹਰ ਆਣਾ। ਜੇ ਹਾਸਾ ਠੱਠਾ ਤੁਹਾਡੇ ਅੰਦਰ ਆ ਤੇ ਤੁਹਾਡੀ ਮੰਡਲੀ ਵੀ ਉਦਾਂ ਦੀ ਹੋਣੀ ਹੈ। ਜੇ ਪ੍ਰਚਾਰ ਤੁਹਾਡੇ ਅੰਦਰ ਆ ਤੇ ਪ੍ਰਚਾਰ ਹੀ ਬਾਹਰ ਹੋਣਾ, ਔਰ ਅੱਗੇ ਸੰਗਤੀ ਵੀ ਪ੍ਰਚਾਰ ਵਾਲੀ ਤੁਸੀਂ ਕਰਨੀ ਆ। ਹਾਲੇਲੂਇਆ। ਜੇ ਪਵਿੱਤਰਤਾ ਹੀ ਤੁਹਾਡੇ ਅੰਦਰ ਆ ਤੇ ਫਿਰ ਪਵਿੱਤਰਤਾ ਹੀ ਤੁਹਾਡੇ ਚਾਰੋਂ ਪਾਸੇ ਹੋਣੀ ਚਾਹੀਦੀ ਆ। ਜੇ ਇਮਾਨਦਾਰੀ ਤੁਹਾਡੇ ਅੰਦਰ ਆ ਤੇ ਚਾਰੇ ਪਾਸੇ ਤੁਹਾਨੂੰ ਇਮਾਨਦਾਰੀ ਹੀ ਮਿਲਣੀ ਹੈ। ਜੇ ਵਫਾਦਾਰੀ ਤੁਹਾਡੇ ਅੰਦਰ ਹੈ, ਕਿਉਂਕਿ ਜੋ ਮਨੁੱਖ ਦੇ ਅੰਦਰ ਉਹੀ ਬਾਹਰ ਹੋਣਾ, ਫਿਰ ਚਾਰੇ ਪਾਸੇ ਤੁਹਾਨੂੰ ਵਫਾਦਾਰ ਹੀ ਲੋਕ ਮਿਲਣੇ ਆ। ਹਾਲੇਲੂਇਆ। ਔਰ ਅੱਗੇ ਦੇਖੋ ਬਾਈਬਲ 'ਚ ਕੀ ਲਿਖਿਆ, ਕਹਿੰਦਾ ਤੁਸੀਂ ਉਹਦੇ ਗੁਣਾਂ ਦਾ ਪ੍ਰਚਾਰ ਕਰੋ, ਜਿਹਨੇ ਤੁਹਾਨੂੰ ਹਨੇਰੇ ਤੋਂ ਆਪਣੇ ਅਸਚਰਜ ਚਾਨਣ ਦੇ ਵਿੱਚ ਸੱਦ ਲਿਆ। ਬੋਲੋ ਹਾਲੇਲੂਇਆ। ਅਸਚਰਜ ਚਾਨਣ ਦੇ ਵਿੱਚ ਸੱਦ ਲਿਆ। ਸਵਰਗ ਦੇ ਵਿੱਚ ਚਾਨਣ ਆ, ਹਨੇਰਾ ਨਹੀਂ ਆ ਉੱਥੇ। ਬਾਈਬਲ ਜਗਤ ਨੂੰ ਹਨੇਰਾ ਆਖਦਾ ਹੈ ਕਿ ਹਨੇਰੇ ਦੇ ਵਿੱਚ ਉਹਨੇ ਤੁਹਾਨੂੰ ਚੁਣ ਲਿਆ, ਤੁਹਾਨੂੰ ਚਾਨਣ ਬਣਾ ਦਿੱਤਾ। ਬਾਈਬਲ ਕਹਿੰਦਾ ਤੁਸੀਂ ਜਗਤ ਦੇ ਚਾਨਣ ਆ। ਕਿੱਦਾਂ? ਉਹਨੇ ਤੁਹਾਨੂੰ ਜਦੋਂ ਚੁਣਿਆ ਫਿਰ ਤੁਸੀਂ ਚਾਨਣ ਹੋਏ, ਨਹੀਂ ਤਾਂ ਆਪਾਂ ਵੀ ਹਨੇਰੇ ਦੇ ਵਿੱਚ ਸੀਗੇ। ਉਹਨੇ ਤੁਹਾਨੂੰ ਆਪਣੇ ਅਸਚਰਜ ਚਾਨਣ ਦੇ ਲਈ ਬੁਲਾ ਲਿਆ, ਅਸਚਰਜ ਚਾਨਣ ਦੇ ਵਿੱਚ ਲੈ ਆਂਦਾ ਤੁਹਾਨੂੰ। ਹਾਲੇਲੂਇਆ। ਤੁਸੀਂ ਤੇ ਮੈਂ ਚੁਣਿਆ ਹੋਇਆ ਵੰਸ਼, ਉਹਦੀ ਪਵਿੱਤਰ ਕੌਮ ਆ, ਉਹਦੀ ਖਾਸ ਪ੍ਰਜਾ ਆ, ਜਾਜਕਾਂ ਦੀ ਸ਼ਾਹੀ ਮੰਡਲੀ ਆ। ਤੇ ਜੇ ਤੁਹਾਨੂੰ ਇੰਨੀ ਸਮਝ ਆ ਗਈ ਆ ਤੇ ਬਾਈਬਲ ਕਹਿੰਦਾ ਫਿਰ ਉਹਦੇ ਗੁਣਾਂ ਦਾ ਪ੍ਰਚਾਰ ਕਰੋ, ਉਹਦੇ ਗਵਾਹ ਬਣੋ ਕਿ ਯਿਸੂ ਮਸੀਹ ਕੀ ਕਰ ਸਕਦਾ ਹੈ। ਜੇ ਉਹ ਤੁਹਾਨੂੰ ਆਜ਼ਾਦ ਕਰ ਸਕਦਾ ਆ ਤੇ ਉਹ ਤੈਨੂੰ ਵੀ ਆਜ਼ਾਦ ਕਰ ਸਕਦਾ ਮੇਰੀ ਭੈਣ, ਉਹ ਤੈਨੂੰ ਵੀ ਆਜ਼ਾਦ ਕਰ ਸਕਦਾ ਮੇਰੇ ਭਰਾ। ਉਹਨੇ ਮੈਨੂੰ ਜੋ ਆਜ਼ਾਦ ਕੀਤਾ, ਮੈਨੂੰ ਉਹਨੇ ਪਾਪ ਤੋਂ ਆਜ਼ਾਦ ਕੀਤਾ, ਮੈਨੂੰ ਬੁਰੀ ਆਦਤਾਂ ਤੋਂ ਆਜ਼ਾਦ ਕੀਤਾ। ਜੇ ਉਹਨੇ ਮੈਨੂੰ ਆਜ਼ਾਦ ਕੀਤਾ ਤੇ ਤੈਨੂੰ ਵੀ ਆਜ਼ਾਦ ਕਰੇਗਾ। ਮੈਂ ਏਦਾਂ 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 ਕੀਤਾ, ਤੂੰ ਵੀ ਏਦਾਂ ਕਰ। ਮੈਂ ਆਪਣਾ ਜੀਵਨ ਖੁਦਾ ਨੂੰ ਦਿੱਤਾ। ਮੈਂ ਦੁਆ ਦੇ ਵਿੱਚ ਰਹੀ ਆ ਜਾਂ ਰਿਹਾ ਆ। ਮੈਂ ਬਾਈਬਲ ਨੂੰ ਪੜ੍ਹਿਆ, ਲਗਾਤਾਰ ਚਰਚ 'ਚ ਸੰਗਤੀ ਕੀਤੀ, ਆਪਣੇ ਅਗੂਏ ਦੀ ਆਗਿਆਕਾਰੀ ਦੇ ਵਿੱਚ ਰਹੇ ਆ। ਤੇ ਤੂੰ ਵੀ ਏਦਾਂ ਕਰ ਤੇ ਤੂੰ ਵੀ ਆਪਣੀ ਬਿਮਾਰੀ ਤੋਂ, ਦੁੱਖਾਂ ਤੋਂ, ਪਰੇਸ਼ਾਨੀਆਂ ਤੋਂ ਆਜ਼ਾਦ ਹੋ ਜਾਏਂਗੇ। ਬੋਲੋ ਆਮੀਨ। ਹਾਲੇਲੂਇਆ। ਇਹ ਆ ਖੁਦਾ ਦੇ ਗੁਣ ਜਿਨ੍ਹਾਂ ਦਾ ਤੁਸੀਂ ਤੇ ਮੈਂ ਪ੍ਰਚਾਰ ਕਰਦੇ ਆ ਔਰ ਕਰਦੇ ਰਹਿਣਾ ਆ ਮਰਦੇ ਦਮ ਤੱਕ। ਬੋਲੋ ਆਮੀਨ। ਹਾਲੇਲੂਇਆ। ਨੈਕਸਟ ਵਰਸ ਦੇ ਵਿੱਚ ਏਦਾਂ ਲਿਖਿਆ ਆ, ਲੂਕਾ ਦਾ ਅੰਜੀਲ, ਜਦੋਂ ਤੁਸੀਂ ਮੇਰੇ ਨਾਲ ਪੜੋਗੇ ਉਹਦਾ 5 ਨੰਬਰ ਅਧਿਆਇ। ਲੂਕਾ ਦਾ ਅੰਜੀਲ ਉਹਦਾ 5 ਨੰਬਰ ਅਧਿਆਇ। ਜਿਹੜੇ ਚੁਣੇ ਹੋਏ ਲੋਕ ਆ ਉਹ ਕੀ ਕਰ ਸਕਦੇ ਆ? ਦੇਖੋ ਬਾਈਬਲ ਕੀ ਆਖਦਾ। ਲੂਕਾ ਦਾ ਅੰਜੀਲ ਉਹਦਾ 5 ਨੰਬਰ ਅਧਿਆਇ, ਉਹਦਾ 10 ਔਰ 11 ਨੰਬਰ ਪੰਕਤੀ ਦੇ ਵਿੱਚ ਏਦਾਂ ਲਿਖਿਆ ਆ। ਸੁਣਨਾ ਬੜੇ ਧਿਆਨ ਦੇ ਨਾਲ। ਲੂਕਾ ਦਾ ਅੰਜੀਲ ਉਹਦਾ 5 ਨੰਬਰ ਅਧਿਆਇ, ਉਹਦਾ 10 ਔਰ 11 ਨੰਬਰ ਪੰਕਤੀ ਲਿਖਿਆ। ਇਸੇ ਤਰ੍ਹਾਂ ਜਬਦੀ ਦੇ ਪੁੱਤਰ ਯਾਕੂਬ ਅਤੇ ਯਹੋਨਾ ਵੀ ਜੋ ਸ਼ਮੌਨ ਦੇ ਸਾਂਝੀ ਸਨ ਹੈਰਾਨ ਹੋਏ। ਹੈਰਾਨ ਕਿਸ ਗੱਲ ਤੋਂ ਹੋਏ ਆ? ਸੁਣਨਾ ਬੜੇ ਧਿਆਨ ਦੇ ਨਾਲ ਕਿ ਜਦੋਂ ਪਤਰਸ ਜਾਲ ਪਾ ਰਿਹਾ ਆ, ਪੂਰੀ ਰਾਤ ਮੱਛੀ ਫੜਨ ਦੇ ਲਈ ਕੁਝ ਵੀ ਹਾਸਲ ਨਹੀਂ ਹੋਇਆ। ਸੱਜੇ ਖੱਬੇ, ਅੱਗੇ ਪਿੱਛੇ, ਗਹਿਰੇ ਦੇ ਵਿੱਚ, ਸੈਂਟਰ ਦੇ ਵਿੱਚ, ਕਾਰਨਰ ਤੇ ਸਾਰੇ ਪਾਸੇ ਉਹਨੇ ਜਾਲ ਪਾ ਲਿਆ ਤੇ ਕੁਝ ਵੀ ਹਾਸਲ ਨਹੀਂ ਹੋਇਆ। ਫਿਰ ਜਦੋਂ ਥੱਕ ਹਾਰ ਗਿਆ, ਆਪਣੇ ਜਾਲ ਸਵਾਰਦਾ ਪਿਆ ਤੇ ਯਿਸੂ ਮਸੀਹ ਉਸ ਥਾਂ ਦੇ ਉੱਪਰ ਪਹੁੰਚਦੇ ਆ ਤੇ ਕੀ ਆਖਦੇ ਆ? ਕਹਿੰਦੇ ਪਤਰਸ ਗਹਿਰੇ ਦੇ ਵਿੱਚ ਲੈ ਚੱਲ ਔਰ ਸੱਜੇ ਪਾਸੇ ਜਾਲ ਪਾ। ਔਰ ਕੀ ਹੁੰਦਾ ਆ? ਕਹਿੰਦਾ ਪ੍ਰਭੂ ਅਸੀਂ ਸਾਰੀ ਰਾਤ ਮਿਹਨਤ ਕੀਤੀ ਆ, ਕੁਝ ਵੀ ਹਾਸਲ ਨਹੀਂ ਹੋਇਆ, ਪਰ ਫਿਰ ਵੀ ਕਹਿੰਦਾ ਤੇਰੇ ਆਖੇ ਅਨੁਸਾਰ ਮੈਂ ਏਦਾਂ ਕਰਾਂਗਾ। ਹਾਲੇਲੂਇਆ। ਕੀ ਸਿੱਖਦੇ ਆਪਾਂ ਇੱਥੋਂ? ਕਿ ਜਦੋਂ ਖੁਦਾ ਦੀ ਉਹਨੇ ਗੱਲ ਨੂੰ ਮੰਨਿਆ,
ਜਦੋਂ ਪਤਰਸ ਨੇ ਯਿਸੂ ਮਸੀਹ ਦੀ ਗੱਲ ਨੂੰ ਮੰਨਿਆ ਤੇ ਕੀ ਹੋ ਗਿਆ? ਬਾਈਬਲ ਆਖਦਾ ਇੰਨੀਆਂ ਮੱਛੀਆਂ ਘੇਰ ਲਈਆਂ ਉਹਨਾਂ ਨੇ ਕਿ ਜਾਲ ਫਟਣ ਲੱਗ ਗਏ ਉਹਨਾਂ ਨੇ ਪਤਰਸ ਨੇ ਆਪਣੇ ਦੋਸਤਾਂ ਨੂੰ, ਯਾਰਾਂ ਦੋਸਤਾਂ ਨੂੰ, ਭੈਣਾਂ ਭਰਾਵਾਂ ਨੂੰ, ਆਪਣਿਆਂ ਨੂੰ ਬੁਲਾਇਆ, ਨਾਲ ਸਾਂਝੀ ਇਕੱਠੇ ਕੀਤੇ ਕਿ ਉਹ ਜਾਲ ਨੂੰ ਉੱਪਰ ਤੱਕ ਲੈ ਕੇ ਆਉਣ ਦੇ ਵਿੱਚ, ਮੱਛੀਆਂ ਨੂੰ ਕਸ਼ਤੀ 'ਚ ਪਾਉਣ ਦੇ ਲਈ ਉਹਨਾਂ ਦੀ ਮਦਦ ਕਰਨ। ਹਾਲੇਲੂਇਆ। ਇੰਨੀ ਬਲੈਸਿੰਗਸ ਦਿੰਦਾ, ਕਹਿੰਦਾ ਤੁਹਾਨੂੰ ਮੈਂ ਇੰਨੀ ਬਰਕਤ ਦੇਵਾਂਗਾ, ਤੁਹਾਡੇ ਕੋਲ ਰੱਖਣ ਨੂੰ ਥਾਂ ਨਾ ਹੋਵੇਗਾ ਜਦੋਂ ਮੈਂ ਕਹਿੰਦਾ ਆਕਾਸ਼ ਤੇ ਝਰੋਖੇ ਖੋਲਾਂਗਾ ਤੁਹਾਡੇ ਲਈ। ਇੰਨੀ ਬਰਕਤ ਉਡੇਲ ਦੇਵਾਂਗਾ, ਤੁਹਾਡੇ ਕੋਲ ਰੱਖਣ ਨੂੰ ਥਾਂ ਨਾ ਹੋਵੇਗਾ। ਬੋਲੋ ਆਮੀਨ। ਹਾਲੇਲੂਇਆ। ਸਮਝਣਾ ਇਸ ਗੱਲ ਨੂੰ। ਉਸ ਤੋਂ ਬਾਅਦ ਫਿਰ ਕੀ ਹੁੰਦਾ ਹੈ? ਉਸ ਤੋਂ ਬਾਅਦ ਦੇਖੋ ਕੀ ਕਹਿੰਦਾ ਸ਼ਮੌਨ ਪਤਰਸ ਕਹਿੰਦਾ, ਇਹਨੂੰ ਜਦੋਂ ਤੁਸੀਂ ਪੜੋਗੇ ਪੂਰੇ ਅਧਿਆਇ ਨੂੰ ਤੁਹਾਨੂੰ ਪਤਾ ਲੱਗੇਗਾ। ਪਤਰਸ ਕਹਿੰਦਾ ਪ੍ਰਭੂ ਮੈਂ ਪਾਪੀ ਬੰਦਾ, ਮੇਰੇ ਤੋਂ ਦੂਰ ਹੋ ਜਾ। ਕਹਿੰਦਾ ਮੈਂ ਪਾਪੀ ਮਨੁੱਖ ਹਾਂ, ਮੇਰੇ ਤੋਂ ਦੂਰ ਹੋ ਜਾ। ਇਸ ਤੋਂ ਪਹਿਲਾਂ ਪਤਰਸ ਦੇ ਨਾਲ ਯਿਸੂ ਮਸੀਹ ਦੀਆਂ ਪਹਿਲਾਂ ਵੀ ਮੁਲਾਕਾਤਾਂ ਹੋਈਆਂ, ਪਰ ਕੀ ਹੋਇਆ? ਪਤਰਸ ਨੇ ਮੱਛੀ ਫੜਨਾ ਛੱਡਿਆ ਨਹੀਂ। ਫਿਰ ਜਦੋਂ ਯਿਸੂ ਮਸੀਹ ਦੇ ਨਾਲ ਆਹ ਵਾਲੀ ਮੁਲਾਕਾਤ ਹੋਈ ਪਤਰਸ ਦੀ, ਤੇ ਇੱਥੇ ਫਿਰ ਯਿਸੂ ਮਸੀਹ ਨੇ ਉਹਨੂੰ ਕੀ ਕਿਹਾ? ਸੁਣੋ ਬੜੇ ਧਿਆਨ ਦੇ ਨਾਲ। ਲਿਖਿਆ, ਤਦ ਯਿਸੂ ਨੇ ਸ਼ਮੌਨ ਨੂੰ ਆਖਿਆ ਨਾ ਡਰ। ਕਹਿੰਦਾ ਇਦੋਂ ਅੱਗੇ ਤੂੰ ਮਨੁੱਖਾਂ ਦਾ ਸ਼ਿਕਾਰੀ ਹੋਵੇਂਗਾ। ਤੂੰ ਮੇਰੇ ਗੁਣਾਂ ਦਾ ਪ੍ਰਚਾਰ ਕਰੇਗਾ ਮਨੁੱਖਾਂ ਦੇ ਅੱਗੇ। ਹਾਲੇਲੂਇਆ। ਇਸ ਤੋਂ ਅੱਗੇ ਕਹਿੰਦਾ ਤੂੰ ਮਨੁੱਖਾਂ ਦਾ ਸ਼ਿਕਾਰੀ ਹੋਏਗਾ। ਔਰ ਅੱਗੇ ਲਿਖਿਆ ਕਹਿੰਦਾ ਤਦ ਉਹ ਆਪਣੀਆਂ ਬੇੜੀਆਂ ਕੰਡੇ ਲਿਆਏ ਔਰ ਸਭ ਕੁਝ ਛੱਡ ਕੇ ਉਹਦੇ ਮਗਰ ਹੋ ਤੁਰੇ। ਬੋਲੋ ਆਮੀਨ। ਹਾਲੇਲੂਇਆ। ਮੈਂ ਨਹੀਂ ਪੜਿਆ ਬਾਈਬਲ 'ਚ, ਫਿਰ ਉਹਨੇ ਮੱਛੀਆਂ ਫੜੀਆਂ, ਸਭ ਕੁਝ ਛੱਡ ਦਿੱਤਾ ਉਹਨੇ, ਮਛਵਾਰੇ ਦਾ ਕੰਮ ਹੀ ਛੱਡ ਦਿੱਤਾ ਉਹਨੇ। ਫਿਰ ਯਿਸੂ ਦੇ ਮਗਰ ਲੱਗ ਗਿਆ, ਸਿੱਖਿਆ ਲਈ, ਸਿੱਖਿਆ ਲਈ, ਤੇ ਫਿਰ ਉਹ ਖੁਦਾ ਦੇ ਕੰਮ ਕਰਨ ਲੱਗ ਗਿਆ, ਉਹਦੇ ਗੁਣਾਂ ਦਾ ਪ੍ਰਚਾਰ ਕਰਨ ਲੱਗ ਗਿਆ। ਹਾਲੇਲੂਇਆ। ਸਮਝਣਾ ਇਸ ਗੱਲ ਨੂੰ। ਜਦੋਂ ਜਿਹੜਾ ਚੁਣਿਆ ਹੁੰਦਾ ਨਾ, ਉਹ ਫਿਰ ਸਭ ਕੁਝ ਛੱਡ ਦਿੰਦਾ ਖੁਦਾ ਦੇ ਲਈ। ਯਿਸੂ ਮਸੀਹ ਕਹਿੰਦੇ ਕੌਣ ਆ ਜਿਹਨੇ ਮੇਰੀ ਖਾਤਰ ਕਹਿੰਦੇ ਭੈਣ ਭਰਾ, ਮਾਂ ਬਾਪ, ਜ਼ਮੀਨ ਜਾਇਦਾਦਾਂ ਨੂੰ ਛੱਡਿਆ ਹੋਵੇ? ਜੇ ਛੱਡਿਆ ਆ ਤਾਂ ਕਹਿੰਦਾ 100 ਗੁਣਾ ਉਹ ਪ੍ਰਾਪਤ ਕਰੇਗਾ। ਬੋਲੋ ਆਮੀਨ। ਹਾਲੇਲੂਇਆ। ਜੇ ਯਿਸੂ ਮਸੀਹ ਅੱਜ ਤੁਹਾਨੂੰ ਵੀ ਕਹਿ ਰਿਹਾ, ਜੇ ਕਿਸੇ ਨੇ ਮੇਰੀ ਖਾਤਰ ਨਸ਼ਾ, ਪਾਪ, ਆਪਣੀਆਂ ਮਨ ਮਰਜ਼ੀਆਂ, ਆਪਣੇ ਮਨ ਦੀਆਂ ਇੱਛਾਵਾਂ, ਆਪਣਾ ਆਨੰਦ, ਆਪਣਾ ਸਰੂਰ, ਜੋ ਉਹਨੂੰ ਚੰਗਾ ਲੱਗਦਾ ਜਗਤ ਦੇ ਵਿੱਚ, ਕਹਿੰਦੇ ਜੇ ਮੇਰੀ ਖਾਤਰ ਉਹਨੇ ਛੱਡਿਆ ਤੇ 100 ਗੁਣਾ ਪ੍ਰਾਪਤ ਕਰੇਗਾ। ਹਾਲੇਲੂਇਆ। ਜੇ ਮੇਰੇ ਵਚਨਾਂ ਨੂੰ ਦੇਖ ਕੇ ਉਹਨੇ ਛੱਡਿਆ, ਜੇ ਮੈਨੂੰ ਦੇਖ ਕੇ ਉਹਨੇ ਛੱਡਿਆ, ਜੇ ਮੈਨੂੰ ਜਾਣ ਕੇ ਉਹਨੇ ਛੱਡਿਆ, ਜੇ ਮੈਨੂੰ ਪਹਿਚਾਣ ਕੇ ਉਹਨੇ ਛੱਡਿਆ ਹੈ ਸਭ ਕੁਝ, ਤੇ ਉਹ 100 ਗੁਣਾ ਪ੍ਰਾਪਤ ਕਰੇਗਾ ਸਵਰਗ ਦੇ ਵਿੱਚ। ਬੋਲੋ ਆਮੀਨ। ਹਾਲੇਲੂਇਆ। ਚੁਣੇ ਹੋਏ ਲੋਕ ਸਭ ਕੁਝ ਛੱਡ ਦਿੰਦੇ ਆ ਖੁਦਾ ਦੇ ਲਈ, ਪਰ ਜਿਹੜੇ ਸੱਦੇ ਹੋਏ ਆ ਉਹ ਕਦੀ ਕਦੀ ਛੱਡਦੇ, ਕਦੀ ਕਦੀ ਫੜ ਲੈਂਦੇ, ਕਦੀ ਕਦੀ ਛੱਡਦੇ, ਕਦੀ ਕਦੀ ਫੜ ਲੈਂਦੇ ਆ। ਇਹ ਸੱਦੇ ਹੋਏ ਲੋਕ ਆ, ਸਵਰਗ ਨਹੀਂ ਜਾਣਗੇ, ਯਾਦ ਰੱਖਣਾ। ਹਾਲੇਲੂਇਆ। ਲਾਸਟ ਵਰਸ ਮੇਰੇ ਨਾਲ ਓਪਨ ਕਰੋ, ਕਲੂਸੀਆਂ ਦਾ ਪੁਸਤਕ, ਉਹਦਾ 3 ਨੰਬਰ ਅਧਿਆਇ। ਕਲੂਸੀਆਂ ਦਾ ਪੁਸਤਕ, ਉਹਦਾ 3 ਨੰਬਰ ਅਧਿਆਇ, ਉਹਦਾ 12 ਤੋਂ 14 ਨੰਬਰ ਪੰਕਤੀ ਤੱਕ ਪੜ੍ਹਨਾ ਆ। ਤੁਸੀਂ ਸੁਣਨਾ ਬੜੇ ਧਿਆਨ ਦੇ ਨਾਲ। ਅਸੀਂ ਉਤਾਹਾਂ ਦੇ ਆ, ਜਦੋਂ ਚੁਣੇ ਗਏ ਆ, ਫਿਰ ਅਸੀਂ ਉਤਾਹਾਂ ਦੇ ਹੋ ਗਏ ਆ, ਤੇ ਫਿਰ ਅਸੀਂ ਉਤਾਹਾਂ ਦੀਆਂ ਗੱਲਾਂ ਦੇ ਉੱਪਰ ਮਨ ਲਗਾਉਣਾ। ਜੇ ਉੱਚੀ ਉਡਾਨ ਰੱਖਣੀ ਆ, ਜੇ ਉਕਾਬਾਂ ਦੀ ਮਾਨਿੰਦ ਉਚਾਈਆਂ ਦੇ ਉੱਪਰ ਉੱਡਣਾ ਆ, ਉਚਾਈਆਂ ਦੇ ਉੱਪਰ ਰਹਿਣਾ ਆ, ਤੇ ਉਚਾਈਆਂ ਦੇ ਬਾਰੇ ਤੁਹਾਨੂੰ ਪਤਾ ਵੀ ਹੋਣਾ ਚਾਹੀਦਾ, ਉੱਪਰ ਦਾ ਵੈਦਰ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ, ਉੱਪਰਲਾ ਮਾਹੌਲ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿੱਦਾਂ ਉੱਪਰ ਜਾ ਕੇ ਹੈਂਡਲ ਕਰਨਾ ਹੈ। ਅਗਰ ਹਨੇਰੀ ਆ ਜਾਏ, ਤੂਫਾਨ ਆ ਜਾਏ, ਹਵਾ ਤੇਜ਼ ਆ ਜਾਵੇ, ਕੁਛ ਵੀ ਆ ਜਾਵੇ, ਬੱਦਲ ਵੀ ਆ ਜਾਣ, ਤੇ ਫਿਰ ਕਿੱਦਾਂ ਹੈਂਡਲ ਕਰਨਾ ਆ। ਤੇ ਇਸ ਕਰਕੇ ਬਾਈਬਲ ਕਹਿੰਦਾ ਤੁਸੀਂ ਉਤਾਹਾਂ ਦੀਆਂ ਗੱਲਾਂ ਤੇ ਮਨ ਲਗਾਓ। ਕਿੱਦਾਂ ਹੈਂਡਲ ਕਰਨਾ? ਉੱਚੀ ਉਡਾਨ ਤਾਂ ਮਾਰ ਲਓਗੇ, ਪਰ ਉੱਪਰ ਜਾ ਕੇ ਸੰਭਲਣਾ ਕਿੱਦਾਂ ਹੈ, ਆਪਣੇ ਆਪ ਨੂੰ ਸੰਭਾਲਣਾ ਕਿੱਦਾਂ ਹੈ, ਉਹਦੇ ਬਾਰੇ ਵੀ ਧਿਆਨ ਦੇਣਾ ਪੈਣਾ ਹੈ। ਹਾਲੇਲੂਇਆ। ਔਰ ਅੱਗੇ ਦੇਖੋ ਬਾਈਬਲ ਕੀ ਆਖਦਾ, ਜਦੋਂ ਕਲੂਸੀਆਂ ਦਾ ਪੁਸਤਕ, ਉਹਦਾ 3 ਨੰਬਰ ਅਧਿਆਇ, ਉਹਦਾ 12 ਤੋਂ 14 ਨੰਬਰ ਪੰਕਤੀ ਤੱਕ ਪੜ੍ਹਦੇ ਆ। ਉਹਦੇ ਵਿੱਚ ਏਦਾਂ ਲਿਖਿਆ ਆ, ਕਹਿੰਦਾ ਸੋ ਤੁਸੀਂ ਪਰਮੇਸ਼ਵਰ ਦੀਆਂ ਚੁਣਿਆ ਹੋਇਆਂ ਦੀ ਤਰ੍ਹਾਂ, ਜਿਹੜੇ ਪਵਿੱਤਰ ਔਰ ਪਿਆਰੇ ਹਨ, ਰਹਿਮਦਿਲੀ ਤੁਹਾਡੇ ਅੰਦਰ ਹੋਣੀ ਚਾਹੀਦੀ ਆ। ਜਦੋਂ ਖੁਦਾ ਨੇ ਤੁਹਾਨੂੰ ਚੁਣ ਲਿਆ, ਕਹਿੰਦਾ ਤੁਸੀਂ ਚੁਣਿਆ ਹੋਇਆਂ ਦੀ ਤਰ੍ਹਾਂ। ਲਿਖਿਆ, ਸੋ ਤੁਸੀਂ ਪਰਮੇਸ਼ਵਰ ਦੇ ਚੁਣਿਆ ਹੋਇਆਂ ਦੇ ਵਾਂਗੂ, ਜਿਹੜੇ ਪਵਿੱਤਰ ਔਰ ਪਿਆਰੇ ਹਨ, ਰਹਿਮਦਿਲੀ, ਦਿਆਲਗੀ, ਅਧੀਨਗੀ, ਨਰਮਾਈ ਔਰ ਧੀਰਜ ਨੂੰ ਪਹਿਨ ਲਓ। ਜਿਹੜੇ ਚੁਣੇ ਹੋਏ ਲੋਕ ਆ, ਉਹਨਾਂ ਦੇ ਇਹ ਸਿੰਪਟਮ ਆ। ਜਦੋਂ ਇਹ ਚੀਜ਼, ਇਹ ਗੱਲਾਂ ਕਿਸੇ ਵਿਅਕਤੀ 'ਚ ਤੁਹਾਨੂੰ ਨਜ਼ਰ ਆਣ, ਤੇ ਸਮਝ ਲੈਣਾ ਕਿ ਇਹ ਚੁਣਿਆ ਹੋਇਆ ਵਿਅਕਤੀ ਆ, ਇਹ ਚੁਣੀ ਹੋਈ ਲੇਡੀ ਆ, ਇਹ ਚੁਣਿਆ ਹੋਇਆ ਮਰਦ ਆ।
ਜਦੋਂ ਇਹ ਜਿਹੜੀਆਂ ਨਿਸ਼ਾਨੀਆਂ, ਇਹ ਗੱਲਾਂ ਉਹਦੇ ਵਿਅਕਤੀ ਦੇ ਜੀਵਨ 'ਚ ਪਾਈਆਂ ਜਾਣ, ਜਦੋਂ ਉਹ ਦਿਆਲੂ ਹੋਵੇ, ਜਦੋਂ ਅਧੀਨਗੀ ਕੁੱਟ-ਕੁੱਟ ਕੇ ਉਹਦੇ ਅੰਦਰ ਭਰੀ ਹੋਵੇ, ਨਮਰਤਾ ਉਹਦੇ ਅੰਦਰ ਹੋਵੇ ਔਰ ਸਬਰ ਉਹਦੇ ਅੰਦਰ ਹੋਵੇ, ਤੇ ਉਹ ਤਰਸ ਖਾਣ ਵਾਲਾ ਹੋਵੇ ਜਾਂ ਖਾਣ ਵਾਲੀ ਹੋਵੇ, ਤੇ ਸਮਝ ਲੈਣਾ ਕਿ ਇਹ ਚੁਣਿਆ ਹੋਇਆ ਪਰਸਨ ਆ, ਖੁਦਾ ਦਾ ਚੁਣਿਆ ਹੋਇਆ ਪਰਸਨ ਆ, ਸਪੈਸ਼ਲ ਪਰਸਨ ਆ। ਹਾਲੇਲੂਇਆ। ਕਹਿੰਦਾ ਸੱਦੇ ਹੋਏ ਤਾਂ ਬਹੁਤ ਆ, ਪਰ ਚੁਣੇ ਹੋਏ ਘੱਟ ਆ। ਮਤਲਬ ਇਸ ਗੱਲ ਤੋਂ ਤੁਸੀਂ ਅੰਦਾਜ਼ਾ ਲਗਾ ਲੈਣਾ ਕਿ ਇੱਕ ਸਪੈਸ਼ਲ ਪਰਸਨ ਆ, ਖੁਦਾ ਦੀ ਨਜ਼ਰ ਆ ਇਹਦੇ ਉੱਪਰ। ਇੰਨੇ ਲੱਖਾਂ ਕਰੋੜਾਂ ਦੁਨੀਆ ਦੇ ਵਿੱਚ ਇਸ ਸਪੈਸ਼ਲ ਪਰਸਨ ਆ ਇਹ, ਜਿਹਦੇ ਉੱਪਰ ਖੁਦਾ ਦੀ ਨਜ਼ਰ ਆ, ਜਿਹਦੇ ਅੰਦਰ ਇਹ ਕੰਮ ਪਾਏ ਜਾਂਦੇ ਆ, ਜਿਹਦੇ ਅੰਦਰ ਦਿਆਲਗੀ ਆ, ਅਧੀਨਗੀ ਆ, ਨਰਮਾਈ ਆ, ਰਹਿਮਦਿਲੀ ਆ, ਤਰਸ ਆ, ਧੀਰਜ ਆ। ਤਾਂ ਜੇ ਤੁਹਾਨੂੰ ਇਹ ਮਿਲੇ ਇੱਕ ਵਿਅਕਤੀ ਦੇ ਅੰਦਰ, ਤੇ ਉਹਦੇ ਨਾਲ ਇੱਕ ਅੱਛਾ ਟਰੀਟ ਕਰਨਾ, ਉਹ ਉਥੋਂ ਤੁਹਾਨੂੰ ਬਰਕਤ ਮਿਲ ਸਕਦੀ ਆ, ਉਹਦੇ ਦੁਆਰਾ ਤੁਹਾਨੂੰ ਆਸ਼ੀਸ਼ ਮਿਲ ਸਕਦੀ ਆ, ਉਹਦੇ ਤੋਂ ਤੁਹਾਨੂੰ ਬਰਕਤ ਮਿਲ ਸਕਦੀ ਆ, ਕਿਉਂਕਿ ਉਹ ਇੱਕ ਸਪੈਸ਼ਲ ਪਰਸਨ ਆ ਖੁਦਾ ਦੀ ਨਜ਼ਰਾਂ ਦੇ ਵਿੱਚ। ਹਾਲੇਲੂਇਆ। ਕਹਿੰਦਾ ਤੁਸੀਂ ਵੀ ਚੁਣਿਆ ਹੋਇਆਂ ਦੀ ਤਰ੍ਹਾਂ, ਜੋ ਪਰਮੇਸ਼ਵਰ ਦੇ ਚੁਣੇ ਹੋਇਆ, ਰਹਿਮਦਿਲੀ, ਨਰਮਾਈ, ਦਿਆਲਗੀ, ਅਧੀਨਗੀ ਔਰ ਧੀਰਜ ਨੂੰ ਕਹਿੰਦਾ ਪਹਿਨ ਲਓ। ਔਰ ਅੱਗੇ ਕੀ ਲਿਖਿਆ? ਕਹਿੰਦਾ ਤੇ ਜੇ ਕੋਈ ਕਿਸੇ ਉੱਤੇ ਗਿਲਾ ਰੱਖਦਾ ਵੀ ਹੋਵੇ ਤਾਂ ਇੱਕ ਦੂਏ ਦੀ ਸਹਿ ਲਵੇ ਅਤੇ ਇੱਕ ਦੂਏ ਨੂੰ ਮਾਫ ਕਰ ਦੇਵੇ, ਜਿਵੇਂ ਪ੍ਰਭੂ ਨੇ ਤੁਹਾਨੂੰ ਮਾਫ ਕੀਤਾ ਤਿਵੇਂ ਤੁਸੀਂ ਵੀ ਕਰੋ। ਹਾਲੇਲੂਇਆ। क्षमा ਕਰ ਦਿਓ। ਰਿਸ਼ਤਿਆਂ ਨੂੰ ਬਰਕਰਾਰ ਰੱਖਣਾ ਹੈ ਤਾਂ ਮਾਫ ਕਰ ਦਿਓ, ਰਿਸ਼ਤਿਆਂ ਨੂੰ ਬਣਾ ਕੇ ਰੱਖਣਾ ਹੈ ਤਾਂ ਮਾਫ ਕਰ ਦਿਓ, ਪਰਮੇਸ਼ਵਰ ਦੇ ਪਿਆਰ ਨੂੰ ਬਰਕਰਾਰ ਰੱਖਣਾ ਹੈ ਤਾਂ ਮਾਫ ਕਰ ਦਿਓ। ਜੇ ਚੁਣੇ ਹੋਏ ਆ, ਜੇ ਸੱਦੇ ਹੋਏ ਆ ਤਾਂ ਫਿਰ ਦਿਲ 'ਚ ਹੀ ਰੱਖੋਗੇ, ਮੂੰਹ ਤੋਂ ਤਾਂ ਮਾਫ ਕਰ ਦੂੰਗੇ ਪਰ ਦਿਲ ਦੇ ਵਿੱਚ ਗੁੱਸਾ ਤੁਹਾਡੇ ਰਹੇਗਾ। ਪਰ ਚੁਣਿਆ ਹੋਇਆ ਪਰਸਨ ਦਿਲੋਂ ਮਾਫ ਕਰਦਾ ਹੈ। ਬਾਈਬਲ ਕੀ ਕਹਿੰਦਾ? ਕਹਿੰਦਾ ਉਹ ਰਹਿਮਦਿਲੀ ਹੁੰਦਾ ਹੈ। ਰਹਿਮਦਿਲੀ ਨੂੰ ਵੀ ਕਹਿੰਦਾ ਪਹਿਨ ਲਓ ਆਪਣੇ ਉੱਪਰ। ਔਰ ਜਿਹੜਾ ਰਹਿਮਦਿਲੀ ਹੁੰਦਾ ਉਹ ਫਿਰ ਦਿਲ ਤੋਂ ਮਾਫ ਕਰਦਾ ਹੈ, ਮੂੰਹ ਤੋਂ ਨਹੀਂ। ਬਹੁਤੇ ਲੋਕ ਅੱਜ ਦੁਨੀਆ ਦੇ ਉੱਪਰ ਆਪਾਂ ਦੇਖਦੇ ਹਾਂ, ਅਗਰ ਕਿਸੇ ਗੱਲ ਨੂੰ ਲੈ ਕੇ ਲੜਾਈ ਝਗੜਾ, ਗੁੱਸਾ, ਕ੍ਰੋਧ ਹੋ ਵੀ ਜਾਂਦਾ ਹੈ ਤੇ ਫਿਰ ਕੀ ਹੁੰਦਾ? ਮੂੰਹ ਤੋਂ ਤਾਂ ਮਾਫ ਕਰ ਦਿੰਦੇ ਪਰ ਦਿਲ ਤੋਂ ਨਹੀਂ ਕਰਦੇ। ਔਰ ਖੁਦਾ ਦਿਲ ਤੋਂ ਮਾਫ ਕਰਨ ਵਾਲੇ ਨੂੰ ਪਸੰਦ ਕਰਦਾ ਹੈ। ਔਰ ਜਿਹੜਾ ਦਿਲ ਤੋਂ ਮਾਫ ਕਰਦਾ ਉਹ ਖੁਦਾ ਦਾ ਚੁਣਿਆ ਹੋਇਆ ਪਰਸਨ, ਸਪੈਸ਼ਲ ਪਰਸਨ ਆ। ਹਾਲੇਲੂਇਆ। ਤੁਸੀਂ ਸਪੈਸ਼ਲ ਆ ਖੁਦਾ ਦੀ ਨਜ਼ਰਾਂ ਦੇ ਵਿੱਚ, ਅਗਰ ਮੇਰੀਆਂ ਗੱਲਾਂ ਨੂੰ ਸਮਝ ਪਾ ਰਹੇ ਆ ਤਾਂ। ਹਾਲੇਲੂਇਆ। ਕਹਿੰਦਾ ਸੱਦੇ ਹੋਏ ਤਾਂ ਬਹੁਤ ਆ, ਚੁਣੇ ਹੋਏ ਥੋੜੇ। ਕਹਿੰਦਾ ਤੁਸੀਂ ਮੈਨੂੰ ਨਹੀਂ ਚੁਣਿਆ, ਮੈਂ ਤੁਹਾਨੂੰ ਚੁਣਿਆ ਹੈ। ਹਾਲੇਲੂਇਆ। ਤਾਂ ਜੇ ਕਹਿੰਦਾ ਮੈਂ ਤੁਹਾਨੂੰ ਚੁਣਿਆ ਤੇ ਮੇਰਾ ਅਧਿਕਾਰ ਤੁਹਾਡੇ ਉੱਪਰ। ਕੀ ਕਹਿੰਦਾ ਬਾਈਬਲ? ਕਹਿੰਦਾ ਯਿਸੂ ਨੇ ਆਪਣਾ ਲਹੂ ਦੇ ਕੇ ਤੁਹਾਨੂੰ ਮੁੱਲ ਖਰੀਦ ਲਿਆ। ਹੁਣ ਜੇ ਮੁੱਲ ਖਰੀਦ ਲਿਆ ਆ ਤੇ ਫਿਰ ਉਹਦਾ ਅਧਿਕਾਰ ਨਹੀਂ ਆ। ਅਸੀਂ ਉਹਦੇ ਅਧਿਕਾਰਾਂ ਨੂੰ ਤੋੜ ਦਿੰਨੇ ਆ। ਅਸੀਂ ਨਹੀਂ ਚਾਹੁੰਦੇ ਕਿ ਉਹ ਸਾਡੇ ਤੇ ਅਧਿਕਾਰ ਰੱਖੇ। ਉਹ ਕਹਿੰਦਾ ਆ ਕਿ ਦੁਆ ਕਰ, ਉਹ ਕਹਿੰਦਾ ਬਾਈਬਲ ਪੜ੍ਹ, ਉਹ ਕਹਿੰਦਾ ਸੰਗਤੀ ਕਰ, ਉਹ ਕਹਿੰਦਾ ਚਰਚ ਜਾ, ਪਰ ਆਪਾਂ ਉਹਦਾ ਅਧਿਕਾਰ ਜਿਹੜਾ ਸਾਡੇ ਉੱਪਰ, ਉਹਨੂੰ ਰੱਦਦੇ ਰਹਿੰਦੇ, ਕੱਟਦੇ ਰਹਿੰਦੇ ਆ, ਤੋੜਦੇ ਰਹਿੰਦੇ ਆ। ਇਸ ਲਈ ਫਿਰ ਉਹ ਕਹਿਣਾ ਹੀ ਬੰਦ ਕਰ ਦਿੰਦਾ। ਹਾਲੇਲੂਇਆ। ਸਮਝਣ ਦੀ ਜ਼ਰੂਰਤ ਹੈ ਇਸ ਗੱਲ ਦੀ ਕਿ ਜੇ ਉਹਨੇ ਤੁਹਾਨੂੰ ਚੁਣਿਆ ਆ, ਜੇ ਉਹਨੇ ਤੁਹਾਡੇ ਲਈ ਆਪਣਾ ਲਹੂ ਬਹਾਇਆ ਆ, ਆਪਣੀ ਜਾਨ ਦੇ ਕੇ ਤੁਹਾਨੂੰ ਮੁੱਲ ਲੈ ਲਿਆ ਆ। ਹੁਣ ਜਿਸ ਵੀ ਚੀਜ਼ ਨੂੰ ਅਸੀਂ ਧਰਤੀ ਦੇ ਉੱਪਰ ਰਹਿੰਦੇ ਆ, ਖਰੀਦਦਾਰੀ ਕਰਦੇ ਆ, ਅਗਰ ਤੁਸੀਂ ਬਾਈਕ ਖਰੀਦ ਲਿਆ ਆ, ਉਹਦੇ ਉੱਪਰ ਤੁਹਾਡਾ ਪੂਰਾ ਅਧਿਕਾਰ ਹੋ ਗਿਆ। ਉਹਨੂੰ ਤੁਸੀਂ ਅੱਗ ਲਾ ਦਿਓ, ਚਾਹੇ ਉਹਨੂੰ ਤੋੜ ਦੇਵੋ, ਕੋਈ ਨਹੀਂ ਤੁਹਾਨੂੰ ਰੋਕੇਗਾ। ਹਾਂ, ਬਿਨਾਂ ਖਰੀਦੇ ਸ਼ੋਰੂਮ ਦੇ ਵਿੱਚ ਜਾ ਕੇ ਜ਼ਰਾ ਤੋੜ ਕੇ ਦਿਖਾਓ ਤਾਂ ਕੋਈ ਚੀਜ਼, ਜ਼ਰਾ ਦੇਖਿਓ ਤਾਂ ਕਿਦਾਂ ਤੁਹਾਨੂੰ ਫੜਦੇ, ਤੁਹਾਨੂੰ ਕੁੱਟਦੇ, ਤੁਹਾਨੂੰ ਬਾਹਰ ਕੱਢਦੇ, ਤੁਹਾਨੂੰ ਥਾਣੇ ਲੈ ਕੇ ਜਾਓਗੇ। ਕਿਉਂ? ਕਿਉਂਕਿ ਉਹਦਾ ਤੁਸੀਂ ਮੁੱਲ ਨਹੀਂ ਤਾਰਿਆ ਹੈ। ਔਰ ਜਦੋਂ ਤੁਸੀਂ ਸ਼ੋਰੂਮ ਚੋਂ ਵਸਤੂ ਨੂੰ ਖਰੀਦ ਲਿਆ, ਚੀਜ਼ ਨੂੰ ਖਰੀਦ ਲਿਆ, ਭਾਵੇਂ ਸ਼ੋਰੂਮ ਚੋਂ ਬਾਹਰ ਨਿਕਲ ਕੇ ਤੋੜ ਦਿਓ ਤੁਸੀਂ, ਕੋਈ ਨਹੀਂ ਤੁਹਾਨੂੰ ਡਾਂਟੇਗਾ, ਕੋਈ ਨਹੀਂ ਤੁਹਾਨੂੰ ਕਹੇਗਾ। ਇਸੇ ਰੀਤੇ ਦੇ ਨਾਲ ਖੁਦਾ ਨੇ ਤੁਹਾਨੂੰ ਮੁੱਲ ਖਰੀਦ ਲਿਆ। ਜਦੋਂ ਸ਼ੈਤਾਨ ਤੁਹਾਨੂੰ ਤੋੜਦਾ ਆ, ਤੁਹਾਨੂੰ ਮਰੋੜਦਾ ਆ, ਤੁਹਾਨੂੰ ਗਿਰਾਉਂਦਾ ਹੈ, ਖੁਦਾ ਨੂੰ ਦੁੱਖ ਹੁੰਦਾ ਹੈ। ਸਮਝੋ ਇਸ ਗੱਲ ਨੂੰ। ਉਹਨੇ ਜਾਨ ਦਿੱਤੀ ਆਪਣੀ, ਫਿਰ ਤੁਹਾਨੂੰ ਮੁੱਲ ਖਰੀਦਿਆ। ਕਾਹਦੇ ਲਈ? ਕਿ ਤੁਸੀਂ ਉਹਦੇ ਗੁਣਾਂ ਦਾ ਪ੍ਰਚਾਰ ਕਰੋ। ਉਹਦੇ ਗੁਣ ਕੀ ਆ? ਨਸ਼ੇਈ ਬਣਨਾ, ਵਿਭਚਾਰੀ ਬਣਨਾ, ਗਲਤ ਸੋਚ ਦੇ ਗੁਲਾਮ ਬਣਨਾ, ਬਿਸਤਰ ਤੇ ਜਾਂਦੇ ਗੰਦੀਆਂ ਸੋਚਾਂ ਦੇ ਨਾਲ ਸੋਣਾ ਔਰ ਗਲਤ ਸੋਚਾਂ ਦੇ ਨਾਲ ਉੱਠਣਾ, ਇਹ ਉਹਦੇ ਗੁਣ ਆ? ਨਹੀਂ। ਬਾਈਬਲ ਕਹਿੰਦਾ ਉਹਦੇ ਗੁਣਾਂ ਦਾ ਪ੍ਰਚਾਰ ਕਰੋ। क्षमा ਕਰਨ ਵਾਲਾ ਖੁਦਾ ਆ, ਦਇਆ ਕਰਨ ਵਾਲਾ ਖੁਦਾ ਆ, ਸਦੀਪਕ ਜੀਵਨ ਦੇਣ ਵਾਲਾ ਖੁਦਾ ਆ, ਮਾਫ ਕਰਨ ਵਾਲਾ ਖੁਦਾ, ਬਰਕਤ ਦੇਣ ਵਾਲਾ ਖੁਦਾ, ਜ਼ਰੂਰਤਾਂ ਨੂੰ ਪੂਰਾ ਕਰਨ ਵਾਲਾ ਖੁਦਾ, ਬਿਮਾਰ ਨੂੰ ਹੀਲ ਕਰਨ ਵਾਲਾ ਖੁਦਾ। ਇਹ ਉਹਦੇ ਗੁਣ ਆ।
ਟੇਢੇ ਮੇਢੇ ਰਾਹ ਸਿੱਧੇ ਕਰਨ ਵਾਲਾ ਖੁਦਾ ਆ। ਜਿੱਥੇ ਰਾਹ ਹੀ ਨਹੀਂ ਆ ਉੱਥੇ ਰਾਹ ਬਣਾਉਣ ਵਾਲਾ ਖੁਦਾ ਆ। ਹਾਲੇਲੂਇਆ। ਇਹ ਉਹਦੇ ਗੁਣਾਂ ਦਾ ਪ੍ਰਚਾਰ ਕਰਨਾ ਆ। ਉੱਥੇ ਤੱਕ ਪ੍ਰਚਾਰ ਕਰਨਾ ਜਿੱਥੇ ਤੱਕ ਖੁਦਾ ਤੁਹਾਨੂੰ ਲੈ ਕੇ ਜਾਵੇ। ਬੋਲੋ ਆਮੀਨ। ਹਾਲੇਲੂਇਆ। ਆਈਏ ਆਪਣੀ ਅੱਖਾਂ ਨੂੰ ਬੰਦ ਕਰੀਏ ਔਰ ਦੁਆ ਦੀ ਹਾਲਤ ਦੇ ਵਿੱਚ ਚੱਲਦੇ ਹਾਂ। ਅੱਜ ਦੇ ਵਚਨ ਦੇ ਲਈ ਖੁਦਾਵੰਦ ਦਾ ਸ਼ੁਕਰ ਕਰੀਏ, ਕਿਉਂਕਿ ਉਹਦੀ ਕਿਰਪਾ ਦੇ ਨਾਲ ਹੀ ਇਹ ਸੰਭਵ ਹੋ ਪਾਇਆ ਆ ਕਿ ਤੁਸੀਂ ਤੇ ਮੈਂ ਅੱਜ ਉਹਦੀ ਹਜ਼ੂਰੀ ਦੇ ਵਿੱਚ ਸਮੇਂ ਬਿਤਾਈਏ ਔਰ ਖੁਦਾ ਦੇ ਕੋਲੋਂ ਬਰਕਤ ਲਈਏ। ਆਈਏ ਆਪਣੀ ਅੱਖਾਂ ਨੂੰ ਬੰਦ ਕਰੀਏ, ਅੱਜ ਦੇ ਵਚਨ ਦੇ ਉੱਪਰ ਮਨਨ ਕਰੀਏ। ਜੀਵਿਤ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਅਸੀਂ ਤੁਹਾਡਾ ਸ਼ੁਕਰ ਕਰਦੇ ਹਾਂ, ਸ਼ੁਕਰ ਕਰਦੇ ਹਾਂ ਖੁਦਾਵੰਦ, ਤੁਹਾਡਾ ਧੰਨਵਾਦ ਕਰਦੇ ਹਾਂ। ਹਾਲੇਲੂਇਆ। ਤਾਰੀਫ ਹੋ, ਤਾਰੀਫ ਹੋ, ਤਾਰੀਫ ਹੋ। पवित्र 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 अति पवित्र सेनाओं का यहोवा मेरा खुदा, माफ करने वाला, क्षमा करने वाला, दया करने वाला, अगे ਵਧਾਉਣ ਵਾਲਾ, जगत चो चुनन वाला मेरा परमेश्वर आ खुदावंद। मैं तेरे गुणा का प्रचार करा। मैनू बल दे, मैनू सामर्थ दे, मेरे ते अनुग्रह कर, मेरे ते सज्जा हाथ सदा ही बना के रख मेरे खुदावंद। पवित्र आत्मा उड़ेल मेरे जीवन दे ऊपर मेरे खुदावंद। यीशु दा लहू मेरे ऊपर आ जाए और मैनू शुद्ध करे मेरे खुदावंद। होण दे प्रभु, मैनू बल दे, मेरी जुबान नू तेज कर मेरे खुदावंद, मेरे शब्दां नू खुदावंद पर अपने सामर्थ दे नाल मेरे खुदावंद मैं तेरे गुणा का प्रचार कर सका। क्यों प्रचार कर सका? क्योंकि तू मैनू चुनिया आ मेरे प्रभु, तू मैनू अलग किया आ मेरे खुदावंद, तू मैनू जगत चो अलग कर लिया आ मेरे खुदावंद। मैं तेरा धन्नवाद करदा अज दे वचन का तर्जमा करन दे लई। पवित्र आत्मा सबना दे उपर कृपा कर, सुनन वालियां जिंदगियां निहाल होण, बरकत पाउण, बहाल होण मेरे प्रभु। होण दे मेरे परमेश्वर, होण दे मेरे खुदावंद। नवा सामर्थ, नवा अभिषेक इन्हां जिंदगियां दे उपर आवे। पवित्र आत्मा दा जोर इन्हां जिंदगियां दे उपर आवे खुदावंद। वचन दी गहराई, वचन दा तर्जमा इन्हां जिंदगियां दे उपर आवे मेरे परमेश्वर। होण दे मेरे खुदावंद। आजाद कर मेरे खुदावंद। अपनी चुनाहट, अपनी बुलाहट की कदर करन मेरे प्रभु, और मेहनत करन मेरे खुदावंद, और तेरे गुणा का प्रचार करन मेरे परमेश्वर। धन्यवाद अदा करते हैं मेरे खुदावंदा। और दुआ मांगते हैं अगर कोई बीमार इस समय बंदगी नूं सुन रहा, मीटिंग नूं सुन रहा, यीशु मसीह दे नाम दे विच मैं चंगाई की घोषणा करदा इस व्यक्ति के जीवन के उपर जो इस समय कलाम नूं सुनदा पिया मेरे प्रभु जी। स्वर्ग खुले यीशु दे नाम च और चंगाई दे जीवन दे उपर आई मेरे प्रभु जी। सारे जख्म सुक जाण मेरे प्रभु जी। सारियां पेट दियां समस्यावां, छाती दियां समस्यावां, ब्रेन दियां समस्यावां, चमड़ी दियां समस्यावां यीशु मसीह दे लहू दे वसीले दे नाल ठीक हो जाण मेरे प्रभु जी। गोडे गिट्टे हड्डियां मजबूत होण मेरे खुदावंद। सर्वाइकल तो लोग आजाद होण, कमर दियां, रीढ़ दी हड्डी दियां समस्यावां वाले रोगी चंगे होण मेरे प्रभु जी। गठिया यीशु मसीह दे नाम दे विच छड्ड के जाए खुदावंद, तेरे लोगां दे जिंदगियां नूं, शरीरां नूं और हड्डियां नूं छड्ड के जाए मेरे प्रभु जी। यीशु दा लहू हड्डियां दे उपर लगा दिंदे आ, जोड़ां दे उपर लगा दिंदे आ, और सारा दर्द चला जाए, सारी बीमारी चली जाए यीशु मसीह दे नाम च खुदावंद। तेरे लोग चुने हुए लोग आ, तेरे लोग आजाद किए हुए लोग आ, बीमारी दी गुलामी च न रहन, शैतान दी गुलामी च न रहन, यीशु दे नाम च आजाद होण मेरे प्रभु जी। गठिया, सर्वाइकल सब छड्ड के जान मेरे परमेश्वर। माइग्रेन दी समस्या छड्ड के जाए, चमड़ी दी समस्यावां छड्ड के जान तेरे लोगां नूं मेरे प्रभु, और इसी समय तेरे लोग आजाद होण मेरे प्रभु। मैं यीशु दे लहू ते यकीन करदा, ये बहाया ही इसलिए गया कि ओदे खास लोग चंगे होण मेरे प्रभु जी। बीमारी नूं नाल लैके ना तुरन मेरे प्रभु जी, आजाद होके तुरन मेरे प्रभु जी। असी अपना जूआ, बीमारी दा जूआ खुदावंद तेनू दे दिंदे आ, और साडे कुंभ नूं सीधा कर मेरे प्रभु जी। असी सीधे होके तुरिए और तेरे गुणा दा प्रचार करिए मेरे परमेश्वर। खुदावंद यीशु दे नाम दी महिमा होने पाई मेरे परमेश्वर। धन्नवाद करदे अज दे वचन दा बीज साडे दिलां दी चंगी जमीन ते डिगे ते 100 दा 100 गुणा फलवंत होवे, और अज दा वचन बीमार नूं चंगा करे मेरे परमेश्वर। धन्नवाद करदे सबना ही गल्लां बातां दे लई। दुआ नूं सुनिया धन्नवाद, बरकत दित्ती धन्नवाद, अच्छी समझ दित्ती धन्नवाद, अच्छा निर्णय लैण दा बल दित्ता तुहाडा धन्नवाद। और अज दी दुआ नूं प्रभु यीशु दे जिंदा नाम च होके मंगदे हां, आमीन। हालेलुया। खुदावंद तुहानूं सबना नूं आशीष और बरकत देवे। मैं पास्टर ऑस्टिन सैमुअल खुदावंद यीशु मसीह दे जिंदा नाम च तुहाडी जिंदगियां च, तुहाडे परिवारां दे विच शांति भेजदा हां। सदा खुदावंद दी शांति दे नाल भरे रहो, ओहदे प्यार दे नाल भरे रहो, ओहदी दया, ओहदी अधीनगी दे नाल भरे रहो, और नरमाई दे नाल, रहम दिली दे नाल भरे रहो, और ओहदे गुणां दा प्रचार करदे रहो। मेरी दुआ है तुहाडे सारियां दे लई। और दुआ प्रार्थना करते रहो, बाइबल नूं पढ़ते रहो। ये साडी जिंदगी दा एक जीवन दा एक आस है साडी है कि इहनूं पढ़न दे दौरान और प्रार्थना करन दे दौरान असीं स्वर्ग दे विच पहुंचांगे।
ਔਰ ਤਾਹਾਂ ਦੀਆਂ ਗੱਲਾਂ ਦੇ ਉੱਪਰ ਮਨ ਲਗਾਵਾਂਗੇ। ਉਮੀਦ ਕਰਦਾ ਕਿ ਅੱਜ ਦੇ ਵਚਨ ਤੋਂ ਤੁਸੀਂ ਬਰਕਤ ਪਾਈ ਹੈ। ਔਰ ਅਗਰ ਕਿਸੇ ਦਾ ਪ੍ਰਾਰਥਨਾ ਨਿਵੇਦਨ ਹੈ ਤੇ ਉਹ ਮੈਸੇਜ ਦੇ ਵਿੱਚ ਕਮੈਂਟਸ ਦੇ ਵਿੱਚ ਆਪਣਾ ਪ੍ਰਾਰਥਨਾ ਨਿਵੇਦਨ ਭੇਜ ਸਕਦਾ ਆ। ਮੇਰੇ ਤੱਕ ਪਹੁੰਚਦਾ ਹੋਏਗਾ ਤੇ ਮੈਂ ਜ਼ਰੂਰ ਉਹਦੇ ਲਈ ਦੁਆ ਕਰਾਂਗਾ ਔਰ ਇਸ ਵਿਸ਼ਵਾਸ ਦੇ ਨਾਲ ਦੁਆ ਕਰਾਂਗਾ ਕਿ ਮੇਰਾ ਪਰਮੇਸ਼ਵਰ ਬਹੁਤ ਜਲਦ ਉਸ ਵਿਅਕਤੀ ਦੀ ਸਮੱਸਿਆਵਾਂ ਦਾ ਹੱਲ ਕੱਢੇਗਾ ਔਰ ਤੁਹਾਨੂੰ ਆਪਣੇ ਗਵਾਹ ਬਣਾਏਗਾ। ਜਿੱਥੇ ਵੀ ਤੁਸੀਂ ਚਰਚ ਜਾਂਦੇ ਉੱਥੇ ਆਪਣੇ ਆਪ ਨੂੰ ਉੱਥੇ ਗਵਾਹ ਬਣਾਉਣਾ ਕਿ ਮੇਰੇ ਯਿਸੂ ਨੇ ਮੈਨੂੰ ਆਜ਼ਾਦ ਕਰ ਦਿੱਤਾ ਹੈ। ਬੋਲੋ ਆਮੀਨ, ਹਾਲੇਲੂਇਆ। ਖੁਦਾ ਤੁਹਾਨੂੰ ਸਭਨਾਂ ਨੂੰ ਆਸ਼ੀਸ਼ ਔਰ ਬਰਕਤ ਦੇਵੇ। ਗॉड ब्लेस।